ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਕਰੰਟ ਅਫੇਅਰ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ। ਪਰ ਕਰੰਟ ਅਫੇਅਰ ਅਸੀਂ ਕਰਨ ਵਾਲੇ ਹਾਂ ਪੂਰੀ ਅਪ੍ਰੈਲ ਮੰਥ ਦੀ। ਜਿਵੇਂ ਕਿ ਤੁਹਾਨੂੰ ਪਤਾ ਹੈ ਜਦੋਂ ਵੀ ਕੋਈ ਮੰਥ ਕੰਪਲੀਟ ਹੋ ਜਾਂਦਾ, ਇੱਕ ਮੰਥ ਖਤਮ ਹੋ ਜਾਂਦਾ, ਦੂਜਾ ਮਹੀਨਾ ਸ਼ੁਰੂ ਹੋ ਜਾਂਦਾ, ਤਾਂ ਜਿਹੜਾ ਮਹੀਨਾ ਖਤਮ ਹੋ ਜਾਂਦਾ ਉਸ ਮਹੀਨੇ ਦੇ ਵਿੱਚੋਂ ਅਸੀਂ ਸਿਲੈਕਟਡ ਜੇ ਤੇ ਮੋਸਟ ਆਫ ਦੀ ਇੰਪੋਰਟੈਂਟ MCQ ਕੱਢ ਕੇ ਤੁਹਾਡੇ ਲਈ ਲੈ ਕੇ ਆਉਂਦੇ ਆ। ਤੇ ਇਹ MCQ ਆ ਜਿਹੜੇ ਤੁਸੀਂ ਭੁੱਲ ਕੇ ਵੀ ਨਾ ਛੱਡਿਓ। ਯਕੀਨ ਮੰਨਿਓ ਅਪ੍ਰੈਲ ਦੀ ਕਰੰਟ ਅਫੇਅਰ ਉਹਨਾਂ ਸਟੂਡੈਂਟਸ ਦੇ ਲਈ ਬਹੁਤ ਇੰਪੋਰਟੈਂਟ ਆ ਜਿਨ੍ਹਾਂ ਦਾ ਮਈ ਅਤੇ ਜੂਨ ਦੇ ਵਿੱਚ ਪੇਪਰ ਹੋਣਾ ਹੈ। ਉਹਨਾਂ ਦੇ ਲਈ ਅਪ੍ਰੈਲ ਦੀ ਕਰੰਟ ਅਫੇਅਰ ਉਹ ਸਟੂਡੈਂਟਸ ਭੁੱਲ ਕੇ ਵੀ ਨਾ ਛੱਡਣ ਜਿਹੜੇ ਸਟੂਡੈਂਟਸ ਮਈ ਅਤੇ ਅਪ੍ਰੈਲ ਦੇ ਵਿੱਚ ਪੇਪਰ ਦੇਣ ਵਾਲੇ ਨੇ। ਕਰੰਟ ਅਫੇਅਰ ਦੇ ਵਿੱਚੋਂ ਬਹੁਤ ਹੀ ਜ਼ਿਆਦਾ MCQ ਆਉਂਦੇ ਨੇ। ਤੁਸੀਂ ਦੇਖ ਸਕਦੇ ਹੋ ਕੋਈ ਵੀ ਕੰਪੀਟੀਟਿਵ ਐਗਜ਼ਾਮ ਤੇ ਕੋਈ ਵੀ ਐਗਜ਼ਾਮ ਦਾ ਸਿਲੇਬਸ ਉਠਾ ਕੇ, ਚਾਹੇ ਉਹ ਸੈਂਟਰ ਲੈਵਲ ਦਾ, ਚਾਹੇ ਉਹ ਸਟੇਟ ਲੈਵਲ ਦਾ, ਚਾਹੇ ਉਹ 8th ਪੱਧਰ ਦੀ ਕੋਈ ਪੋਸਟ ਆ ਜਾਂ 10ਵੀਂ ਪੱਧਰ ਦੀ ਆ ਜਾਂ 12ਵੀਂ ਪੱਧਰ ਦੀ ਆ ਜਾਂ ਅਪ ਲੈਵਲ ਦੀ ਆ, ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜੋ ਵੀ ਕਰੰਟ ਅਫੇਅਰ ਪੁੱਛੀ ਜਾਂਦੀ ਆ ਉਹ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੀ ਹੀ ਪੁੱਛੀ ਜਾਂਦੀ ਆ। ਇਹਦਾ ਮਤਲਬ ਕੀ ਹੁੰਦਾ ਕਿ ਕਰੰਟ ਅਫੇਅਰ ਦਾ ਮਤਲਬ ਹੁੰਦਾ ਭਾਰਤ ਅਤੇ ਭਾਰਤ ਦੇ ਗਵਾਂਢੀ ਦੇਸ਼ਾਂ ਦੇ ਵਿੱਚ ਚੱਲ ਰਹੇ ਮਸਲੇ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਅਪ੍ਰੈਲ ਮਹੀਨੇ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਕਰਾਂਗੇ ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣਗੇ। ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ, ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਂਜੀ, ਸ਼ੁਰੂ ਕਰਦੇ ਹਾਂ ਆਪਾਂ। ਜਦੋਂ ਇਹ ਤੁਹਾਨੂੰ ਵੀ ਪਤਾ ਜਦੋਂ ਵੀ ਕੋਈ ਮੰਥ ਕੰਪਲੀਟ ਹੋ ਜਾਂਦਾ, ਆਪਾਂ ਜਦੋਂ ਕਰੰਟ ਅਫੇਅਰ ਕਰਦੇ ਹਾਂ ਉਹਦੇ ਵਿੱਚ ਪਹਿਲਾ MCQ ਮੈਂ ਡੇਜ਼ ਨਾਲ ਰਿਲੇਟਡ ਲੈਂਦੀ ਹਾਂ ਕਿਉਂਕਿ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਇੱਕ ਡੇ ਇੰਪੋਰਟੈਂਟ ਆ ਤੁਹਾਡੇ ਲਈ। ਇੱਕ ਡੇ ਜ਼ਰੂਰ ਪੁੱਛਿਆ ਜਾਣਾ ਹੈ। ਤੇ ਕਈ ਪੇਪਰਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ 2 MCQ ਡੇਜ਼ ਦੇ ਵਿੱਚੋਂ ਆਏ ਆ। ਇੱਕ ਤਾਂ ਕਦੋਂ ਮਨਾਇਆ ਜਾਂਦਾ ਤੇ ਦੂਸਰਾ ਇੱਕ ਕਿਸੇ ਦੀ ਥੀਮ ਪੁੱਛ ਲਈ ਜਾਂਦੀ ਹੈ ਜਿਹੜਾ ਬਹੁਤ ਜ਼ਿਆਦਾ ਫੇਮਸ ਹੁੰਦਾ। ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਪਹਿਲਾ MCQ ਆ ਜਿਹੜਾ ਉਹ ਡੇਜ਼ ਨਾਲ ਰਿਲੇਟਡ ਹੀ ਰਹੂਗਾ ਕਿਉਂਕਿ ਅਪ੍ਰੈਲ ਦੀ ਕਰੰਟ ਅਫੇਅਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਮੈਂ ਇੱਕ ਵਾਰ ਫਿਰ ਤੋਂ ਕਹਿ ਰਹੀ ਹਾਂ ਜਿਹੜੇ ਸਟੂਡੈਂਟਸ ਦਾ ਮਈ ਜੂਨ ਦੇ ਵਿੱਚ ਪੇਪਰ ਆ ਉਹ ਅਪ੍ਰੈਲ ਨੂੰ ਤਾਂ ਭੁੱਲ ਕੇ ਵੀ ਨਾ ਛੱਡਣ। ਹਾਂਜੀ, ਸ਼ੁਰੂ ਕਰਦੇ ਹਾਂ ਆਪਾਂ। ਹਾਲ ਹੀ ਵਿੱਚ ਆਯੁਸ਼ਮਾਨ ਭਾਰਤ ਦਿਵਸ ਕਦੋਂ ਮਨਾਇਆ ਗਿਆ? ਹਾਂਜੀ, ਆਯੁਸ਼ਮਾਨ ਭਾਰਤ ਦਿਵਸ ਇਹ ਕਦੋਂ ਮਨਾਇਆ ਗਿਆ? ਇਹ ਮਨਾਇਆ ਜਾਂਦਾ ਜੀ ਹਰੇਕ ਸਾਲ 30 ਅਪ੍ਰੈਲ ਨੂੰ। ਆਪਸ਼ਨ B ਇਜ਼ ਅ ਰਾਈਟ ਆਨਸਰ। ਠੀਕ ਹੈ, 30 ਅਪ੍ਰੈਲ ਨੂੰ ਮਨਾਇਆ ਜਾਂਦਾ ਵਾ ਹਰੇਕ ਸਾਲ ਆਯੁਸ਼ਮਾਨ ਭਾਰਤ ਦਿਵਸ। ਕਿਉਂ ਮਨਾਇਆ ਜਾਂਦਾ 30 ਅਪ੍ਰੈਲ ਨੂੰ ਹੀ? ਕਿਉਂਕਿ 30 ਅਪ੍ਰੈਲ 2018 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਦੇਖੋ ਇਹਦੇ ਵਿੱਚੋਂ ਤੁਹਾਨੂੰ ਦੋ ਫਾਇਦੇ ਹੋ ਗਏ। ਇੱਕ ਤੁਹਾਨੂੰ GK ਦਾ ਵੀ ਆ ਸਕਦਾ, ਪੁੱਛ ਸਕਦੇ ਆ ਉਹ ਕਿ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕਦੋਂ ਹੋਈ ਸੀ? 2018 'ਚ, 30 ਅਪ੍ਰੈਲ 2018 'ਚ। ਇਹ ਜਿਹੜੀ ਯੋਜਨਾਵਾਂ ਗਰੀਬਾਂ ਦੇ ਕਲਿਆਣ ਦੇ ਲਈ ਅਤੇ ਗਰੀਬਾਂ ਦੇ ਜੀਵਨ ਬੀਮਾ ਗਰੀਬਾਂ ਨੂੰ ਲਾਭ ਦੇਣ ਦੇ ਲਈ, ਜੀਵਨ ਬੀਮਾ ਲਾਭ ਦੇਣ ਦੇ ਲਈ ਸ਼ੁਰੂ ਕੀਤੀ ਗਈ ਸੀ। ਠੀਕ ਹੈ ਜੀ, ਹੁਣ ਆਪਾਂ ਅਪ੍ਰੈਲ ਦੇ ਇੰਪੋਰਟੈਂਟ ਦਿਵਸ ਦੀ ਗੱਲ ਕਰਦੇ ਹਾਂ ਬਿਲਕੁਲ ਸਟਾਰਟਿੰਗ ਤੋਂ ਕਿਉਂਕਿ ਕੋਈ ਵੀ ਇੰਪੋਰਟੈਂਟ MCQ ਤੁਹਾਨੂੰ ਆ ਸਕਦਾ ਕਿਸੇ ਵੀ ਤਰ੍ਹਾਂ ਘੁਮਾ ਫਿਰਾ ਕੇ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ 1 ਅਪ੍ਰੈਲ ਤੋਂ। ਹਾਂਜੀ, 1 ਅਪ੍ਰੈਲ ਦੀ ਜੇ ਆਪਾਂ ਗੱਲ ਕਰੀਏ ਤਾਂ 1 ਅਪ੍ਰੈਲ ਨੂੰ RBI ਦਾ ਸਥਾਪਨਾ ਦਿਵਸ ਮਨਾਇਆ ਗਿਆ ਕਿਉਂਕਿ 1 ਅਪ੍ਰੈਲ 1935 ਨੂੰ RBI ਦੀ ਸਥਾਪਨਾ ਹੋਈ ਸੀ। ਠੀਕ ਹੈ, ਤੇ RBI ਅਧਿਨਿਯਮ 1934 ਦੇ ਤਹਿਤ RBI ਦੀ ਸਥਾਪਨਾ ਹੋਈ ਸੀ। ਜਦੋਂ ਇਸ ਦੀ ਸਥਾਪਨਾ ਹੋਈ ਸੀ ਤਾਂ ਇਸ ਦਾ ਹੈੱਡਕੁਆਟਰ ਕਲਕੱਤਾ ਦੇ ਵਿੱਚ ਸੀ। ਹੁਣ ਹੈੱਡਕੁਆਟਰ ਹੈ ਮੁੰਬਈ ਦੇ ਵਿੱਚ। ਠੀਕ ਹੈ, ਫਿਰ 1937 ਦੇ ਵਿੱਚ ਮੁੰਬਈ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਤੇ ਹੁਣ ਮੁੰਬਈ ਦੇ ਵਿੱਚ ਹੈੱਡਕੁਆਟਰ। ਤਾਂ RBI ਦੀ ਸਥਾਪਨਾ ਕਦੋਂ ਹੋਈ? 1 ਅਪ੍ਰੈਲ 1935 ਨੂੰ ਤੇ ਇਸ ਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਆ। ਐਟ ਪ੍ਰੈਜ਼ੈਂਟ ਇਸ ਦੇ ਗਵਰਨਰ ਨੇ ਸ਼ਕਤੀਕਾਂਤ ਦਾਸ। ਇਹ 25ਵੇਂ ਨੰਬਰ ਦੇ ਗਵਰਨਰ ਆ। ਠੀਕ ਹੈ, ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ। ਤੇ ਹਿਲਟਨ ਜੰਗ ਕਮਿਸ਼ਨ ਦੀ ਸਿਫਾਰਿਸ਼ ਤੇ RBI ਦੀ ਸਥਾਪਨਾ ਕੀਤੀ ਗਈ ਸੀ। ਅੱਗੇ ਹੈ ਜੀ ਉਤਕਲ ਦਿਵਸ। ਉਤਕਲ ਦਿਵਸ ਆ ਜਿਹੜਾ ਇਹ ਹਰੇਕ ਸਾਲ 1 ਅਪ੍ਰੈਲ ਨੂੰ ਮਨਾਇਆ ਜਾਂਦਾ। ਉਤਕਲ ਦਿਵਸ ਦਾ ਮਤਲਬ ਆ ਉੜੀਸਾ ਦਿਵਸ। ਠੀਕ ਹੈ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਉੜੀਸਾ ਦਿਵਸ। ਤੇ 2 ਅਪ੍ਰੈਲ ਨੂੰ ਮਨਾਇਆ ਜਾਂਦਾ ਜੀ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ। ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ। ਠੀਕ ਹੈ ਜੀ, ਵਿਸ਼ਵ ਦਾ ਮਤਲਬ ਹੁੰਦਾ ਪੂਰੀ ਦੁਨੀਆ,
ਅੰਤਰਰਾਸ਼ਟਰੀ ਦਾ ਮਤਲਬ ਹੁੰਦਾ ਦੋ ਜਾਂ ਦੋ ਤੋਂ ਵੱਧ ਦੇਸ਼, ਠੀਕ ਹੈ। ਤੇ ਇਸ ਤੋਂ ਇਲਾਵਾ ਰਾਸ਼ਟਰੀ ਦਾ ਮਤਲਬ ਹੁੰਦਾ ਕਿਸੇ ਇੱਕ ਦੇਸ਼ ਦੀ ਗੱਲ ਹੋ ਰਹੀ ਆ, ਠੀਕ ਹੈ। ਇਸ ਗੱਲ ਦਾ ਧਿਆਨ ਰੱਖਣਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 4 ਅਪ੍ਰੈਲ ਨੂੰ। 4 ਅਪ੍ਰੈਲ ਨੂੰ ਮਾਈਨ ਜਾਗਰੂਕਤਾ ਦਿਵਸ ਮਨਾਇਆ ਗਿਆ, ਠੀਕ ਹੈ। ਮਾਈਨ ਜਾਗਰੂਕਤਾ ਦਿਵਸ ਕਦੋਂ ਮਨਾਇਆ ਗਿਆ? 4 ਅਪ੍ਰੈਲ ਨੂੰ ਮਨਾਇਆ ਗਿਆ। ਉਸ ਤੋਂ ਬਾਅਦ 5 ਅਪ੍ਰੈਲ ਨੂੰ ਅੰਤਰਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ ਤੇ ਅੰਤਰਰਾਸ਼ਟਰੀ ਜ਼ਮੀਰ ਦਿਵਸ ਮਨਾਇਆ ਗਿਆ। ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਸਮੁੰਦਰੀ ਵਿਰਾਸਤ ਦੇ ਯੋਗਦਾਨ ਨੂੰ ਯਾਦ ਕਰਾਉਣ ਦੇ ਲਈ 5 ਅਪ੍ਰੈਲ ਨੂੰ ਅੰਤਰਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਜਾਂਦਾ। ਹਾਂਜੀ, ਫਿਰ ਆ ਗਿਆ 5 ਅਪ੍ਰੈਲ। 5 ਅਪ੍ਰੈਲ ਦਾ ਮੈਂ ਤੁਹਾਨੂੰ ਦੱਸ ਦਿੱਤਾ। 6 ਅਪ੍ਰੈਲ ਵਿਕਾਸ ਅਤੇ ਸ਼ਾਂਤੀ ਲਈ ਅੰਤਰਰਾਸ਼ਟਰੀ ਖੇਡ ਦਿਵਸ। ਇਹ ਦਿਨ ਸਮਾਜ ਦੇ ਵਿੱਚ ਖੇਡਾਂ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਲਈ ਮਨਾਇਆ ਜਾਂਦਾ, ਠੀਕ ਹੈ। ਫਿਰ 7 ਅਪ੍ਰੈਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। 7 ਅਪ੍ਰੈਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਵਾ ਜੀ ਵਿਸ਼ਵ ਸਿਹਤ ਦਿਵਸ, ਠੀਕ ਹੈ। ਵਿਸ਼ਵ ਸਿਹਤ ਦਿਵਸ ਯਾਨੀ ਕਿ WHO ਤੁਸੀਂ ਬਹੁਤ ਵਾਰ ਸੁਣਿਆ ਹੋਣਾ, ਤਾਂ ਇਹ ਮਨਾਇਆ ਜਾਂਦਾ ਜੀ 7 ਅਪ੍ਰੈਲ ਨੂੰ, ਠੀਕ ਹੈ। 7 ਅਪ੍ਰੈਲ ਨੂੰ ਕਿਹਦਾ ਦਿਵਸ ਮਨਾਇਆ ਜਾਂਦਾ? WHO ਦਾ ਮਨਾਇਆ ਜਾਂਦਾ। ਇਸ ਗੱਲ 'ਤੇ ਧਿਆਨ ਦੇਣਾ, ਇਹਨੂੰ ਕਦੇ ਵੀ ਨਾ ਸਕਿਪ ਕਰਨਾ ਆਪਣੇ ਮਾਈਂਡ ਦੇ ਵਿੱਚੋਂ ਕਿ 7 ਅਪ੍ਰੈਲ ਨੂੰ ਕੀ ਹੁੰਦਾ ਵਾ। 7 ਅਪ੍ਰੈਲ ਨੂੰ WHO ਦਾ ਸਥਾਪਨਾ ਦਿਵਸ ਹੁੰਦਾ ਵਾ, ਠੀਕ ਹੈ। WHO ਦੀ ਸਥਾਪਨਾ ਕਦੋਂ ਹੋਈ ਸੀ? ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ ਵਾ। ਹਾਂਜੀ, WHO ਦੀ ਸਥਾਪਨਾ ਬਾਰੇ ਜ਼ਰੂਰ ਲਿਖਣਾ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਵਾ। ਤੇ 10 ਅਪ੍ਰੈਲ ਨੂੰ ਮਨਾਇਆ ਜਾਂਦਾ ਵਿਸ਼ਵ ਹੋਮਿਓਪੈਥੀ ਦਿਵਸ। ਕੀ ਮਨਾਇਆ ਜਾਂਦਾ? ਵਿਸ਼ਵ ਹੋਮਿਓਪੈਥੀ ਦਿਵਸ 10 ਅਪ੍ਰੈਲ ਨੂੰ ਮਨਾਇਆ ਜਾਂਦਾ ਵਾ, ਠੀਕ ਹੈ ਜੀ। ਹੋਮੋਪੈਥੀ ਦੇ ਸੰਸਥਾਪਕ ਸੀ ਸੈਮੂਅਲ ਹੈਨੀਵੈਲ, ਇਹਨਾਂ ਦੀ ਜਯੰਤੀ 'ਤੇ ਮਨਾਇਆ ਜਾਂਦਾ। ਉਸ ਤੋਂ ਬਾਅਦ 11 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ ਮਨਾਇਆ ਜਾਂਦਾ। ਹਾਂਜੀ, 11 ਅਪ੍ਰੈਲ ਨੂੰ ਮਨਾਇਆ ਜਾਂਦਾ ਵਾ ਰਾਸ਼ਟਰੀ ਸੁਰੱਖਿਅਤ ਮਾਂ ਦਿਵਸ। ਦੇਖੋ ਇਹ ਕਿਉਂ ਮਨਾਇਆ ਜਾਂਦਾ? ਪ੍ਰੈਗਨੈਂਸੀ ਦੇ ਟਾਈਮ ਮਹਿਲਾਵਾਂ ਦੀ ਸਿਹਤ 'ਤੇ ਖਤਰਾ ਬਣਿਆ ਰਹਿੰਦਾ, ਪ੍ਰੀ ਡਿਲੀਵਰੀ ਵੀ, ਡਿਊਰਿੰਗ ਡਿਲੀਵਰੀ ਵੀ ਔਰ ਪੋਸਟ ਡਿਲੀਵਰੀ ਵੀ। ਇਹਨਾਂ ਦੇ ਇਸ ਟਾਈਮ ਦੇ ਵਿੱਚ ਸੁਰੱਖਿਆ ਨੂੰ ਵਧਾਵਾ ਦੇਣ ਦੇ ਲਈ ਇਹ ਦਿਵਸ ਮਨਾਇਆ ਜਾਂਦਾ, ਠੀਕ ਹੈ। ਤੇ 12 ਅਪ੍ਰੈਲ ਨੂੰ ਮਨਾਇਆ ਜਾਂਦਾ ਮਨੁੱਖੀ ਪੁਲਾੜ ਉਡਾਨ ਦਾ ਅੰਤਰਰਾਸ਼ਟਰੀ ਦਿਵਸ। 12 ਅਪ੍ਰੈਲ ਨੂੰ ਮਨਾਇਆ ਜਾਂਦਾ ਕਿਉਂਕਿ 12 ਅਪ੍ਰੈਲ 1961 ਨੂੰ ਯੂਰੀ ਗੌਂਗਰਿਨ ਦੀ ਇਤਿਹਾਸਿਕ ਯਾਤਰਾ ਹੋਈ ਸੀ ਸਟਾਰਟ ਪਹਿਲੀ ਵਾਰ, ਇਸ ਕਰਕੇ ਮਨਾਇਆ ਜਾਂਦਾ, ਠੀਕ ਹੈ। ਯੂਰੀ ਗੌਂਗਰਿਨ ਦੀ ਇਤਿਹਾਸਿਕ ਯਾਤਰਾ ਹੋਈ ਸੀ। ਉਸ ਤੋਂ ਬਾਅਦ 14 ਅਪ੍ਰੈਲ ਦੀ ਗੱਲ ਕਰੀਏ। 14 ਅਪ੍ਰੈਲ ਨੂੰ ਵਿਸ਼ਵ ਚਗਾਸ ਰੋਗ ਦਿਵਸ ਮਨਾਇਆ ਜਾਂਦਾ, ਠੀਕ ਹੈ। ਇਹ ਵੀ ਤੁਸੀਂ ਧਿਆਨ ਰੱਖਣਾ 14 ਅਪ੍ਰੈਲ ਨੂੰ। ਪਰ ਜੇ ਆਪਾਂ 12 ਅਪ੍ਰੈਲ ਦੀ ਗੱਲ ਕਰੀਏ ਨਾ, ਇੱਥੇ 12 ਅਪ੍ਰੈਲ ਨੂੰ ਇੱਕ ਹੋਰ ਦਿਵਸ ਵੀ ਮਨਾਇਆ ਜਾਂਦਾ ਸੈਬੀ। ਇਹਦੇ ਬਾਰੇ ਤੁਸੀਂ ਸੁਣਿਆ ਹੋਣਾ, ਜਿਹਦੀ ਫੁੱਲ ਫਾਰਮ ਆ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਇਸ ਦੀ ਸਥਾਪਨਾ 12 ਅਪ੍ਰੈਲ 1988 ਨੂੰ ਹੋਈ ਸੀ, ਇਸ ਕਰਕੇ 12 ਅਪ੍ਰੈਲ ਨੂੰ ਇਹ ਦਿਵਸ ਮਨਾਇਆ ਜਾਂਦਾ। 35ਵਾਂ ਸਥਾਪਨਾ ਦਿਵਸ ਇਸ ਵਾਰ ਮਨਾਇਆ ਗਿਆ। ਇਹਦਾ ਹੈੱਡਕੁਆਰਟਰ ਮੁੰਬਈ ਦੇ ਵਿੱਚ ਆ ਤੇ ਆਪਣੇ 35ਵੇਂ ਸਥਾਪਨਾ ਦਿਵਸ 'ਤੇ ਸੈਬੀ ਨੇ ਆਪਣਾ ਲੋਗੋ ਵੀ ਆ ਜਿਹੜਾ ਉਹ ਚੇਂਜ ਕੀਤਾ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਫਿਰ ਆ ਜਾਂਦਾ 14 ਅਪ੍ਰੈਲ ਨੂੰ ਵਿਸ਼ਵ ਚਗਾਸ ਰੋਗ ਦਿਵਸ ਮਨਾਇਆ ਗਿਆ। ਵਿਸ਼ਵ ਚਗਾਸ ਰੋਗ ਦਿਵਸ 14 ਅਪ੍ਰੈਲ ਨੂੰ ਮਨਾਇਆ ਜਾਂਦਾ। ਚਗਾਸ ਦੇ ਰੋਗ ਬਾਰੇ ਜਾਗਰੂਕਤਾ ਵਧਾਉਣ ਦੇ ਲਈ, ਠੀਕ ਹੈ। ਚਗਾਸ ਰੋਗ ਆ ਜਿਹੜਾ ਇਹ ਦਿਲ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਵਾ ਇਹਦੇ ਵਿੱਚ ਹੁੰਦੀਆਂ ਵਾ ਤੇ ਇਹਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ 14 ਅਪ੍ਰੈਲ ਨੂੰ ਇਹ ਮਨਾਇਆ ਜਾਂਦਾ। 15 ਅਪ੍ਰੈਲ ਨੂੰ ਵਿਸ਼ਵ ਕਲਾ ਦਿਵਸ ਮਨਾਇਆ ਜਾਂਦਾ। ਆਰਟ ਨੂੰ ਵਧਾਵਾ ਦੇਣ ਲਈ, ਕਲਾ ਨੂੰ ਵਧਾਵਾ ਦੇਣ ਲਈ ਇਹ ਮਨਾਇਆ ਜਾਂਦਾ। ਫਿਰ 16 ਅਪ੍ਰੈਲ ਨੂੰ ਸੇਬ ਹਾਥੀ ਦਿਵਸ ਮਨਾਇਆ ਜਾਂਦਾ। ਹਾਥੀਆਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੇ ਲਈ ਇਹ ਦਿਵਸ ਆ ਜਿਹੜਾ 14 ਅਪ੍ਰੈਲ ਨੂੰ ਮਨਾਇਆ ਜਾਂਦਾ ਵਾ। ਤੇ 14 ਅਪ੍ਰੈਲ ਨੂੰ ਵਰਲਡ ਵੌਇਸ ਡੇ ਯਾਨੀ ਕਿ ਆਵਾਜ਼ ਦਾ ਦਿਵਸ ਵੀ ਮਨਾਇਆ ਜਾਂਦਾ, ਆਵਾਜ਼ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਦੇ ਲਈ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸੇਬ ਹਾਥੀ ਦਿਵਸ 16 ਅਪ੍ਰੈਲ ਨੂੰ ਤੇ ਵੌਇਸ ਦਿਵਸ ਆ ਜਿਹੜਾ ਉਹ ਵੀ 16 ਅਪ੍ਰੈਲ ਨੂੰ ਮਨਾਇਆ ਜਾਂਦਾ। ਮੈਨੂੰ ਲੱਗਦਾ ਮੈਂ 14 ਬੋਲਤਾ ਗਲਤੀ ਨਾਲ। ਅੱਗੇ ਆ ਜੀ 17 ਅਪ੍ਰੈਲ। 17 ਅਪ੍ਰੈਲ ਨੂੰ ਮਨਾਇਆ ਜਾਂਦਾ ਵਿਸ਼ਵ ਹੀਮੋਫੀਲੀਆ ਦਿਵਸ। ਹੀਮੋਫੀਲੀਆ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਇਹ ਮਨਾਇਆ ਜਾਂਦਾ। ਕਿਉਂ ਮਨਾਇਆ ਜਾਂਦਾ? ਕਿਉਂਕਿ ਫਰੈਂਕ ਸਲੋਵਰ ਦੀ ਜਯੰਤੀ ਹੁੰਦੀ ਆ ਤੇ ਵਰਲਡ ਫੈਡਰੇਸ਼ਨ ਦੇ ਵਿੱਚ ਹੀਮੋਫੀਲੀਆ ਦੇ ਸੰਸਥਾਪਕ ਸੀ। ਵਰਲਡ ਫੈਡਰੇਸ਼ਨ ਆਫ ਹੀਮੋਫੀਲੀਆ ਦੇ ਸੰਸਥਾਪਕ ਸੀ, ਇਸ ਕਰਕੇ ਇਹਨਾਂ ਦੀ ਜਯੰਤੀ 'ਤੇ 17 ਅਪ੍ਰੈਲ ਨੂੰ ਇਹ ਦਿਵਸ ਆ ਜਿਹੜਾ ਮਨਾਇਆ ਜਾਂਦਾ ਵਾ, ਠੀਕ ਹੈ ਜੀ। ਤੇ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਵੀ ਮਨਾਇਆ ਗਿਆ। 18 ਅਪ੍ਰੈਲ ਦੀ ਗੱਲ ਹੋ ਰਹੀ ਆ। 18 ਅਪ੍ਰੈਲ ਨੂੰ ਮਨਾਇਆ ਜਾਂਦਾ ਵਿਸ਼ਵ ਵਿਰਾਸਤ ਦਿਵਸ, ਓਕੇ। ਹਾਂਜੀ, ਅੱਗੇ ਗੱਲ ਕਰਦੇ ਹਾਂ ਆਪਾਂ 19 ਅਪ੍ਰੈਲ ਦੀ। 19 ਅਪ੍ਰੈਲ ਨੂੰ ਮਨਾਇਆ ਜਾਂਦਾ ਵਿਸ਼ਵ ਜਿਗਰ ਦਿਵਸ, ਠੀਕ ਹੈ। ਵਿਸ਼ਵ ਜਿਗਰ ਦਿਵਸ ਆ ਜਿਹੜਾ 19 ਅਪ੍ਰੈਲ ਨੂੰ ਮਨਾਇਆ ਜਾਂਦਾ। ਉਸ ਤੋਂ ਬਾਅਦ 20 ਅਪ੍ਰੈਲ ਨੂੰ ਚੀਨੀ ਭਾਸ਼ਾ ਦਿਵਸ ਮਨਾਇਆ ਜਾਂਦਾ ਵਾ।
ਹੁਣ 20 ਅਪ੍ਰੈਲ ਨੂੰ ਕਿਉਂ ਮਨਾਇਆ ਜਾਂਦਾ ਵਾ ਜਿਹੜਾ ਚੀਨੀ ਭਾਸ਼ਾ ਦਿਵਸ ਹੈ, ਇਹ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ। ਦੇਖੋ ਯੂਨਾਈਟਿਡ ਨੇਸ਼ਨ ਨੇ ਸੰਸਕ੍ਰਿਤ ਨੂੰ ਵਧਾਵਾ ਦੇਣ ਦੇ ਲਈ ਹਰ ਸਾਲ 20 ਅਪ੍ਰੈਲ ਨੂੰ ਚੀਨੀ ਭਾਸ਼ਾ ਦਿਵਸ ਮਨਾਇਆ ਜਾਂਦਾ। ਯੂਨਾਈਟਿਡ ਨੇਸ਼ਨ ਦੀਆਂ 6 ਆਫੀਸ਼ੀਅਲ ਲੈਂਗੁਏਜ ਆ, ਚਾਈਨੀਜ਼, ਇੰਗਲਿਸ਼, ਫਰੈਂਚ, ਰਸ਼ੀਅਨ, ਅਰਬਿਕ, ਸਪੈਨਿਸ਼। ਠੀਕ ਹੈ, ਤੇ ਇਹਨਾਂ ਨੂੰ ਵਧਾਵਾ ਦੇਣ ਦੇ ਲਈ ਇਹਨਾਂ ਦੇ ਨਾਲ ਰਿਲੇਟਿਡ ਆ ਜਿਹੜੇ ਡੇ ਵੀ ਉਹ ਮਨਾਏ ਜਾਂਦੇ ਆ। ਅੱਗੇ 21 ਅਪ੍ਰੈਲ, 21 ਅਪ੍ਰੈਲ ਨੂੰ ਮਨਾਇਆ ਗਿਆ ਜੀ ਰਾਸ਼ਟਰੀ 21 ਅਪ੍ਰੈਲ ਨੂੰ ਮਨਾਇਆ ਗਿਆ ਰਾਸ਼ਟਰੀ ਸਿਵਲ ਸੇਵਾ ਦਿਵਸ। ਰਾਸ਼ਟਰੀ ਸਿਵਲ ਸੇਵਾ ਦਿਵਸ ਪ੍ਰਸ਼ਾਸਨਿਕ ਸੇਵਾ ਨਾਲ ਜੁੜੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਮਨਾਇਆ ਜਾਂਦਾ ਤੇ ਕੇਂਦਰ ਸਰਕਾਰ ਹਰ ਸਾਲ ਇਸ ਨੂੰ ਮਨਾਉਂਦੀ ਆ। ਠੀਕ ਹੈ, ਅੱਗੇ ਆ ਗਈ 22 ਅਪ੍ਰੈਲ। 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਇਹ। ਠੀਕ ਹੈ, ਵਿਸ਼ਵ ਧਰਤੀ ਦਿਵਸ ਇਹ ਪ੍ਰਿਥਵੀ ਦੀ ਸੁਰੱਖਿਆ ਲਈ ਹਰੇਕ ਸਾਲ ਮਨਾਇਆ ਜਾਂਦਾ ਤੇ ਇਸ ਦੀ ਥੀਮ ਕੀ ਆ, ਇਸ ਵਾਰ ਦੀ 2023 ਦੀ ਥੀਮ ਹੈ ਇਹਦੀ ਇਨਵੈਸਟ ਇਨ ਆਵਰ ਪਲੈਨਟ। ਹਾਂਜੀ, ਨੈਕਸਟ ਹੈ 23 ਅਪ੍ਰੈਲ। 23 ਅਪ੍ਰੈਲ ਨੂੰ ਮਨਾਇਆ ਗਿਆ ਵਿਲੀਅਮ ਸ਼ੇਕਸਪੀਅਰ ਦਾ ਜਨਮ ਦਿਨ। ਹਾਂਜੀ, ਸ਼ੇਕਸਪੀਅਰ ਅੰਗਰੇਜ਼ੀ ਦੇ ਮਹਾਨ ਲੇਖਕਾਂ ਵਿੱਚੋਂ ਇੱਕ ਸੀ। ਠੀਕ ਹੈ, ਤੇ 23 ਅਪ੍ਰੈਲ 1564 ਨੂੰ ਇਹਨਾਂ ਦਾ ਜਨਮ ਹੋਇਆ ਸੀ। 23 ਅਪ੍ਰੈਲ ਨੂੰ ਹੀ ਵਿਲੀਅਮ ਸ਼ੇਕਸਪੀਅਰ ਦਾ ਜਨਮ ਦਿਨ ਮਨਾਇਆ ਜਾਂਦਾ। ਅੱਗੇ 24 ਅਪ੍ਰੈਲ ਨੂੰ ਰਾਸ਼ਟਰੀ ਪੰਚਾਇਤ ਰਾਜ ਦਿਵਸ ਮਨਾਇਆ ਗਿਆ। ਪੰਚਾਇਤੀ ਰਾਜ ਵਿਵਸਥਾ ਵਾ ਜਿਹੜੀ ਸੰਵਿਧਾਨ ਦੇ ਕਿਹੜੇ ਸੰਸ਼ੋਧਨ ਅਤੇ ਕਿਹੜੇ ਸਨ ਵਿੱਚ ਲਾਗੂ ਹੋਈ ਸੀ। ਇਹ MCQ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਇੰਪੋਰਟੈਂਟ ਆ। ਪੰਚਾਇਤੀ ਰਾਜ ਵਿਵਸਥਾ ਬਾਰੇ ਤੁਸੀਂ ਸੁਣਿਆ ਹੋਣਾ। ਪੰਚਾਇਤੀ ਰਾਜ ਵਿਵਸਥਾ ਕਿਹੜੇ ਸੰਸ਼ੋਧਨ ਅਤੇ ਕਿਸ ਸਨ ਵਿੱਚ ਲਾਗੂ ਹੋਈ ਸੀ? ਇਹ 1992 ਦੇ ਵਿੱਚ 73ਵੇਂ ਸੰਵਿਧਾਨ ਸੰਸ਼ੋਧਨ ਨਾਲ ਲਾਗੂ ਕੀਤਾ ਗਿਆ ਸੀ ਪੰਚਾਇਤੀ ਰਾਜ ਵਿਵਸਥਾ। ਤੇ 3 ਪੱਧਰ ਦੀ ਪੰਚਾਇਤੀ ਰਾਜ ਵਿਵਸਥਾ ਵਾ, ਇੱਕ ਗ੍ਰਾਮ ਪੰਚਾਇਤ, ਖੇਤਰ ਪੰਚਾਇਤ, ਜ਼ਿਲ੍ਹਾ ਪੰਚਾਇਤ। ਤੇ ਪੂਰੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਵਿੱਚ ਇਹ ਲਾਗੂ ਹੋਈ ਸੀ। ਠੀਕ ਹੈ, ਤੇ ਇਹ ਪੰਚਾਇਤਾਂ 3 ਪ੍ਰਕਾਰ ਦੀਆਂ ਬਣਾਉਣ ਦਾ ਸੁਝਾਅ ਕਿਹਨੇ ਦਿੱਤਾ ਸੀ? ਬਲਵੰਤ ਰਾਏ ਮਹਿਤਾ ਸਮਿਤੀ ਨੇ ਦਿੱਤਾ ਸੀ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਅੱਗੇ ਆ ਗਈ ਜੀ 25 ਅਪ੍ਰੈਲ। 25 ਅਪ੍ਰੈਲ ਨੂੰ ਮਨਾਇਆ ਜਾਂਦਾ ਵਿਸ਼ਵ ਮਲੇਰੀਆ ਦਿਵਸ। ਠੀਕ ਹੈ, ਵਿਸ਼ਵ ਮਲੇਰੀਆ ਦਿਵਸ 25 ਅਪ੍ਰੈਲ ਨੂੰ ਮਨਾਇਆ ਜਾਂਦਾ ਤੇ ਅੰਤਰਰਾਸ਼ਟਰੀ ਪ੍ਰਤੀਨਿਧੀ ਦਿਵਸ ਵੀ ਮਨਾਇਆ ਜਾਂਦਾ। ਦੇਖੋ, ਸੰਯੁਕਤ ਰਾਸ਼ਟਰ ਦੇ ਮੈਂਬਰ ਰਾਜਾਂ ਅਤੇ ਪ੍ਰਤੀਨਿਧੀਆਂ ਅਤੇ ਉਹਨਾਂ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਇਹ ਜਿਹੜਾ ਦਿਵਸ ਆ ਹਰੇਕ ਸਾਲ ਮਨਾਇਆ ਜਾਂਦਾ। ਅੱਗੇ ਆ ਗਿਆ ਜੀ ਆਪਣੇ ਕੋਲ 28 ਅਪ੍ਰੈਲ। 28 ਅਪ੍ਰੈਲ ਤੋਂ ਪਹਿਲਾਂ ਆਪਣੇ ਕੋਲ 26 ਅਪ੍ਰੈਲ ਰਹਿ ਗਿਆ। 26 ਅਪ੍ਰੈਲ ਨੂੰ ਨਾ ਜ਼ੀਰੋ ਦਿਵਸ ਮਨਾਇਆ ਜਾਂਦਾ ਵਾ। ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ। ਅੱਗੇ ਆ ਗਿਆ 28 ਕੰਮ ਅਤੇ ਸੁਰੱਖਿਆ ਅਤੇ ਸਿਹਤ ਲਈ ਵਿਸ਼ਵ ਦਿਵਸ ਮਨਾਇਆ ਗਿਆ। ਠੀਕ ਹੈ, ਕੰਮ ਅਤੇ ਸੁਰੱਖਿਆ। 28 ਅਪ੍ਰੈਲ ਦੀ ਗੱਲ ਕੀਤੀ ਹੈ। 28 ਅਪ੍ਰੈਲ ਨੂੰ ਜਿਹੜੀਆਂ ਕੰਮ ਦੇ ਦੌਰਾਨ ਦੁਰਘਟਨਾਵਾਂ ਹੁੰਦੀਆਂ ਵਾ ਅਤੇ ਬਿਮਾਰੀਆਂ ਜਾਂ ਆਪਾਂ ਕਹਿ ਸਕਦੇ ਹਾਂ ਹੋ ਜਾਂਦੀਆਂ ਵਾ, ਠੀਕ ਹੈ, ਉਹਨਾਂ ਦੇ ਲਈ ਕੰਮ ਅਤੇ ਸੁਰੱਖਿਆ ਅਤੇ ਸਿਹਤ ਲਈ ਵਿਸ਼ਵ ਦਿਵਸ ਹਰੇਕ ਸਾਲ ਮਨਾਇਆ ਜਾਂਦਾ। ਅੱਗੇ ਗੱਲ ਕਰਦੇ ਹਾਂ ਜੀ ਆਪਾਂ 29 ਅਪ੍ਰੈਲ ਦੀ। 29 ਅਪ੍ਰੈਲ ਨੂੰ ਵਿਸ਼ਵ ਵੈਟਰਨਰੀ ਦਿਵਸ ਆ ਜਿਹੜਾ ਇਹ ਮਨਾਇਆ ਗਿਆ। ਅਪ੍ਰੈਲ ਦੇ ਲਾਸਟ ਸ਼ਨੀਵਾਰ ਹੀ ਮਨਾਇਆ ਜਾਂਦਾ। ਇਹ ਧਿਆਨ ਰੱਖਿਓ, ਇਹ ਹਰੇਕ ਸਾਲ 29 ਅਪ੍ਰੈਲ ਨੂੰ ਨਹੀਂ ਹੁੰਦਾ, ਇਹ ਅਪ੍ਰੈਲ ਦੇ ਲਾਸਟ ਸ਼ਨੀਵਾਰ ਨੂੰ ਮਨਾਇਆ ਜਾਂਦਾ। ਇਸ ਵਾਰ ਲਾਸਟ ਸ਼ਨੀਵਾਰ ਸੀਗਾ 29 ਅਪ੍ਰੈਲ ਦਾ, ਤਾਂ 29 ਅਪ੍ਰੈਲ ਨੂੰ ਮਨਾਇਆ ਗਿਆ। ਕਿਉਂ ਮਨਾਇਆ ਜਾਂਦਾ? ਪਸ਼ੂਆਂ ਦੀ ਸਿਹਤ ਦੇ ਲਈ ਦੇਖਭਾਲ ਕਰਨ ਦੇ ਲਈ ਇਹ ਮਨਾਇਆ ਜਾਂਦਾ। 30 ਅਪ੍ਰੈਲ ਦਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਆਯੁਸ਼ਮਾਨ ਭਾਰਤ ਦਿਵਸ, ਆਪਾਂ ਉੱਪਰ ਗੱਲ ਕੀਤੀ ਸਭ ਤੋਂ ਪਹਿਲਾਂ। ਨੈਕਸਟ MCQ ਤੇ ਹੁਣ ਆਪਾਂ ਆਪਣਾ ਮੇਨ ਮੋਟਿਵ ਆ ਜਿਹੜਾ ਜਿਹਦੇ ਉੱਤੇ ਆਉਂਦੇ ਆ। ਜਿਹੜਾ ਅਪ੍ਰੈਲ ਦੇ ਇੰਪੋਰਟੈਂਟ ਦਿਵਸ ਸੀ ਉਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀ। ਜਿਹਦੀ ਥੀਮ ਇੰਪੋਰਟੈਂਟ ਸੀ ਉਹ ਮੈਂ ਥੀਮ ਵੀ ਦੱਸ ਦਿੱਤੀ ਹੈ। ਨੈਕਸਟ ਹੈ, ਹਾਲ ਹੀ ਵਿੱਚ ਦੁਨੀਆ ਦਾ ਤੀਜਾ ਅਤੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟਰ ਸਟੇਡੀਅਮ ਆ ਜਿਹੜਾ ਕਿੱਥੇ ਬਣਾਇਆ ਗਿਆ? ਹਾਂਜੀ, ਬਹੁਤ ਹੀ ਇੰਪੋਰਟੈਂਟ MCQ ਆ ਇਹ। ਦੁਨੀਆ ਦਾ, ਦੇਖੋ ਕੀ ਗੱਲ ਹੋ ਰਹੀ ਆ ਕਿ ਦੁਨੀਆ ਦਾ ਤੀਜਾ ਅਤੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਜਿਹੜਾ ਕ੍ਰਿਕਟ ਦਾ ਸਟੇਡੀਅਮ ਆ ਇਹ ਕਿੱਥੇ ਬਣਾਇਆ ਗਿਆ ਵਾ? ਤਾਂ ਇਹ ਬਣਾਇਆ ਗਿਆ ਵਾ ਜੀ ਰਾਜਸਥਾਨ ਦੇ ਵਿੱਚ। ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ। ਠੀਕ ਹੈ, ਦੁਨੀਆ ਦਾ ਤੀਜਾ ਵਾ, ਧਿਆਨ ਦਿਓ ਇਸ ਗੱਲ ਤੇ। ਦੁਨੀਆ ਦਾ ਤੀਜਾ ਅਤੇ ਭਾਰਤ ਦਾ ਦੂਜਾ ਕ੍ਰਿਕਟਰ ਸਟੇਡੀਅਮ ਆ ਇਹ। ਹੁਣ ਤੁਹਾਡੇ ਮਾਈਂਡ ਦੇ ਵਿੱਚ ਜ਼ਰੂਰ ਆਉਂਦਾ ਹੋਣਾ ਕਿ ਦੁਨੀਆ ਦਾ ਤਾਂ ਤੀਜਾ ਵਾ ਤੇ ਦੁਨੀਆ ਦਾ ਪਹਿਲਾ ਕਿਹੜਾ? ਫਿਰ ਦੁਨੀਆ ਦਾ ਪਹਿਲਾ ਕ੍ਰਿਕਟਰ ਸਟੇਡੀਅਮ ਆ ਜਿਹੜਾ ਕ੍ਰਿਕਟ ਸਟੇਡੀਅਮ ਆ ਉਹ ਹੈਗਾ ਨਰਿੰਦਰ ਮੋਦੀ ਸਟੇਡੀਅਮ। ਇਹ ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਆ, ਬਹੁਤ ਇੰਪੋਰਟੈਂਟ ਆ। ਠੀਕ ਹੈ, ਤੇ ਦੁਨੀਆ ਦਾ ਦੂਜਾ ਸਟੇਡੀਅਮ ਆ ਮੈਲਬਰਨ ਸਟੇਡੀਅਮ, ਇਹ ਆਸਟ੍ਰੇਲੀਆ ਦੇ ਵਿੱਚ ਆ। ਤੇ ਤੀਜਾ ਹੁਣ ਰਾਜਸਥਾਨ ਦੇ ਵਿੱਚ ਬਣਿਆ ਜਿਹੜਾ ਕਿ ਤੁਹਾਡੇ ਲਈ ਹੋਰ ਵੀ ਜ਼ਿਆਦਾ ਇੰਪੋਰਟੈਂਟ ਆ।
ਨੈਕਸਟ ਹੈ ਜੀ, ਹੁਣ ਆਪਾਂ ਰਾਜਸਥਾਨ ਦੀ ਗੱਲ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਦੀ ਕੈਪੀਟਲ ਆ ਜੈਪੁਰ, ਇੱਥੋਂ ਦੇ ਚੀਫ ਮਿਨਿਸਟਰ ਆ ਅਸ਼ੋਕ ਗਹਿਲੋਤ ਤੇ ਇੱਥੋਂ ਦੇ ਗਵਰਨਰ ਆ ਕਲਰਾਜ ਮਿਸਰਾ। ਤੇ ਜਿੰਨੇ ਵੀ ਰਾਜਸਥਾਨ ਦੇ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਬਣ ਸਕਦੇ ਸੀ ਜਾਂ ਜਿੰਨੇ ਮੈਂ ਤੁਹਾਨੂੰ ਕਰਵਾਏ ਆ ਉਹ ਮੈਂ ਇੱਥੇ ਨੋਟ ਕੀਤੇ ਹੋਏ ਨੇ ਸੀਕੁਐਂਸ ਵਾਈਜ਼। 30 ਮਾਰਚ ਨੂੰ ਰਾਜਸਥਾਨ ਦਾ ਸਥਾਪਨਾ ਦਿਵਸ ਮਨਾਇਆ ਗਿਆ। ਭਾਰਤ ਦੀ ਪਹਿਲੀ ਵਿਹਾਰਿਕ ਪ੍ਰਯੋਗਸ਼ਾਲਾ ਜੈਪੁਰ ਦੇ ਵਿੱਚ ਸਥਾਪਿਤ ਕੀਤੀ ਗਈ ਤੇ ਰਾਜਸਥਾਨ ਦੇ ਕੋਟਾ ਦੇ ਵਿੱਚ MSME ਉਦਯੋਗਿਕ ਪ੍ਰਦਰਸ਼ਨੀ ਅਤੇ ਮੇਲੇ ਦਾ ਉਦਘਾਟਨ ਕੀਤਾ ਗਿਆ। 18ਵੀਂ ਵਿਸ਼ਵ ਸੁਰੱਖਿਆ ਕਾਂਗਰਸ ਜੈਪੁਰ ਦੇ ਵਿੱਚ ਆਯੋਜਿਤ ਕੀਤੀ ਗਈ। ਕੋਟਾ ਦੇ ਵਿੱਚ ਵਿਗਿਆਨ ਕੇਂਦਰ ਅਤੇ ਪਲੈਨਟੇਰੀਅਮ ਬਣਾਇਆ ਗਿਆ। ਨੈਕਸਟ ਹੈ ਜੀ, ਤਾਜ਼ਾ ਰਿਪੋਰਟ ਮੁਤਾਬਿਕ ਤਾਪਮਾਨ ਵਧਣ ਦੇ ਮਾਮਲੇ ਵਿੱਚ ਕਿਹੜਾ ਦੇਸ਼ ਸਿਖਰ ਤੇ ਰਿਹਾ? ਹਾਂਜੀ, ਤਾਪਮਾਨ ਵਧਣ ਦੇ ਮਾਮਲੇ ਦੇ ਵਿੱਚ ਇਹ ਜਿਹੜੀ ਰਿਪੋਰਟ ਤਿਆਰ ਕੀਤੀ ਗਈ ਹੈ ਨਾ, ਇਹ 1850 ਤੋਂ 2021 ਤੱਕ ਕੀਤੀ ਗਈ ਆ। ਠੀਕ ਹੈ, 1850 ਤੋਂ 2021 ਤੱਕ ਤਿਆਰ ਕੀਤੀ ਗਈ ਹੈ। ਇਸ ਰਿਪੋਰਟ ਦੇ ਵਿੱਚ 1850 ਤੋਂ 2021 ਤੱਕ ਜੋ ਤਾਪਮਾਨ ਦੇ ਵਿੱਚ ਵਾਧਾ ਹੋਇਆ ਇਸ ਦੇ ਵਿੱਚ ਕਿਹੜਾ ਦੇਸ਼ ਸਭ ਤੋਂ ਵੱਧ ਕਿਹੜੇ ਦੇਸ਼ ਨੇ ਯੋਗਦਾਨ ਪਾਇਆ, ਇਹ ਰਿਪੋਰਟ ਆ ਇਹ। ਤੇ 1850 ਤੋਂ 2021 ਤੱਕ ਅਮਰੀਕਾ ਦੀ ਵਜ੍ਹਾ ਕਰਕੇ 0.28 ਡਿਗਰੀ ਸੈਲਸੀਅਸ ਤਾਪਮਾਨ ਆ ਜਿਹੜਾ ਵਧਿਆ ਵਾ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਹੁਣ ਕਿਹੜਾ ਦੇਸ਼ ਟੌਪ ਤੇ ਆ? ਅਮਰੀਕਾ। ਤੇ ਭਾਰਤ ਕਿੰਨਵੇਂ ਨੰਬਰ ਤੇ ਆ? 5ਵੇਂ ਨੰਬਰ ਤੇ ਆ। ਹੁਣ ਆਪਾਂ ਅਮਰੀਕਾ ਦੀ ਗੱਲ ਕੀਤੀ ਆ, ਅਮਰੀਕਾ ਦੀ ਕੈਪੀਟਲ ਆ ਵਾਸ਼ਿੰਗਟਨ DC, ਇੱਥੋਂ ਦੀ ਕਰੰਸੀ ਆ ਅਮਰੀਕਨ ਡਾਲਰ, ਇੱਥੋਂ ਦੇ ਪ੍ਰੈਜ਼ੀਡੈਂਟ ਆ ਜੋ ਬਾਈਡਨ, ਇੱਥੋਂ ਦੇ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ। ਤੇ ਭਾਰਤੀ ਮੂਲ ਦੇ ਮਨਮੀਤ ਕੋਲਾਨ ਅਮਰੀਕਾ ਦੇ ਕਨੈਕਟੀਕਟ ਸੂਬੇ ਦੀ ਸਹਾਇਕ ਪੁਲਿਸ ਮੁਖੀ ਅਪੁਆਇੰਟ ਹੋਈ ਆ। ਰਵੀ ਚੌਧਰੀ ਅਤੇ ਅਮਰੀਕੀ ਹਵਾਈ ਸੈਨਾ ਦੇ ਸਹਾਇਕ ਸਕੱਤਰ ਬਣੇ ਆ। ਐਰਿਕ ਗਾਰਸੈਟੀ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਚੁਣਿਆ ਗਿਆ। ਅਮਰੀਕੀ ਸੈਨੇਟ ਨੇ ਮੈਕਮੋਹਨ ਰੇਖਾ ਨੂੰ ਅੰਤਰਰਾਸ਼ਟਰੀ ਸੀਮਾ ਵਜੋਂ ਮਾਨਤਾ ਦਿੱਤੀ। ਨੈਕਸਟ ਹੈ, ਸਲੀਮ ਦੁਰਾਨੀ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਇਹ ਕੌਣ ਸੀ? ਹਾਂਜੀ, ਸਲੀਮ ਦੁਰਾਨੀ, ਇਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਸ਼ਰਧਾਂਜਲੀ ਵੀ ਦਿੱਤੀ ਜਾਂ ਇੱਕ ਮੈਸੇਜ ਦੇ ਥਰੂ ਦਿੱਤੀ ਹੈ ਟਵਿੱਟ ਤੇ। ਠੀਕ ਹੈ, ਤੇ ਕ੍ਰਿਕਟਰ ਦੀ ਗੱਲ ਕਰੀਏ, ਇਹ ਕ੍ਰਿਕਟਰ ਸੀਗੇ। ਠੀਕ ਹੈ, ਕ੍ਰਿਕਟਰ ਸੀ ਸਲੀਮ ਦੁਰਾਨੀ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਇਹ ਪਹਿਲੇ ਇਸ ਤਰ੍ਹਾਂ ਦੇ ਕ੍ਰਿਕਟਰ ਸੀ ਜਿਨ੍ਹਾਂ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕਦੋਂ ਮਿਲਿਆ ਸੀ ਅਰਜੁਨ ਅਵਾਰਡ ਇਹਨਾਂ ਨੂੰ? 1960 ਦੇ ਵਿੱਚ। ਤੇ ਇਹਨਾਂ ਦੀ ਡੈਥ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹਨਾਂ ਨੂੰ ਟਵਿੱਟ ਕਰਕੇ ਸ਼ਰਧਾਂਜਲੀ ਦਿੱਤੀ ਸੀ। ਨੈਕਸਟ ਆਪਾਂ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਸਲੀਮ ਦੁਰਾਨੀ, ਇਹ ਕ੍ਰਿਕਟਰ ਆ ਤੇ ਇਹਨਾਂ ਦੇ 88 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਨੈਕਸਟ ਹੈ ਜੀ, ਹਾਲ ਹੀ ਵਿੱਚ ਕੇਰਲ ਅਤੇ ਕਿਸ ਰਾਜ ਦੇ ਮੁੱਖ ਮੰਤਰੀ ਨੇ ਵਾਇਆਕੌਮ ਸੱਤਿਆਗ੍ਰਹਿ ਤੇ ਸਤਾਬਦੀ ਸਮਾਗਮਾਂ ਦਾ ਉਦਘਾਟਨ ਕੀਤਾ? ਹਾਂਜੀ, ਕੇਰਲ ਅਤੇ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਵਾਇਆਕੌਮ ਸੱਤਿਆਗ੍ਰਹਿ ਤੇ ਸਤਾਬਦੀ ਸਮਾਗਮਾਂ ਦਾ ਉਦਘਾਟਨ ਕੀਤਾ। ਆਪਸ਼ਨ A ਇਜ਼ ਦਾ ਰਾਈਟ ਆਨਸਰ। ਦੇਖੋ, ਵਾਇਆਕੌਮ ਸੱਤਿਆਗ੍ਰਹਿ ਕੀ ਹੈ? ਤੁਹਾਨੂੰ ਇੱਥੇ ਜ਼ਰੂਰ ਤੁਹਾਡੇ ਮਾਈਂਡ ਦੇ ਵਿੱਚ ਆਉਂਦਾ ਹੋਣਾ। ਵਾਇਆਕੌਮ ਸੱਤਿਆਗ੍ਰਹਿ ਇਹ 1924-25 ਦੇ ਵਿੱਚ ਹੋਇਆ ਸੀ ਤੇ ਇਸ ਦੇ ਲਈ ਇਹ ਜਿਹੜਾ ਆਪਾਂ ਬੋਲ ਸਕਦੇ ਹਾਂ ਕਿ ਇਸ ਦਾ ਉਦਘਾਟਨ ਆ ਜਿਹੜਾ ਇਹ ਕੀਤਾ ਗਿਆ। ਇਹ ਮੈਂ ਬੋਲਿਆ ਕਿ 1924-25 ਦੇ ਵਿੱਚ ਹੋਇਆ ਸੀ ਤੇ ਇਸ ਦੇ ਲਈ ਹੀ ਕੇਰਲ ਅਤੇ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਵਾਇਆਕੌਮ ਸੱਤਿਆਗ੍ਰਹਿ ਦੇ ਸਤਾਬੰਦੀ ਸਮਾਗਮਾਂ ਦਾ ਉਦਘਾਟਨ ਕੀਤਾ। ਹੁਣ ਬਹੁਤ ਸਾਰੇ ਸਟੂਡੈਂਟ ਸੋਚਣਗੇ ਕਿਉਂ ਚਲਾਇਆ ਗਿਆ ਸੀ? ਦੇਖੋ, ਉਸ ਟਾਈਮ ਸੂਤ-ਸਾਤ ਦੀ ਜਿਹੜੀ ਪ੍ਰਥਾ ਵਾ ਉਹ ਬਹੁਤ ਚੱਲ ਰਹੀ ਸੀ। ਸੂਤ-ਸਾਤ ਦੀ ਪ੍ਰਥਾ ਨੂੰ ਖਤਮ ਕਰਨ ਦੇ ਲਈ ਕੇਰਲ ਦੇ ਵਿੱਚ ਤਰਾਵਨਪੁਰ ਦੇ ਵਿੱਚ ਇਹ ਚਲਾਇਆ ਗਿਆ ਸੀ। ਠੀਕ ਹੈ, ਇਹ ਵੀ ਧਿਆਨ ਰੱਖਣਾ। ਨੈਕਸਟ ਹੁਣ ਆਪਾਂ ਤਮਿਲਨਾਡੂ ਦੀ ਗੱਲ ਕੀਤੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਮਿਲਨਾਡੂ ਵੀ। ਹੁਣ ਜਿਹੜੇ ਸਟੂਡੈਂਟਸ ਨੂੰ ਤਮਿਲਨਾਡੂ ਦੀ ਕੈਪੀਟਲ ਪਤਾ ਨਾ, ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਣ, ਕਿਉਂਕਿ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ। ਕੈਪੀਟਲ ਦਾ ਤੁਹਾਨੂੰ ਪਤਾ ਹੋਣਾ, ਆਪਾਂ ਨਾਲ ਦੀ ਨਾਲ ਤੁਹਾਨੂੰ ਹਰੇਕ ਵਾਰ ਦੱਸਦੇ ਵੀ ਰਹੇ ਹਾਂ। ਤਮਿਲਨਾਡੂ ਦੀ ਕੈਪੀਟਲ ਆ ਚੇਨਈ, ਇੱਥੋਂ ਦੇ ਚੀਫ ਮਿਨਿਸਟਰ MK ਸਟਾਲਿਨ, ਇੱਥੋਂ ਦੇ ਗਵਰਨਰ ਆ RN ਰਵੀ। ਤਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕ, ਚਲੋ ਨੈਸ਼ਨਲ ਪਾਰਕ ਆਪਾਂ ਨਹੀਂ ਦੱਸਦੇ ਕਿਉਂਕਿ ਤੁਹਾਨੂੰ ਪਤਾ ਹੈ ਨੈਸ਼ਨਲ ਪਾਰਕ ਆਪਾਂ ਡੇ ਬਾਈ ਡੇ ਆ, ਜਦੋਂ ਵੀ ਡੇ ਬਾਈ ਡੇ ਕਰੰਟ ਅਫੇਅਰ ਕਰਦੇ ਹਾਂ ਉਹਦੇ ਵਿੱਚ ਦੱਸਦੇ ਹਾਂ। ਤੇ ਹੁਣ ਆਪਾਂ ਟਾਈਮ ਨਹੀਂ ਆਪਣਾ ਖਰਾਬ ਕਰਨਾ, ਆਪਾਂ ਕਰੰਟ ਅਫੇਅਰ ਦੀ ਹੀ ਗੱਲ ਕਰਾਂਗੇ। ਕਰੰਟ ਤੁਹਾਨੂੰ ਚੀਫ ਮਿਨਿਸਟਰ ਪਤਾ ਹੋਣਾ ਚਾਹੀਦਾ, ਕੈਪੀਟਲ ਪਤਾ ਹੋਣਾ ਚਾਹੀਦਾ, ਗਵਰਨਰ ਪਤਾ ਹੋਣਾ ਚਾਹੀਦਾ ਤੇ ਇੱਕ ਇੰਪੋਰਟੈਂਟ ਕਰੰਟ ਅਫੇਅਰ ਉਸ ਰਾਜ ਦੀ ਕਿਹੜੀ ਆ ਉਹ ਪਤਾ ਹੋਣੀਆਂ ਚਾਹੀਦੀਆਂ। ਅਸ਼ੋਕ ਲੈਲੈਂਡ ਨੇ ਤਮਿਲਨਾਡੂ ਵਿੱਚ ਸਾਰੀਆਂ ਔਰਤਾਂ ਉਤਪਾਦਨ ਲਾਈਨ ਸ਼ੁਰੂ ਕੀਤੀ ਹੈ। ਭਾਰਤ ਦਾ ਪਹਿਲਾ ਹਾਈਬ੍ਰਿਡ ਰਾਕੇਟ ਚੈਂਗਲਪੱਟੂ ਤਮਿਲਨਾਡੂ ਦੇ ਚੈਂਗਲਪੱਟੂ ਵਿਖੇ ਲਾਂਚ ਹੋਇਆ। ਤਮਿਲਨਾਡੂ ਦੇ ਮੁੱਖ ਮੰਤਰੀ ਨੇ ਤੁਮਈ ਕਲਮ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ। RTI ਜਵਾਬਦੇਹੀ ਵਿੱਚ ਤਮਿਲਨਾਡੂ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਰਾਜ ਬਣਿਆ।
ਨੈਕਸਟ ਹੈ, ਹਾਲ ਹੀ ਵਿੱਚ ਕਿਹੜੀ ਰਾਜ ਸਰਕਾਰ ਨੇ UPSC ਦੀ ਮੁਫਤ ਤਿਆਰੀ ਕਰਵਾਉਣ ਵਾਲੇ 10 ਟ੍ਰੇਨਿੰਗ ਸੈਂਟਰ ਖੋਲ੍ਹੇ ਜਾਣ ਦੀ ਘੋਸ਼ਣਾ ਕੀਤੀ ਹੈ? ਹਾਂਜੀ, ਰੀਸੈਂਟਲੀ ਪੰਜਾਬ ਦੀ ਗੌਰਮੈਂਟ ਨੇ UPSC ਦੀ ਤਿਆਰੀ ਕਰਵਾਉਣ ਲਈ 10 ਟ੍ਰੇਨਿੰਗ ਸੈਂਟਰ ਖੋਲ੍ਹਣ ਦੀ ਘੋਸ਼ਣਾ ਕੀਤੀ। ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ ਪੰਜਾਬ। ਠੀਕ ਹੈ ਜੀ, ਪੰਜਾਬ ਵੀ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ। ਪੰਜਾਬ ਦੀ ਕੈਪੀਟਲ ਹੈ ਚੰਡੀਗੜ੍ਹ, ਇੱਥੋਂ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਤੇ ਇੱਥੋਂ ਦੇ ਗਵਰਨਰ ਆ ਬਨਵਾਰੀ ਲਾਲ ਪੁਰੋਹਿਤ। ਪੰਜਾਬ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਰਾਖੀ ਗੁਪਤਾ ਭੰਡਾਰੀ ਨੇ ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰੇਤ ਦਾ ਅਹੁਦਾ ਸੰਭਾਲਿਆ। ਪੰਜਾਬ ਸਰਕਾਰ ਨੇ ਗੀਤਾਂ ਦੇ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਤੇ ਪਾਬੰਦੀ ਲਗਾਈ। ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ। ਏਸ਼ੀਆ ਦੇ ਵਿੱਚ ਸਭ ਤੋਂ ਵੱਡੇ ਕੰਪਰੈਸਡ ਬਾਇਓਗੈਸ ਪਲਾਂਟ ਦਾ ਉਦਘਾਟਨ ਹੋਇਆ। ਪੰਜਾਬ 4 ਬਾਗਵਾਨੀ ਸਟੇਟ ਸਥਾਪਿਤ ਕਰੇਗਾ। ਪੰਜਾਬ ਸਰਕਾਰ ਨੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਲਈ ਮਹੀਨਾਵਾਰ ਵਜ਼ੀਫੇ ਦਾ ਐਲਾਨ ਕੀਤਾ। ਪੰਜਾਬ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲਾਗੂ ਕੀਤੀ ਗਈ। ਨੈਕਸਟ ਹੈ, ਫਰਾਂਸ ਨੇ ਹਾਲ ਹੀ ਵਿੱਚ ਵੈਸਟਿਲ ਡੇ ਪਰੇਡ ਲਈ ਕਿਸ ਨੂੰ ਸੱਦਾ ਦਿੱਤਾ? ਹਾਂਜੀ, ਬਹੁਤ ਇੰਪੋਰਟੈਂਟ ਹੈ ਇਹ। ਫਰਾਂਸ ਨੇ ਰੀਸੈਂਟਲੀ ਬੈਸਟਿਲ ਡੇ ਪਰੇਡ ਦੇ ਲਈ ਕਿਹਨਾਂ ਨੂੰ ਸੱਦਾ ਦਿੱਤਾ? ਤਾਂ ਇਹ ਸੱਦਾ ਦਿੱਤਾ ਗਿਆ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਫਰਾਂਸ ਦੇ ਰਾਸ਼ਟਰਪਤੀ ਆ ਇਮੈਨੂਅਲ ਮੈਕਰੋਨ। ਇਹਨਾਂ ਨੇ ਫਰਾਂਸ ਵਿੱਚ ਹੋਣ ਵਾਲੀ ਵੈਸਟਿਲ ਡੇ ਪਰੇਡ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੱਦਾ ਦਿੱਤਾ ਵਾ। ਤੇ ਕਦੋਂ ਹੋਣੀ ਆ ਇਹ ਪਰੇਡ? 14 ਜੁਲਾਈ ਨੂੰ ਹੋਣੀ ਹੈ, ਇਸ ਕਰਕੇ ਤੁਹਾਡੇ ਲਈ ਇੰਪੋਰਟੈਂਟ ਆ। ਠੀਕ ਹੈ, 14 ਜੁਲਾਈ ਨੂੰ ਹੋਵੇਗੀ। ਤੇ ਵੈਸਟਿਲ ਡੇ ਪਰੇਡ ਇਹ ਫਰਾਂਸੀਸੀ ਦੇਸ਼ ਦੀ ਇੱਕ ਮਹੱਤਵਪੂਰਨ ਘਟਨਾ ਦੇ ਨਾਲ ਰਿਲੇਟਿਡ ਆ। ਠੀਕ ਹੈ ਜੀ, ਨੈਕਸਟ ਹੈ, ਹਾਲ ਹੀ ਵਿੱਚ ਕਿਸ ਦੇਸ਼ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਤੋਂ ਬਿਨਾਂ ਬੈਲਟ ਪੇਪਰ ਦੀ ਵਰਤੋਂ ਕਰਕੇ ਆਮ ਚੋਣਾਂ ਕਰਵਾਈਆਂ ਜਾਣਗੀਆਂ? ਹਾਂਜੀ, ਰੀਸੈਂਟਲੀ ਬੰਗਲਾਦੇਸ਼ ਦੇ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਤੋਂ ਬਿਨਾਂ ਬੈਲਟ ਪੇਪਰ ਦੀ ਵਰਤੋਂ ਕਰਕੇ ਆਮ ਚੋਣਾਂ ਕਰਵਾਈਆਂ ਜਾਣਗੀਆਂ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਬੰਗਲਾਦੇਸ਼ ਦੇ ਵਿੱਚ ਕਰਵਾਈਆਂ ਜਾਣਗੀਆਂ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼ ਦੀ ਕੈਪੀਟਲ ਕੀ ਹੈ? ਢਾਕਾ। ਇੱਥੋਂ ਦੀ ਕਰੰਸੀ ਕੀ ਆ? ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਦੀ ਆ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ। ਬੰਗਲਾਦੇਸ਼ ਦੀ ਹੱਦ ਆ ਜਿਹੜੀ ਇੰਡੀਆ ਦੇ ਨਾਲ ਲੱਗਦੀ ਆ, ਸਭ ਤੋਂ ਵੱਧ ਲੱਗਦੀ ਆ, ਇਸ ਕਰਕੇ ਭਾਰਤ ਦਾ ਗੁਆਂਢੀ ਦੇਸ਼ ਵੀ ਆ। ਤੁਹਾਨੂੰ ਪਤਾ ਹੋਣਾ ਚਾਹੀਦਾ, ਜੇ ਹੱਦ ਲੱਗਦੀ ਹੈ ਤਾਂ ਗੁਆਂਢੀ ਦੇਸ਼ ਤਾਂ ਹੋਵੇਗਾ ਹੀ ਨਾ। ਤਾਂ ਬੰਗਲਾਦੇਸ਼ ਦੀ ਕੈਪੀਟਲ ਆ ਜੀ ਢਾਕਾ। ਇੱਥੋਂ ਦੀ ਕਰੰਸੀ ਹੈ ਟਕਾ। ਇੱਥੋਂ ਦੇ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਤੇ ਪ੍ਰੈਜ਼ੀਡੈਂਟ ਮੁਹੰਮਦ ਸ਼ਹਾਬੂਦੀਨ ਬਣੇ ਆ। ਬਹੁਤ ਇੰਪੋਰਟੈਂਟ ਆ, ਤੁਹਾਨੂੰ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੇ ਪ੍ਰਾਈਮ ਮਿਨਿਸਟਰ ਅਤੇ ਪ੍ਰੈਜ਼ੀਡੈਂਟ ਪਤਾ ਹੋਣਾ। ਬੰਗਲਾਦੇਸ਼ ਨੇ ਆਪਣਾ ਪਹਿਲਾ ਪਣਡੁੱਬੀ ਬੇਸ ਸ਼ੁਰੂ ਕੀਤਾ। ਮੁਹੰਮਦ ਸ਼ਹਾਬੂਦੀਨ ਬੰਗਲਾਦੇਸ਼ ਦੇ 22ਵੇਂ ਰਾਸ਼ਟਰਪਤੀ ਬਣੇ। ਗਲੋਬਲ ਯੂਥ ਕਲਾਈਮੇਟ ਸਮਿਟ ਬੰਗਲਾਦੇਸ਼ ਦੇ ਵਿੱਚ ਸ਼ੁਰੂ ਹੋਇਆ। ਬੰਗਲਾਦੇਸ਼ ਦੇ ਕ੍ਰਿਕਟਰ ਰੂਬਲ ਹੁਸੈਨ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਤਮੀਮ ਇਕਬਾਲ ਵਨਡੇ ਵਿੱਚ 8000 ਦੌੜਾਂ ਬਣਾਉਣ ਵਾਲਾ ਪਹਿਲਾ ਬੰਗਲਾਦੇਸ਼ੀ ਬੱਲੇਬਾਜ਼ ਬਣਿਆ। ਵਜ਼ੀਫਾ ਨਜ਼ਰੀਨ K2 ਸਕੇਲ ਕਰਨ ਵਾਲੀ ਬੰਗਲਾਦੇਸ਼ ਦੀ ਪਹਿਲੀ ਔਰਤ ਬਣੀ। ਨੈਕਸਟ ਹੈ, ਹਾਲ ਹੀ ਵਿੱਚ ਵਿਸ਼ਵ ਬੈਂਕ ਨੇ ਵਿੱਤੀ ਸਾਲ 2023-24 ਵਿੱਚ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਕਿੰਨੇ ਪ੍ਰਤੀਸ਼ਤ ਲਗਾਇਆ? ਹਾਂਜੀ, ਰੀਸੈਂਟਲੀ ਵਿਸ਼ਵ ਬੈਂਕ ਨੇ ਵਿੱਤੀ ਸਾਲ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਕਿੰਨੇ % ਲਗਾਇਆ? 6.3%। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਕਿਹੜਾ ਦੇਸ਼ ਹਾਲ ਹੀ ਵਿੱਚ ਅਨੁਮਾਨਿਤ TV ਕੇਸਾਂ ਲਈ ਆਪਣਾ ਮਾਡਲ ਵਿਕਸਿਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ? ਹਾਂਜੀ, ਰੀਸੈਂਟਲੀ ਕਿਹੜਾ ਦੇਸ਼ ਆ ਜਿਹਨੇ TV ਕੇਸਾਂ ਲਈ ਆਪਣਾ ਮਾਡਲ ਵਿਕਸਿਤ ਕੀਤਾ ਤੇ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਉੱਭਰਿਆ? ਤਾਂ ਇਹ ਹੈਗਾ ਜੀ ਆਪਣਾ ਦੇਸ਼ ਭਾਰਤ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਭਾਰਤ ਦੀ ਗੱਲ ਕੀਤੀ ਆ ਤਾਂ ਭਾਰਤ ਦੀ ਕੈਪੀਟਲ ਕੀ ਆ? ਭਾਰਤ ਦੀ ਕੈਪੀਟਲ ਆ ਜੀ ਨਵੀਂ ਦਿੱਲੀ। ਭਾਰਤ ਦੀ ਕਰੰਸੀ ਆ ਇੰਡੀਅਨ ਰੁਪਏ ਆ। ਤੇ ਭਾਰਤ ਦੇ ਪ੍ਰੈਜ਼ੀਡੈਂਟ ਆ ਦ੍ਰੌਪਦੀ ਮੁਰਮੂ। ਪ੍ਰਾਈਮ ਮਿਨਿਸਟਰ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਠੀਕ ਹੈ, DGCA ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਵੱਧ ਮਹਿਲਾ ਪਾਇਲਟ ਆ। ਐਰਿਕ ਗਾਰਸੈਟੀ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਚੁਣਿਆ ਗਿਆ। ਅਭਿਆਸ ਦਾ ਤੀਜਾ ਐਡੀਸ਼ਨ ਲਾ ਪੈਰੋਸ ਭਾਰਤ ਦੁਆਰਾ ਆਯੋਜਿਤ ਕੀਤਾ ਗਿਆ। ਭਾਰਤ ਨੇ ਦੁਨੀਆ ਦਾ ਪਹਿਲਾ ਬਾਂਸ ਵੀਰੀਅਰ ਲਗਾਇਆ। ਨੈਕਸਟ ਹੈ, ਹਾਲ ਹੀ ਵਿੱਚ ਲੂਨਾਚਾਰੀ ਪਹਿਨ ਕੇ ਅਫਰੀਕਾ ਵਿੱਚ ਮਾਊਂਟ ਕਿਲੀਮੰਜਾਰੋ ਨੂੰ ਕਿਸ ਨੇ ਜਿੱਤਿਆ? ਹਾਂਜੀ, ਲੂਨਾਚਾਰੀ ਪਹਿਨ ਕੇ। ਲੂਨਾਚਾਰੀ ਇੱਕ ਡਰੈਸ ਆ ਜਿਹਦੇ ਵਿੱਚ ਫਰਾਕ ਟਾਈਪ, ਜਿਵੇਂ ਆਪਾਂ ਕਹਿ ਦਿੰਦੇ ਜਿਵੇਂ ਦੇ ਰਾਜਸਥਾਨੀ ਔਰਤਾਂ ਦੇ ਪਾਈ ਹੁੰਦੀ ਆ, ਉਸ ਤਰ੍ਹਾਂ ਦੀ ਡਰੈਸ ਪਹਿਨ ਕੇ ਅੰਜਲੀ ਸ਼ਰਮਾ ਨੇ ਮਾਊਂਟ ਕਿਲੀਮੰਜਾਰੋ ਨੂੰ ਜਿੱਤਿਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਤੇ ਜਿਹੜੀ ਡਰੈਸ ਆ ਇਹਨੂੰ ਲੂਆਂਚਾਰੀ ਵੀ ਬੋਲ ਦਿੰਦੇ ਆ, ਲੂਚਾਰੀ ਵੀ ਬੋਲ ਦਿੰਦੇ ਆ। ਨੈਕਸਟ ਹੈ, ਹਾਲ ਹੀ ਵਿੱਚ ਕਿਸ ਰਾਜ ਦੀ ਵਿਸ਼ਵ ਪ੍ਰਸਿੱਧ
ਬਸੋਹਲੀ ਪੇਂਟਿੰਗ ਨੂੰ GI ਟੈਗ ਮਿਲਿਆ। ਹਾਂਜੀ, ਵਿਸ਼ਵ ਪ੍ਰਸਿੱਧ ਬਸੋਹਲੀ ਪੇਂਟਿੰਗ ਇਹ ਹੈਗੀ ਆ, ਕਿਹਦੀ ਪੇਂਟਿੰਗ ਆ ਇਹ, ਕਿਹੜੇ ਰਾਜ ਦੀ ਪ੍ਰਸਿੱਧ ਪੇਂਟਿੰਗ ਆ, ਜੰਮੂ ਕਸ਼ਮੀਰ ਦੀ। ਆਪਸ਼ਨ ਸੀ, ਇਹ ਕਠੂਆ ਜ਼ਿਲ੍ਹੇ ਦੀ ਪ੍ਰਸਿੱਧ ਪੇਂਟਿੰਗ ਆ ਤੇ ਇਸ ਨੂੰ GI ਟੈਗ ਮਿਲਿਆ। ਹੁਣ ਇਹ ਜੰਮੂ ਕਸ਼ਮੀਰ ਦੀ ਆ। ਜੰਮੂ ਕਸ਼ਮੀਰ ਦੀ ਕੈਪੀਟਲ ਕੀ ਹੈ? ਸ਼੍ਰੀਨਗਰ। ਇੱਥੋਂ ਦੇ ਲਿਊਟੀਨੇਂਟ ਗਵਰਨਰ ਆ ਮਨੋਜ ਸਿਨਹਾ। ਸ਼੍ਰੀਨਗਰ ਦੇ ਵਿੱਚ ਐਰੀਟਰ ਕਮ ਡਾਂਸਿੰਗ ਫਾਊਂਟੇਨ ਦਾ ਉਦਘਾਟਨ ਕੀਤਾ ਹੈਗਾ। ਜੰਮੂ ਕਸ਼ਮੀਰ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਖੋਲ੍ਹਿਆ ਗਿਆ। ਜੰਮੂ ਕਸ਼ਮੀਰ ਦੇ ਡੋਡਾ ਵਿਖੇ ਸਭ ਤੋਂ ਉੱਚਾ ਪ੍ਰਤੀਕ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਏਸ਼ੀਆ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਸਾਈਕਲ ਦੌੜ ਸ਼੍ਰੀਨਗਰ ਦੇ ਵਿੱਚ ਸ਼ੁਰੂ ਹੋਈ। ਸੈਰ ਸਪਾਟਾ ਮੰਤਰਾਲੇ ਨੇ ਜੰਮੂ ਵਿੱਚ ਪਹਿਲੀ ਬਰਫ਼ ਮੈਰਾਥਨ ਦਾ ਆਯੋਜਨ ਕੀਤਾ। ਜੰਮੂ ਅਤੇ ਕਸ਼ਮੀਰ ਨੂੰ ਬੈਸਟ ਐਡਵੈਂਚਰ ਟੂਰਿਜ਼ਮ ਡੈਸਟੀਨੇਸ਼ਨ ਅਵਾਰਡ ਮਿਲਿਆ। ਨੈਕਸਟ ਹੈ, ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਪਹਿਲਾ ਰੱਖਿਆ ਸਹਿਯੋਗ ਸਮਝੌਤਾ ਕੀਤਾ? ਹਾਂਜੀ, ਭਾਰਤ ਅਤੇ ਰੋਮਾਨੀਆ ਦੇਸ਼ ਨੇ ਪਹਿਲਾ ਰੱਖਿਆ ਸਹਿਯੋਗ ਸਮਝੌਤਾ ਕੀਤਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹਾਂਜੀ, ਰੋਮਾਨੀਆ ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ, ਠੀਕ ਹੈ। ਤੇ ਰੋਮਾਨੀਆ ਦੀ ਕੈਪੀਟਲ ਕੀ ਆ? ਬੁਚਰੈਸਟ। ਇੱਥੋਂ ਦੀ ਕਰੰਸੀ ਆ ਰੋਮਾਨੀਅਨ ਲਿਊ ਤੇ ਇੱਥੋਂ ਦੇ ਪ੍ਰੈਜ਼ੀਡੈਂਟ ਕੌਣ ਨੇ? ਕਲਾਉਸ ਲੋਹਾਨਿਸ। ਨੈਕਸਟ ਹੈ ਜੀ, ਹਾਲ ਹੀ ਵਿੱਚ ਕਿਸ ਦੇਸ਼ ਦੇ ਸੰਗੀਤਕਾਰ ਅਤੇ ਪੌਪ ਪਾਇਨੀਅਰ ਰਿਊਚੀ ਐਮ ਸਾਕਾਮੋਟੋ ਦਾ ਦੇਹਾਂਤ ਹੋਇਆ? ਹਾਂਜੀ, ਰਿਊਚੀ ਐਮ ਸਾਕਾਮੋਟੋ ਪੌਪ ਪਾਇਨੀਅਰ, ਇਹ ਸੰਗੀਤਕਾਰ ਵੀ ਸੀ ਤੇ ਇਹਨਾਂ ਦਾ ਦੇਹਾਂਤ ਹੋਇਆ ਵਾ ਕਿਹੜੇ ਦੇਸ਼ ਦੇ ਆ? ਜਾਪਾਨ ਦੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਇਹ ਜਾਪਾਨ ਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ। ਜਾਪਾਨ ਦੀ ਕੈਪੀਟਲ ਕੀ ਆ? ਟੋਕੀਓ। ਇੱਥੋਂ ਦੀ ਕਰੰਸੀ ਕੀ ਆ? ਜੇਨ। ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ? ਫੋਮੀਓ ਕਿਸੀਦਾ। ਭਾਰਤ ਅਤੇ ਜਾਪਾਨ ਵਿਚਕਾਰ ਸੰਯੁਕਤ ਸਿਖਲਾਈ ਅਭਿਆਸ ਧਰਮ ਗਾਰਡੀਅਨ ਹੋਇਆ। ਭਾਰਤ ਨੇ ਜਾਪਾਨ ਨੂੰ ਪਛਾੜ ਕੇ ਵਿਸ਼ਵ ਪੱਧਰ ਤੇ ਤੀਜਾ ਸਭ ਤੋਂ ਵੱਡਾ ਆਟੋ ਬਾਜ਼ਾਰ ਬਣਿਆ। ਭਾਰਤ ਅਤੇ ਜਾਪਾਨ ਵਿਚਕਾਰ ਸੰਯੁਕਤ ਅਭਿਆਸ ਬੀਰ ਗਾਰਡੀਅਨ 2023 ਆ ਜਿਹੜਾ ਇਹ ਸਮਾਪਤ ਹੋਇਆ। ਨੈਕਸਟ ਹੈ, ਕਿਸ ਨੇ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਖੇਤਰ ਵਿੱਚ ਵਪਾਰ 20 ਕਾਨਫਰੰਸਾਂ ਦਾ ਆਯੋਜਨ ਕੀਤਾ? ਹਾਂਜੀ, ਉੱਤਰ ਪੂਰਬ ਖੇਤਰ ਦੇ ਵਿੱਚ ਵਪਾਰ 20 ਕਾਨਫਰੰਸ ਦਾ ਆਯੋਜਨ ਕੀਤਾ ਵਾ ਨਾਗਾਲੈਂਡ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨਾਗਾਲੈਂਡ ਨੇ ਕੀਤਾ ਵਾ ਇਹ, ਠੀਕ ਹੈ ਜੀ। ਨੈਕਸਟ ਹੈ, ਹੁਣ ਆਪਾਂ ਨਾਗਾਲੈਂਡ ਦੀ ਗੱਲ ਕੀਤੀ ਆ ਤਾਂ ਨਾਗਾਲੈਂਡ ਦੀ ਕੈਪੀਟਲ ਵੀ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ ਵਾ। ਹਾਂਜੀ, ਨਾਗਾਲੈਂਡ ਦੀ ਕੈਪੀਟਲ ਆ, ਜਲਦੀ ਨਾਲ ਲਿਖੋ ਜੀ। ਤੇ ਬਹੁਤ ਸਾਰੇ ਸਟੂਡੈਂਟਸ ਕਮੈਂਟ ਵੀ ਕਰਦੇ ਨੇ ਕਿ ਅਸੀਂ 3 ਸੈਕਿੰਡ ਦੇ ਵਿੱਚ ਨਹੀਂ ਲਿਖ ਸਕਦੇ, ਤਾਂ ਵੀਡੀਓ ਨੂੰ ਰੋਕ ਕੇ ਲਿਖ ਸਕਦੇ ਹੋ ਤੁਸੀਂ। ਨਾਗਾਲੈਂਡ ਦੀ ਕੈਪੀਟਲ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਜੇਕਰ ਤੁਹਾਨੂੰ ਇੱਥੇ ਤੱਕ ਵੀਡੀਓ ਚੰਗੀ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਜ਼ਰੂਰ ਕਰੋ ਲਾਈਕ, ਸ਼ੇਅਰ ਕਰੋ। ਹਾਂਜੀ, ਨਾਗਾਲੈਂਡ ਦੀ ਕੈਪੀਟਲ ਆ ਕੋਹਿਮਾ। ਇੱਥੋਂ ਦੇ ਚੀਫ ਮਿਨਿਸਟਰ ਆ ਨੈਫਰੀਓ। ਇੱਥੋਂ ਦੇ ਗਵਰਨਰ ਆ ਐਲ ਗਣੇਸ਼ਨ। ਨਾਗਾਲੈਂਡ ਦੇ ਵਿੱਚ ਇੰਟਾਕੀ ਨੈਸ਼ਨਲ ਪਾਰਕ ਆ। ਸਲਾਊਟ ਓਨਾਓ ਨਾਗਾਲੈਂਡ ਦੀ ਕੈਬਨਿਟ ਦੀ ਮੁਖੀ ਬਣਨ ਵਾਲੀ ਪਹਿਲੀ ਔਰਤ ਬਣੀ ਆ। ਐਲ ਗਣੇਸ਼ਨ ਨੇ ਨਾਗਾਲੈਂਡ ਦੇ 21ਵੇਂ ਰਾਜਪਾਲ ਵਜੋਂ ਸਹੁੰ ਚੁੱਕੀ ਆ। ਨਾਗਾਲੈਂਡ ਵਿੱਚ ਸਾਲਾਨਾ ਆਰੇਂਜ ਫੈਸਟੀਵਲ 2023 ਮਨਾਇਆ ਗਿਆ। ਨਾਗਾਲੈਂਡ 23ਵੇਂ ਹੌਰਨਬਿਲ ਫੈਸਟੀਵਲ ਦੀ ਮੇਜ਼ਬਾਨੀ ਕਰੇਗਾ। ਨਾਗਾਲੈਂਡ ਨੇਵਾ ਪ੍ਰੋਗਰਾਮ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ। ਕੇਂਦਰੀ ਖੇਤੀਬਾੜੀ ਮੰਤਰੀ ਨੇ ਨਾਗਾਲੈਂਡ ਵਿੱਚ ਸ਼ਹੀਦ ਟੈਸਟਿੰਗ ਲੈਬ ਦਾ ਉਦਘਾਟਨ ਕੀਤਾ। ਨੈਕਸਟ ਹੈ ਜੀ, ਹਾਲ ਹੀ ਵਿੱਚ ਫਿਕੀ ਮਹਿਲਾ ਸੰਗਠਨ ਦੀ 40ਵੀਂ ਪ੍ਰਧਾਨ ਕੌਣ ਬਣੀ? ਹਾਂਜੀ, ਫਿਕੀ ਮਹਿਲਾ ਸੰਗਠਨ ਦੀ 40ਵੀਂ ਪ੍ਰਧਾਨ ਬਣੀ ਆ ਸੁਧਾ ਸ਼ਿਵਕੁਮਾਰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਠੀਕ ਹੈ, ਸੁਧਾ ਸ਼ਿਵਕੁਮਾਰ ਬਣੀ ਆ। ਨੈਕਸਟ ਹੈ ਜੀ, ਹੁਣ ਆਪਾਂ ਇੱਕ ਅਪੁਆਇੰਟਮੈਂਟ ਦੀ ਗੱਲ ਕੀਤੀ ਹੈ ਤੇ ਇੱਕ ਅਪੁਆਇੰਟਮੈਂਟ ਦਾ MCQ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ। ਟਾਟਾ ਪਾਵਰ ਨੇ ਪ੍ਰਵੀਨ ਸਿਨਹਾ ਨੂੰ MD ਅਤੇ CEO ਚੁਣਿਆ। ਨਿਰੰਜਨ ਗੁਪਤਾ ਨੂੰ ਹੀਰੋ ਮੋਟੋਕੌਰਪ ਦਾ CEO ਚੁਣਿਆ ਗਿਆ। ਪ੍ਰਣਵ ਹਰੀਦਾਸਨ ਨੂੰ ਐਕਸੈਸ ਸਿਕਿਉਰਿਟੀਜ਼ ਦਾ ਨਵਾਂ MD ਅਤੇ CEO ਚੁਣਿਆ ਗਿਆ। NDTV ਨੇ UK ਸਿਨਹਾ ਨੂੰ ਗੈਰ ਕਾਰਜਕਾਰੀ ਚੇਅਰਮੈਨ ਚੁਣਿਆ। ਲਲਿਤ ਕੁਮਾਰ ਗੁਪਤਾ ਨੂੰ ਭਾਰਤੀ ਕਪਾਹ ਨਿਗਮ ਦੇ CMD ਚੁਣਿਆ ਗਿਆ। ਨੈਕਸਟ ਹੈ, ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਗਰਮੀ ਨੂੰ ਹਰਾਉਣ ਲਈ ਕੂਲ ਰੂਫ ਨੀਤੀ ਸ਼ੁਰੂ ਕੀਤੀ? ਹਾਂਜੀ, ਗਰਮੀ ਨੂੰ ਹਰਾਉਣ ਦੇ ਲਈ ਤੇਲੰਗਾਨਾ ਦੀ ਗੌਰਮੈਂਟ ਨੇ ਕੂਲ ਰੂਫ ਨੀਤੀ ਸ਼ੁਰੂ ਕੀਤੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਤੇਲੰਗਾਨਾ ਨੇ ਹੈਦਰਾ ਦੇ ਆਸ-ਪਾਸ ਇਹ ਜਿਹੜੀ ਨੀਤੀ ਆ ਸ਼ੁਰੂ ਕੀਤੀ ਆ। ਜਿਵੇਂ ਹੈਦਰਾ ਦੇ ਆਸ-ਪਾਸ ਜਿੰਨੇ ਵੀ ਘਰ ਪੈ ਜਾਂਦੇ ਆ ਹੈਦਰਾਬਾਦ ਦੇ, ਜਿਵੇਂ ਘਰਾਂ ਦੀਆਂ ਛੱਤਾਂ, ਇਹਨਾਂ 'ਤੇ ਪੈਣ ਵਾਲੀਆਂ ਸਨਲਾਈਟ ਨੂੰ ਰਿਫਲੈਕਟ ਕਰਨ ਵਾਲੇ
ਮਟੀਰੀਅਲ ਨਾਲ ਇਹਨਾਂ ਤੇ ਜਿਹੜੀ ਪੇਂਟਿੰਗ ਆ ਉਹ ਕੀਤੀ ਜਾਵੇਗੀ। ਇਸ ਤਰ੍ਹਾਂ ਦੀਆਂ ਟਾਇਲਸ ਵੀ ਛੱਤਾਂ ਤੇ ਲਾਈਆਂ ਜਾਣਗੀਆਂ ਜਿਸ ਨਾਲ ਸਨਲਾਈਟ ਨੂੰ ਰਿਫਲੈਕਟ ਕੀਤਾ ਜਾ ਸਕੇ। ਠੀਕ ਹੈ ਜੀ। ਤੇ ਤੇਲੰਗਾਨਾ ਦੀ ਗਵਰਨਮੈਂਟ ਕਰੇਗੀ ਕੂਲ ਰੂਫ ਨੀਤੀ। ਤੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਾਨਾ ਦੀ ਕੈਪੀਟਲ ਕੀ ਆ? ਹੈਦਰਾਬਾਦ। ਆਪਾਂ ਉੱਪਰ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਹੈਦਰਾਬਾਦ ਬਾਰੇ। ਠੀਕ ਹੈ। ਇੱਥੋਂ ਦੇ ਚੀਫ ਮਿਨਿਸਟਰ ਆ ਕੇ ਚੰਦਰ ਸ਼ੇਖਰ ਰਾਓ ਤੇ ਇੱਥੋਂ ਦੇ ਗਵਰਨਰ ਆ ਡਾਕਟਰ ਤਮਿਲ ਸਾਹੀ ਸੁੰਦਰਾਜਨ। ਤੇਲੰਗਾਨਾ ਸਰਕਾਰ ਨੇ ਝੀਲ ਵਿਕਾਸ ਪ੍ਰੋਗਰਾਮ ਜਾਰੀ ਕੀਤਾ। ਤੇਲੰਗਾਨਾ ਦੇ ਵਿੱਚ ਸਮੱਤਾ ਕੁੰਭ ਸ਼ੁਰੂ ਹੋਇਆ। ਅੰਜਨੀ ਕੁਮਾਰ ਨੇ ਤੇਲੰਗਾਨਾ ਪੁਲਿਸ ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ। ਨੈਕਸਟ ਹੈ, ਹਾਲ ਹੀ ਵਿੱਚ ਚੀਨ ਨੇ ਭਾਰਤ ਦੇ ਕਿਸ ਰਾਜ ਵਿੱਚ 11 ਸਥਾਨਾਂ ਦੇ ਨਾਮ ਬਦਲੇ ਹਨ? ਹਾਂਜੀ, ਚੀਨ ਨੇ ਤਾਂ ਆਪਣੇ ਕੋਲੋਂ ਬਦਲਤੇ, ਪਰ ਭਾਰਤ ਨੇ ਵੀ ਕਰਾਰਾ ਜਵਾਬ ਦਿੱਤਾ। ਭਾਰਤ ਨੇ ਬਦਲਣ ਨਹੀਂ ਦਿੱਤੇ ਕਿਉਂਕਿ ਚੀਨ ਦੀ ਹੱਦ ਨਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਲੱਗਦੀ ਆ ਤੇ ਚੀਨ ਹਮੇਸ਼ਾ ਵਾਸਤੇ ਇਹ ਸਮਝਦਾ ਕਿ ਉਹਦਾ ਹੱਕ ਆ ਅਰੁਣਾਚਲ ਪ੍ਰਦੇਸ਼ ਤੇ। ਠੀਕ ਹੈ। ਤਾਂ ਇਸ ਕਰਕੇ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ 11 ਸਥਾਨਾਂ ਦੇ ਨਾਮ ਬਦਲਣ ਤੇ ਆਪਦੇ ਨਾਮ ਰੱਖਤੇ ਸੀ, ਜਾਣੀ ਕਿ ਆਪਦੇ ਦੇਸ਼ ਦੇ ਨਾਲ ਰਿਲੇਟਿਡ ਜਿਹੜੇ ਨਾਮ ਉਹਨਾਂ ਨੂੰ ਵਧੀਆ ਲੱਗੇ ਉਹ ਚੁਣ ਕੇ ਆਪਣੇ 11 ਸਥਾਨਾਂ ਦੇ ਨਾਂ ਰੱਖਤੇ, ਪਰ ਭਾਰਤ ਨੇ ਨਹੀਂ ਰੱਖਣ ਦਿੱਤੇ ਸੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ। MCQ ਤੁਹਾਨੂੰ ਕਿਸੇ ਵੀ ਤਰ੍ਹਾਂ ਘੁਮਾਫਰਾ ਆ ਸਕਦਾ। ਹੁਣ ਆਪਾਂ ਅਰੁਣਾਚਲ ਪ੍ਰਦੇਸ਼ ਦੀ ਗੱਲ ਕੀਤੀ ਆ। ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਹੈ ਈਟਾਨਗਰ। ਇੱਥੋਂ ਦੇ ਚੀਫ ਮਿਨਿਸਟਰ ਆ ਪੇਮਾ ਖਾਂਡੂ। ਇੱਥੋਂ ਦੇ ਗਵਰਨਰ ਆ ਜਨਰਲ ਕੈਵਲਿਆ ਤ੍ਰਿਵਿਕਰਮ ਪਰਨਾਇਕ। ਠੀਕ ਹੈ। ਅਰੁਣਾਚਲ ਪ੍ਰਦੇਸ਼ ਦਾ ਇਸ ਵਾਰ 24ਵਾਂ ਰਾਜ ਦਿਵਸ ਮਨਾਇਆ ਗਿਆ। ਕਦੋਂ? 20 ਫਰਵਰੀ ਨੂੰ 2023 ਦੇ ਵਿੱਚ। ਠੀਕ ਹੈ। ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਸਿਓਲ ਬ੍ਰਿਜ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਈਟਾਨਗਰ ਦੇ ਵਿੱਚ ਡੋਨੀ ਪੋਲੋ ਏਅਰਪੋਰਟ ਦਾ ਉਦਘਾਟਨ ਕੀਤਾ। ਅਰੁਣਾਚਲ ਪ੍ਰਦੇਸ਼ ਨੇ ਦੁਨੀਆ ਦੀ ਪਹਿਲੀ ਡਰੋਨ ਵਿਚੋਲੇ ਪਸ਼ੂਆਂ ਦੀ ਟੀਕਾਕਰਨ ਸੇਵਾ ਸ਼ੁਰੂ ਕੀਤੀ। ਅਰੁਣਾਚਲ ਪ੍ਰਦੇਸ਼ 'ਚ ਬਾਲੋਂਗ ਮੇਲਾ ਕਰਵਾਇਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਅਮਰੀਕਾ ਤੋਂ ਹੈਲਫਾਇਰ ਮਿਜ਼ਾਈਲ ਅਤੇ MK54 ਕਿਸ ਦੇਸ਼ ਨੂੰ ਮਿਲੀ? ਹਾਂਜੀ, ਅਮਰੀਕਾ ਤੋਂ MK54 ਅਤੇ ਹੈਲਫਾਇਰ ਮਿਜ਼ਾਈਲ ਆ ਜਿਹੜੀ ਇਹ ਕਿਹੜੇ ਦੇਸ਼ ਨੂੰ ਮਿਲੀ ਆ? ਸਾਡੇ ਦੇਸ਼ ਭਾਰਤ ਨੂੰ ਮਿਲੀ ਆ। ਆਪਸ਼ਨ A ਇਸ ਦਾ ਰਾਈਟ ਆਨਸਰ ਹੈ। ਠੀਕ ਹੈ। ਹਾਂਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਭਾਰਤ ਨਾਲ ਰਿਲੇਟਿਡ। ਮੈਂ ਤੁਹਾਨੂੰ ਸਾਰੇ ਫੈਕਟ ਪਹਿਲਾਂ ਦੱਸ ਚੁੱਕੀ ਹਾਂ। ਠੀਕ ਹੈ। ਜਿਹੜੇ ਸਟੂਡੈਂਟਸ ਪੜ੍ਹਨਾ ਚਾਹੁੰਦੇ ਨੇ ਉਹ ਰੀਡ ਕਰ ਸਕਦੇ ਨੇ ਵੀਡੀਓ ਨੂੰ ਰੋਕ ਕੇ। ਨੈਕਸਟ ਹੈ, ਹਾਲ ਹੀ ਵਿੱਚ ਕਿਹੜੇ ਦੇਸ਼ ਨੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਗੋਲਡਨ ਲਾਇਸੈਂਸ ਲਾਂਚ ਕੀਤਾ? ਹਾਂਜੀ, ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਗੋਲਡਨ ਲਾਇਸੈਂਸ ਲਾਂਚ ਕੀਤਾ ਬਹਿਰੀਨ ਨੇ। ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਕਿ ਬਹਿਰੀਨ ਨੇ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਲਈ ਗੋਲਡਨ ਲਾਇਸੈਂਸ ਲਾਂਚ ਕੀਤਾ। ਠੀਕ ਹੈ ਜੀ। ਨੈਕਸਟ MCQ ਅਸੀਂ ਕਰਦੇ ਹਾਂ, ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਸਿੱਖਿਆ ਸੇਵਾ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ? ਹਾਂਜੀ, ਸਿੱਖਿਆ ਸੇਵਾ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ ਆ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ। ਆਪਸ਼ਨ C ਇਜ਼ ਦਾ ਰਾਈਟ ਆਨਸਰ ਉੱਤਰ ਪ੍ਰਦੇਸ਼ ਹੈ। ਠੀਕ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ, ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕੀਤੀ ਹੈ। ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਜਿੰਨੀਆਂ ਵੀ ਟੀਚਰਸ ਦੀਆਂ ਭਰਤੀਆਂ ਹੋਣਗੀਆਂ, ਠੀਕ ਹੈ, ਉਹ ਸਾਰੀਆਂ ਸਿੱਖਿਆ ਸੇਵਾ ਚੋਣ ਆਯੋਗ ਕਰੇਗਾ। ਸਿੱਖਿਆ ਸੇਵਾ ਚੋਣ ਆਯੋਗ ਇਹ ਕਰੇਗਾ ਟੀਚਰ ਦੀਆਂ ਭਰਤੀਆਂ। ਠੀਕ ਹੈ। ਹੁਣ ਇਹ ਉੱਤਰ ਪ੍ਰਦੇਸ਼ ਨੇ ਸ਼ੁਰੂ ਕੀਤੀ ਆ। ਤਾਂ ਦੇ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਆ? ਲਖਨਊ। ਇੱਥੋਂ ਦੇ ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ। ਇੱਥੋਂ ਦੇ ਗਵਰਨਰ ਆ ਆਨੰਦੀਬੇਨ ਪਟੇਲ। ਉੱਤਰ ਪ੍ਰਦੇਸ਼ ਦੇ ਵਿੱਚ ਵਾਰਾਣਸੀ ਆ ਤੇ ਵਾਰਾਣਸੀ ਨੂੰ SCO ਦੀ ਪਹਿਲੀ ਸੈਰ ਸਪਾਟਾ ਤੇ ਸੱਭਿਆਚਾਰਕ ਰਾਜਧਾਨੀ ਐਲਾਨਿਆ ਗਿਆ। ਵੈਰੀ ਇੰਪੋਰਟੈਂਟ। ਉੱਤਰ ਪ੍ਰਦੇਸ਼ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਤੇ ਰੋਡ ਟੈਕਸ ਅਤੇ ਰਜਿਸਟ੍ਰੇਸ਼ਨ ਫੀਸ ਮਾਫ ਕਰਨ ਦਾ ਐਲਾਨ ਕੀਤਾ। ਉੱਤਰ ਪ੍ਰਦੇਸ਼ ਸਰਕਾਰ ਨੇ ਫੈਮਿਲੀ ID ਪੋਰਟਲ ਲਾਂਚ ਕੀਤਾ ਤੇ ਉੱਤਰ ਪ੍ਰਦੇਸ਼ ਦਾ ਸਥਾਪਨਾ ਦਿਵਸ 24 ਜਨਵਰੀ ਨੂੰ ਮਨਾਇਆ ਗਿਆ। ਨੈਕਸਟ ਹੈ, ਕਿਹੜਾ IIT ਹਾਲ ਹੀ ਵਿੱਚ ਯੂਥ 20 ਕਾਉਂਸਲਿੰਗ ਦੀ ਮੇਜ਼ਬਾਨੀ ਕਰੇਗਾ? ਹਾਂਜੀ, ਯੂਥ 20 ਕਾਉਂਸਲਿੰਗ ਦੀ ਮੇਜ਼ਬਾਨੀ ਕਰੇਗਾ IIT ਕਾਨਪੁਰ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਹੁਣ IIT ਦੀ ਗੱਲ ਆ ਤਾਂ IIT ਨਾਲ ਰਿਲੇਟਿਡ ਆਪਾਂ ਅੱਗੇ ਜਾ ਕੇ ਫੈਕਟ ਕਰਾਂਗੇ। ਨੈਕਸਟ ਹੈ, ਕਿਸ ਦੇਸ਼ ਨੇ ਹਾਲ ਹੀ ਵਿੱਚ ਇੱਕ ਨਵਾਂ OFAC 13 ਜਾਸੂਸੀ ਉਪਗ੍ਰਹਿ ਪੁਲਾੜ ਵਿੱਚ ਲਾਂਚ ਕੀਤਾ? ਹਾਂਜੀ, ਇੱਕ ਨਵਾਂ OFAC 13 ਜਾਸੂਸੀ ਉਪਗ੍ਰਹਿ ਪਲਾਂਟ ਦੇ ਵਿੱਚ ਲਾਂਚ ਕੀਤਾ ਇਜ਼ਰਾਈਲ ਨੇ। ਆਪਸ਼ਨ C ਇਜ਼ ਦਾ ਰਾਈਟ ਆਨਸਰ। ਹੁਣ ਆਪਾਂ ਇਜ਼ਰਾਈਲ ਦੀ ਗੱਲ ਕੀਤੀ ਆ ਤਾਂ ਇਜ਼ਰਾਈਲ ਦੀ ਕੈਪੀਟਲ ਜਿਹੜੇ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ। ਇਜ਼ਰਾਈਲ, ਹਾਂਜੀ, ਇਜ਼ਰਾਈਲ ਦੀ ਕੈਪੀਟਲ ਆ ਜੀ, ਜਲਦੀ ਨਾਲ ਦੱਸੋ। ਤੇ ਐਕਸਟਰਾ ਫੈਕਟ ਵੀ ਮੈਂ ਤੁਹਾਡੇ ਸਾਹਮਣੇ ਨੋਟ ਕੀਤੇ ਹੋਏ ਆ ਇਜ਼ਰਾਈਲ ਦੇ ਨਾਲ ਰਿਲੇਟਿਡ ਕਰੰਟ ਅਫੇਅਰ ਦੇ।
ਇਜ਼ਰਾਈਲ ਦੀ ਕੈਪੀਟਲ ਹੈ ਯੂਰੂਸਲਮ। ਇੱਥੋਂ ਦੀ ਕਰੰਸੀ ਹੈ ਇਜ਼ਰਾਈਲੀ ਨਿਊ ਸ਼ੇਕਲ। ਇੱਥੋਂ ਦੇ ਪ੍ਰਾਈਮ ਮਿਨਿਸਟਰ ਹੈ ਬੈਂਜਾਮਿਨ ਨੇਤਨਯਾਹੂ। ਤੇ ਅਡਾਨੀ ਗਰੁੱਪ ਨੇ ਇਜ਼ਰਾਈਲ ਦੇ ਵਿੱਚ ਹਾਈਫਾ ਬੰਦਰਗਾਹ ਵਿਕਸਿਤ ਕੀਤੀ। UAE ਅਤੇ ਇਜ਼ਰਾਈਲ ਨੇ ਪਹਿਲੇ ਅਰਬ ਮੁਕਤ ਵਪਾਰ ਸਮਝੌਤੇ ਤੇ ਦਸਤਖਤ ਕੀਤੇ। ਇਜ਼ਰਾਈਲ ਨੇ ਨਵੀਂ ਜਲ ਸੈਨਾ ਹਵਾਈ ਰੱਖਿਆ ਪ੍ਰਣਾਲੀ ਸੀਡੋਮ ਦਾ ਸਫਲਤਾਪੂਰਵਕ ਪਰੀਖਣ ਕੀਤਾ। ਆਈਜ਼ੈਕ ਹਰਯੋਗ ਇਜ਼ਰਾਈਲ ਦੇ ਨਵੇਂ ਰਾਸ਼ਟਰਪਤੀ ਬਣੇ। ਨੈਕਸਟ ਹੈ ਕਿਸ ਰਾਜ ਦੇ ਮਿਰਚ ਚੌਲਾਂ ਨੂੰ ਹਾਲ ਹੀ ਵਿੱਚ GI ਟੈਗ ਮਿਲਿਆ। ਮਿਰਚ ਚੌਲ ਇਹ ਨਾ ਮਿਰਚਾਂ ਦੇ ਦਾਣਿਆਂ ਵਰਗੇ ਆ ਜਿਹੜੇ ਚੌਲ ਆ, ਤੇ ਇਸ ਕਰਕੇ ਇਹਨਾਂ ਨੂੰ ਮਿਰਚ ਚੌਲ ਬੋਲ ਦਿੱਤਾ ਜਾਂਦਾ। ਇਹ ਬਿਹਾਰ ਦੇ ਆ ਤੇ ਇਹਨਾਂ ਨੂੰ GI ਟੈਗ ਮਿਲਿਆ। ਆਪਸ਼ਨ B ਇਸ ਦਾ ਰਾਈਟ ਆਨਸਰ ਹੈ। ਠੀਕ ਹੈ ਜੀ, ਇਹ ਬਿਹਾਰ ਦੇ ਆ। ਇਹ ਚੌਲ ਆ ਜਿਹੜੇ ਮਿਰਚ ਦੇ ਦਾਣੇ ਵਰਗੇ ਆ। ਠੀਕ ਹੈ, ਤੇ ਹੁਣ ਇਹ ਬਿਹਾਰ ਦੇ ਆ। ਬਿਹਾਰ ਦੀ ਕੈਪੀਟਲ ਦੱਸੋ ਜੀ ਜਲਦੀ ਨਾਲ, ਜਿਹੜੇ ਸਟੂਡੈਂਟਸ ਨੂੰ ਪਤਾ ਵਾ। ਬਿਹਾਰ ਦੀ ਕੈਪੀਟਲ ਤਾਂ ਬਹੁਤ ਕਾਮਨ ਆ ਨਾ। ਬਿਹਾਰ ਦੀ ਕੈਪੀਟਲ ਆ ਕਿਉਂਕਿ ਉੱਥੇ ਆਪਣੇ ਸਿੱਖਾਂ ਦਾ ਪੰਜਾਬ ਦਾ ਇੱਕ ਤਖਤ ਵੀ ਆ ਜਾਂਦਾ ਬਿਹਾਰ ਦੇ ਵਿੱਚ। ਠੀਕ ਹੈ, ਤਾਂ ਬਿਹਾਰ ਦੀ ਕੈਪੀਟਲ ਆ ਜੀ ਪਟਨਾ। ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ? ਹਾਂਜੀ, ਬਿਹਾਰ ਦੇ ਚੀਫ ਮਿਨਿਸਟਰ ਆ ਨਿਤੀਸ਼ ਕੁਮਾਰ। ਇੱਥੋਂ ਦੇ ਗਵਰਨਰ ਆ ਰਜਿੰਦਰ ਵਿਸ਼ਵਨਾਥ ਆਰਲੇਕਰ। ਬਿਹਾਰ ਵਿੱਚ ਸਭ ਤੋਂ ਘੱਟ ਸਾਖਰਤਾ ਦਰ ਆ। ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਦਾ ਨਵਾਂ DGP ਚੁਣਿਆ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਹਾਰ ਦੇ ਸਾਰਨ ਵਿੱਚ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਦੀ ਮੂਰਤੀ ਦਾ ਉਦਘਾਟਨ ਕੀਤਾ। ਬਿਹਾਰ ਸਰਕਾਰ ਨੇ ਸਕੂਲਾਂ ਵਿੱਚ ਲਾਜ਼ਮੀ ਸਪੋਰਟਸ ਪੀਰੀਅਡ ਅਤੇ ਨੋ ਬੈਗ ਡੇ ਸ਼ੁਰੂ ਕਰਨ ਦਾ ਫੈਸਲਾ ਕੀਤਾ। ਬਿਹਾਰ ਦੀ ਖਗੋਲ ਵਿਗਿਆਨਿਕ ਆਬਜ਼ਰਵੇਟਰੀ ਨੂੰ ਯੂਨੈਸਕੋ ਦੀਆਂ ਮਹੱਤਵਪੂਰਨ ਖਤਰੇ ਵਾਲੀਆਂ ਵਿਰਾਸਤ ਨਿਗਰਾਨਾਂ ਵਿੱਚ ਸ਼ਾਮਿਲ ਕੀਤਾ ਗਿਆ। ਨੈਕਸਟ ਹੈ ਜੀ ਕਿਸ ਨੇ ਹਾਲ ਹੀ ਵਿੱਚ ਇੱਕ ਨਵੀਂ ਕਿਤਾਬ ਗਾਂਧੀ ਰਾਜਨੀਤੀ ਅਤੇ ਫਿਰਕਾ ਪ੍ਰਸਤੀ ਪ੍ਰਕਾਸ਼ਿਤ ਕੀਤੀ। ਹਾਂਜੀ, ਗਾਂਧੀ ਰਾਜਨੀਤੀ ਅਤੇ ਫਿਰਕਾ ਪ੍ਰਸਤੀ ਪ੍ਰਕਾਸ਼ਿਤ ਕੀਤੀ ਪਿਊਸ਼ ਬਬੇਲ ਨੇ। ਆਪਸ਼ਨ C ਇਜ਼ ਦਾ ਰਾਈਟ ਆਨਸਰ। ਹੁਣ ਬੁੱਕ ਦੀ ਗੱਲ ਆ ਤਾਂ ਬਾਣੀ ਤ੍ਰਿਪਾਠੀ ਨੇ ਇੱਕ ਕਿਤਾਬ ਕੀਤੀ ਆ ਲਾਂਚ ਜਾਂ ਲਿਖੀ ਆ, ਜਿਸ ਦਾ ਨਾਮ ਆ ਵਾਈ ਕੈਨ ਨਾਟ ਐਲੀਫੈਂਟਸ ਵੀ ਰੈਡ। ਅਨਿਰੁੱਧ ਭੱਟਾਚਾਰੀਆ ਦੁਆਰਾ ਇੱਕ ਬੁੱਕ ਲਿਖੀ ਗਈ ਹੈ ਜਿਸ ਦਾ ਨਾਮ ਹੈ ਵਾਸੂ ਚੈਟਰਜੀ ਐਂਡ ਮਿਡਲ ਆਫ ਦੀ ਰੋਡ ਸਿਨੇਮਾ। ਫਲੂੰਗੇ ਨਾਂ ਦੀ ਕਿਤਾਬ ਰਿਲੀਜ਼ ਹੋਈ ਹੈ, ਇਸ ਨੂੰ ਲਿਖਿਆ ਵਾ ਲੇਖਨਾਥ ਛੇਤਰੀ ਨੇ। ਨੈਕਸਟ ਹੈ ਜੀ ਹਾਲ ਹੀ ਵਿੱਚ ਜਾਰੀ ਕੀਤੀ ਇੰਡੀਆ ਜਸਟਿਸ ਰਿਪੋਰਟ 2022 ਵਿੱਚ ਕਿਹੜਾ ਰਾਜ ਸਭ ਤੋਂ ਉੱਪਰ ਰਿਹਾ। ਹਾਂਜੀ, ਰੀਸੈਂਟਲੀ ਇੰਡੀਆ ਜਸਟਿਸ ਰਿਪੋਰਟ 2022 ਤਿਆਰ ਕੀਤੀ ਗਈ ਹੈ। ਇਸ ਦੇ ਵਿੱਚ ਟੌਪ 'ਤੇ ਰਿਹਾ ਜੀ ਕਰਨਾਟਕ। ਆਪਸ਼ਨ A ਇਜ਼ ਦਾ ਰਾਈਟ ਆਨਸਰ। ਹੁਣ ਕਰਨਾਟਕ ਟੌਪ 'ਤੇ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ। ਕਰਨਾਟਕ ਦੀ ਕੈਪੀਟਲ ਆ ਬੰਗਲੌਰ। ਇੱਥੋਂ ਦੇ ਚੀਫ ਮਿਨਿਸਟਰ ਆ ਬਸਵਰਾਜ ਬੋਮਈ। ਇੱਥੋਂ ਦੇ ਗਵਰਨਰ ਆ ਥਾਵਰ ਚੰਦਰ ਗਹਿਲੋਤ। ਕਰਨਾਟਕ ਦੀ ਗੱਲ ਕਰੀਏ ਤਾਂ ਕਰਨਾਟਕ ਨੇ 54 ਸਾਲ ਬਾਅਦ ਸੰਤੋਸ਼ ਟਰੋਫੀ ਜਿੱਤੀ ਆ। ਬਹੁਤ ਇੰਪੋਰਟੈਂਟ ਆ ਇਹ। ਪ੍ਰਧਾਨ ਮੰਤਰੀ ਮੋਦੀ ਨੇ ਕਰਨਾਟਕ ਦੇ ਵਿੱਚ ਸ਼ਿਵਮੋਗਾ ਹਵਾਈ ਅੱਡੇ ਦਾ ਉਦਘਾਟਨ ਕੀਤਾ। ਕਰਨਾਟਕ ਸਰਕਾਰ ਨੇ ਅੰਮ੍ਰਿਤ ਨਗਰੋਥਾਨ ਸਕੀਮ ਦਾ ਐਲਾਨ ਕੀਤਾ। ਕਰਨਾਟਕ ਦੇ ਮੁੱਖ ਮੰਤਰੀ ਨੇ 108 ਨਵਾਂ ਕਲੀਨਿਕ ਲਾਂਚ ਕੀਤੇ। ਕਰਨਾਟਕ ਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ ਖੋਲ੍ਹੀ ਗਈ। ਨੈਕਸਟ ਹੈ ਹਾਲ ਹੀ ਵਿੱਚ ਸਰਕਾਰ ਨੇ ਕਿਸ ਰਾਜ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਵਿੱਚ ਸਫਲਤਾਪੂਰਵਕ ਸਮਾਜਿਕ ਆਡਿਟ ਕਰਵਾਇਆ। ਹਾਂਜੀ, ਰੀਸੈਂਟਲੀ ਗੌਰਮੈਂਟ ਨੇ ਜੰਮੂ ਕਸ਼ਮੀਰ ਦੀਆਂ ਸਾਰੀਆਂ ਗ੍ਰਾਮ ਪੰਚਾਇਤਾਂ ਦੇ ਵਿੱਚ ਸਫਲਤਾਪੂਰਵਕ ਸਮਾਜਿਕ ਆਡਿਟ ਕਰਵਾਇਆ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਜੰਮੂ ਕਸ਼ਮੀਰ ਦੇ ਖਾਦ ਅਤੇ ਪ੍ਰਸ਼ਾਸਨ ਮੰਤਰਾਲੇ ਨੇ ਇਹ ਜਿਹੜਾ FSSAI ਦੇ ਸਹਿਯੋਗ ਦੇ ਨਾਲ ਸਫਲਤਾਪੂਰਵਕ ਸਮਾਜਿਕ ਆਡਿਟ ਕਰਵਾਇਆ। ਹਾਂਜੀ, ਹੁਣ ਜੰਮੂ ਕਸ਼ਮੀਰ ਦੀ ਗੱਲ ਕੀਤੀ ਹੈ। ਜੰਮੂ ਕਸ਼ਮੀਰ ਨਾਲ ਰਿਲੇਟਿਡ ਪਹਿਲਾਂ ਮੈਂ ਤੁਹਾਨੂੰ ਫੈਕਟ ਦੱਸ ਚੁੱਕੀ ਹਾਂ, ਜੇ ਵਿੱਚੋਂ ਇੱਕ ਅੱਧਾ ਰਹਿ ਵੀ ਗਿਆ ਤਾਂ ਤੁਸੀਂ ਨੋਟ ਕਰ ਸਕਦੇ ਹੋ, ਲਿਖ ਸਕਦੇ ਹੋ ਜਾਂ ਦੇਖ ਸਕਦੇ ਹੋ। ਨੈਕਸਟ ਹੈ ਹਾਲ ਹੀ ਵਿੱਚ ਕਿਸ ਸਟਾਰਟਅਪ ਨੇ 3D ਪ੍ਰਿੰਟਡ ਕ੍ਰਾਇਓਜੈਨਿਕ ਇੰਜਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਹਾਂਜੀ, 3D ਪ੍ਰਿੰਟਡ ਕ੍ਰਾਇਓਜੈਨਿਕ ਇੰਜਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਸਕਾਈਰੂਟ ਐਰੋਸਪੇਸ ਨੇ। ਆਪਸ਼ਨ B ਇਜ਼ ਦਾ ਰਾਈਟ ਆਨਸਰ। ਇਸ ਦੀ ਸਥਾਪਨਾ 2018 'ਚ ਹੋਈ। ਇਸ ਦਾ ਹੈੱਡਕੁਆਰਟਰ ਹੈਦਰਾਬਾਦ ਦੇ ਵਿੱਚ ਆ ਅਤੇ ਐਟ ਪ੍ਰੈਜ਼ੈਂਟ ਇਸ ਦੇ CEO ਕੌਣ ਨੇ? ਪਵਨ ਕੁਮਾਰ। ਨੈਕਸਟ ਹੈ ਕਿਸ ਬੈਂਕ ਨੇ ਹਾਲ ਹੀ ਵਿੱਚ ਵਪਾਰੀਆਂ ਲਈ ਡਿਜੀਟਲ ਦੁਕਾਨ ਕਾਰੋਬਾਰੀ ਪ੍ਰਬੰਧਨ ਹੱਲ ਪੇਸ਼ ਕੀਤਾ। ਹਾਂਜੀ, ਰੀਸੈਂਟਲੀ ਐਕਸਿਸ ਬੈਂਕ ਨੇ ਵਪਾਰੀਆਂ ਦੇ ਲਈ ਡਿਜੀਟਲ ਦੁਕਾਨ ਕਾਰੋਬਾਰੀ ਪ੍ਰਬੰਧਨ ਬੈਂਕ ਜਾਂ ਪ੍ਰਬੰਧ ਦਾ ਲਾਂਚ ਕੀਤਾ। ਆਪਸ਼ਨ C ਇਜ਼ ਦਾ ਰਾਈਟ ਆਨਸਰ। ਡਿਜੀਟਲ ਦੁਕਾਨ ਦਾ ਕੀ ਮਤਲਬ ਆ? ਇਸ ਵਿੱਚ ਕੀ ਹੈ ਕਿ ਜੋ ਛੋਟੇ ਦੁਕਾਨਦਾਰ ਆ ਉਹ ਅਲੱਗ-ਅਲੱਗ ਮੋਡ ਤੋਂ ਔਨਲਾਈਨ ਪੇਮੈਂਟ ਲੈ ਸਕਣਗੇ ਅਤੇ ਆਪਣੇ ਦਿਨ ਦੇ ਪੂਰੇ ਵਿਵਸਾਇਕ ਨੂੰ ਡਿਜੀਟਲ ਮੈਨੇਜ ਕਰ ਪਾਉਣਗੇ, ਅਤੇ ਇਹ ਐਕਸਿਸ ਬੈਂਕ ਨੇ ਸ਼ੁਰੂ ਕੀਤਾ। ਐਕਸਿਸ ਬੈਂਕ ਦੀ ਸਥਾਪਨਾ ਕਦੋਂ ਹੋਈ? 1993 ਦੇ ਵਿੱਚ। ਇਸ ਦਾ ਹੈੱਡਕੁਆਰਟਰ ਮੁੰਬਈ ਦੇ ਵਿੱਚ ਆ।
ਐਟ ਪ੍ਰੈਜ਼ੈਂਟ ਇਸ ਦੇ MD ਐਂਡ CEO ਕੌਣ ਨੇ? ਅਮਿਤਾਭ ਚੌਧਰੀ। ਨੈਕਸਟ ਹੈ, ਕਿਸ ਸ਼ਹਿਰ ਨੇ ਹਾਲ ਹੀ ਵਿੱਚ ਆਪਣੀਆਂ ਸੜਕਾਂ ਤੇ ਈ ਸਕੂਟਰਾਂ ਦੀ ਵਰਤੋਂ ਤੇ ਪਾਬੰਦੀ ਲਗਾਈ? ਹਾਂਜੀ, ਆਪਣੇ ਰੋਡ ਤੇ ਈ ਸਕੂਟਰਾਂ ਦੀ ਵਰਤੋਂ ਤੇ ਪਾਬੰਦੀ ਲਗਾਈ ਫਰਾਂਸ ਦੀ ਕੈਪੀਟਲ ਪੈਰਿਸ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਭਾਰਤ ਦੀ ਪਹਿਲੀ ਸੂਰਜੀ ਊਰਜਾ ਨਾਲ ਚੱਲਣ ਵਾਲੀ ਟੂਰਿਸਟ ਕਿਸ਼ਤੀ ਹਾਲ ਹੀ ਵਿੱਚ ਕਿੱਥੇ ਲਾਂਚ ਕੀਤੀ ਗਈ? ਹਾਂਜੀ, ਭਾਰਤ ਦੀ ਪਹਿਲੀ ਸੂਰਜੀ ਊਰਜਾ ਨਾਲ ਚੱਲਣ ਵਾਲੀ ਟੂਰਿਸਟ ਕਿਸ਼ਤੀ ਕਿਸ ਰਾਜ ਦੇ ਵਿੱਚ ਲਾਂਚ ਕੀਤੀ ਗਈ ਆ? ਕੇਰਲ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਹੁਣ ਇਹ ਕੇਰਲ ਦੇ ਵਿੱਚ ਲਾਂਚ ਕੀਤੀ ਗਈ ਆ। ਠੀਕ ਹੈ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ ਦੀ ਕੈਪੀਟਲ ਕੀ ਆ? ਤ੍ਰਿਵੰਤਮਪੁਰਮ। ਇੱਥੋਂ ਦੇ ਚੀਫ ਮਿਨਿਸਟਰ ਆ ਪਿਨਰਈ ਵਿਜੀਅਨ। ਇੱਥੋਂ ਦੇ ਗਵਰਨਰ ਆ ਆਰਿਫ ਮੁਹੰਮਦ ਖਾਨ। ਕੇਰਲ ਦੇ ਵਿੱਚ ਅਨਾਈਮੁਦੀ 16 ਨੈਸ਼ਨਲ ਪਾਰਕ ਆ। ਮਾਥਿਕੇਤਨ 16 ਨੈਸ਼ਨਲ ਪਾਰਕ ਆ। NGT ਨੇ ਰਾਮਸਰ ਸਾਈਟਾਂ ਦੀ ਸੁਰੱਖਿਆ ਵਿੱਚ ਅਸਫਲਤਾ ਲਈ ਕੇਰਲ ਤੇ 10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ। ਕੇਰਲ ਦਾ ਸਰਵਉੱਚ ਨਾਗਰਿਕ ਸਨਮਾਨ ਕੇਰਲ ਯੋਤੀ MV ਵਾਸੁਦੇਵਨ ਨਈਅਰ ਨੂੰ ਪ੍ਰਦਾਨ ਕੀਤਾ ਗਿਆ। ਪਦਮਾ ਲਕਸ਼ਮੀ ਕੇਰਲਾ ਦੀ ਪਹਿਲੀ ਟਰਾਂਸਜੈਂਡਰ ਵਕੀਲ ਬਣੀ ਜਿਸ ਨੂੰ ਰਾਜ ਬਾਰ ਕੌਂਸਲ ਵਿੱਚ ਭਰਤੀ ਕੀਤਾ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਅਡਾਨੀ ਪਾਵਰ ਲਿਮਟਿਡ ਨੇ ਕਿਸ ਦੇਸ਼ ਨੂੰ ਬਿਜਲੀ ਸਪਲਾਈ ਕੀਤੀ? ਹਾਂਜੀ, ਅਡਾਨੀ ਪਾਵਰ ਲਿਮਟਿਡ ਨੇ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਕੀਤੀ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਠੀਕ ਹੈ, ਅਡਾਨੀ ਪਾਵਰ ਲਿਮਟਿਡ। ਤਾਂ ਇਸ ਦਾ ਦੇਖੋ ਆਪਾਂ ਗੱਲ ਕਰੀਏ ਅਸਲ ਦੇ ਵਿੱਚ ਜੋ ਅਡਾਨੀ ਪਾਵਰ ਲਿਮਟਿਡ ਆ ਇਸਦਾ ਝਾਰਖੰਡ ਦੇ ਵਿੱਚ ਇੱਕ ਪਲਾਨਟ ਜੋ ਆਪਾਂ ਬੋਲ ਸਕਦੇ ਹਾਂ, ਠੀਕ ਹੈ, ਪਲਾਂਟ ਆ, ਪਾਵਰ ਪਲਾਂਟ ਬੋਲ ਸਕਦੇ ਹਾਂ। ਤਾਂ ਇਹਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਆ ਅਤੇ ਇੱਥੋਂ ਜਿਹੜੀ ਵੀ ਪ੍ਰੋਡਿਊਸ ਹੋਣ ਵਾਲੀ ਬਿਜਲੀ ਆ ਉਹ ਅਡਾਨੀ ਗਰੁੱਪ ਨੇ ਬੰਗਲਾਦੇਸ਼ ਨੂੰ ਸਪਲਾਈ ਕਰਨ ਦਾ ਐਲਾਨ ਕੀਤਾ ਵਾ ਜਾਂ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਆ। ਅਤੇ ਝਾਰਖੰਡ ਦੇ ਜਿਹੜੇ ਇਹ ਪਲਾਂਟ ਆ ਝਾਰਖੰਡ ਦਾ, ਇਸ ਦੀ ਕਪੈਸਿਟੀ ਆ 1600 ਮੈਗਾਵਾਟ। ਇਹ ਇੱਕ ਅਪਡੇਟਡ ਪਲਾਂਟ ਆ ਜਿਸ ਨੂੰ ਅਡਾਨੀ ਗਰੁੱਪ ਨੇ ਵਿਕਸਿਤ ਕੀਤਾ ਵਾ। ਠੀਕ ਹੈ, ਆਪਸ਼ਨ ਬੀ ਇਸ ਦਾ ਰਾਈਟ ਆਂਸਰ ਹੈ। ਨੈਕਸਟ ਹੈ, ਰਾਸ਼ਟਰਪਤੀ ਮੁਰਮੂ ਨੇ ਹਾਲ ਹੀ ਵਿੱਚ ਸੁਖੋਈ 30 MKI ਜਹਾਜ਼ ਵਿੱਚ ਇੱਕ ਇਤਿਹਾਸਿਕ ਉਡਾਨ ਕਿੱਥੇ ਭਰੀ ਆ? ਹਾਂਜੀ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇੱਕ ਜਹਾਜ਼ ਚਲਾਇਆ ਸੀ। 30 ਮਿੰਟ ਦੇ ਲਈ ਇਹਨਾਂ ਨੇ ਚਲਾਇਆ ਸੀਗਾ, ਇਹ ਉਡਾਨ ਭਰੀ ਸੀਗੀ, ਆਪ ਚਲਾਇਆ ਸੀ। ਠੀਕ ਹੈ, ਅਤੇ ਇਹ ਜਿਹੜਾ ਉਹਨਾਂ ਨੇ ਬੋਲਿਆ ਕਿ 30 MKI ਜਹਾਜ਼ ਜਿਹਦਾ ਨਾਮ ਆ, ਅਤੇ ਇਹ ਇੱਕ ਇਤਿਹਾਸਿਕ ਉਡਾਨ ਭਰੀ ਗਈ ਆ। ਅਤੇ ਕਿੱਥੇ ਭਰੀ ਗਈ ਆ ਇਹ ਜਿਹੜੀ ਰਾਸ਼ਟਰਪਤੀ ਮੁਰਮੂ ਨੇ ਉਡਾਨ ਭਰੀ ਆ? ਤਾਂ ਇਹ ਭਰੀ ਗਈ ਆ ਜੀ, ਹਾਂਜੀ ਦੱਸੋ ਜਲਦੀ ਦੇ ਨਾਲ। ਇਹ ਉਡਾਨ ਭਰੀ ਗਈ ਆ ਅਸਾਮ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਠੀਕ ਹੈ, ਇਸ ਗੱਲ ਦਾ ਹੁਣ ਤੁਸੀਂ ਧਿਆਨ ਰੱਖਣਾ। ਅਸਮ ਦੇ ਵਿੱਚ ਭਰੀ ਹੈ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਡਾਨ। ਅਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਜਹਾਜ਼ ਵੀ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੀ। ਠੀਕ ਹੈ, ਹੁਣ ਆਪਾਂ ਅਸਮ ਦੀ ਗੱਲ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਦੀ ਕੈਪੀਟਲ ਆ ਦੀਸ਼ਪੁਰ। ਇੱਥੋਂ ਦੇ ਚੀਫ ਮਿਨਿਸਟਰ ਆ ਹਿਮੰਤਾ ਬਿਸ਼ਵਾ ਸ਼ਰਮਾ। ਇੱਥੋਂ ਦੇ ਗਵਰਨਰ ਆ ਗੁਲਾਬ ਚੰਦ ਕਟਾਰੀਆ। ਪਹਿਲਾ ਬੋਡੋਲੈਂਡ ਅੰਤਰਰਾਸ਼ਟਰੀ ਗਿਆਨ ਉਤਸਵ ਅਸਮ ਦੇ ਵਿੱਚ ਆਯੋਜਿਤ ਕੀਤਾ ਗਿਆ। ਗੁਲਾਬ ਚੰਦ ਕਟਾਰੀਆ ਅਸਮ ਦੇ ਨਵੇਂ ਰਾਜਪਾਲ ਬਣੇ ਆ। ਗਿਆਨਿੰਦਰ ਪ੍ਰਤਾਪ ਸਿੰਘ ਨੂੰ ਅਸਮ ਦਾ ਨਵਾਂ DGP ਚੁਣਿਆ ਗਿਆ। ਅਸਮ ਸਰਕਾਰ ਨੇ 32 ਬਾਗ ਹਵਾ ਮਹਿਲ ਨੂੰ ਵਿਕਸਿਤ ਕੀਤਾ। ਅਸਮ ਕੈਬਨਿਟ ਨੇ ਸਫਾਈ ਕਰਮਚਾਰੀ ਕਮਿਸ਼ਨ ਦੀ ਸਥਾਪਨਾ ਲਈ ਬਿੱਲ ਨੂੰ ਮਨਜ਼ੂਰੀ ਦਿੱਤੀ। ਸਿਲਚਰ ਦੇ ਵਿੱਚ ਉੱਤਰ ਪੂਰਬ ਦੇ ਪਹਿਲੇ ਯੂਨਾਨੀ ਦਵਾਈ ਕੇਂਦਰੀ ਖੇਤਰ ਦਾ ਉਦਘਾਟਨ ਕੀਤਾ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਜਾਰੀ ਹੋਈ ਵੈਰੀ ਇੰਪੋਰਟੈਂਟ ਹਾਲ ਹੀ ਵਿੱਚ ਜਾਰੀ ਹੋਈ ਟਾਈਗਰ ਜਨਗਣਨਾ ਅਨੁਸਾਰ ਭਾਰਤ ਵਿੱਚ ਬਾਘਾਂ ਦੀ ਆਬਾਦੀ ਸਾਲ 2022 ਤੱਕ ਕਿੰਨੀ ਵੱਧ ਗਈ? ਹਾਂਜੀ, ਜਿਵੇਂ ਕਿ ਮੈਂ ਤੁਹਾਨੂੰ ਹਰੇਕ ਵਾਰ ਹੀ ਦੱਸਿਆ ਜਿੰਨੇ ਵਾਰ ਆਪਾਂ ਕਰੰਟ ਅਫੇਅਰ ਕੀਤੀ ਆ, ਠੀਕ ਹੈ, ਜਦੋਂ ਵੀ ਕਰਨਾਟਕ ਦੀ ਗੱਲ ਹੋਈ ਆ ਤਾਂ ਆਪਾਂ ਗੱਲ ਕੀਤੀ ਹੈ ਇਸ ਬਾਰੇ ਵੀ। ਹਾਲ ਹੀ ਵਿੱਚ ਜਾਰੀ ਹੋਈ ਟਾਈਗਰ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਬਾਘਾਂ ਦੀ ਆਬਾਦੀ ਸਾਲ 2022 ਤੱਕ 3167 ਹੋ ਗਈ ਹੈ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਦੇਖੋ ਸਭ ਤੋਂ ਪਹਿਲਾਂ 2006 ਦੇ ਵਿੱਚ ਆਪਾਂ ਉਸ ਤੋਂ ਵੀ ਉੱਪਰ ਚੱਲਦੇ ਹਾਂ। ਦੇਖੋ 1973 ਦੇ ਵਿੱਚ ਨਾ ਇੰਦਰਾ ਗਾਂਧੀ ਸੀ ਉਸ ਸਮੇਂ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ, ਅਤੇ 1973 ਦੇ ਵਿੱਚ ਬਾਘਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਸੀ। ਅਤੇ ਇਸ ਗਿਣਤੀ ਨੂੰ ਘਟਦੀ ਦੇਖ ਕੇ ਇੰਦਰਾ ਗਾਂਧੀ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ। ਕਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ? ਹਾਂਜੀ, ਟਾਈਗਰ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਗਿਆ ਸੀ ਇਹ 1973 ਦੇ ਵਿੱਚ ਕਰਤਾ ਸੀਗਾ। ਠੀਕ ਹੈ, ਇਸ ਨੂੰ 50 ਸਾਲ ਪੂਰੇ ਹੋਏ ਸੀ ਹੁਣ।
ਅਸਲ ਦੇ ਵਿੱਚ ਪ੍ਰੋਜੈਕਟ ਟਾਈਗਰ ਨੂੰ 50 ਸਾਲ ਪੂਰੇ ਹੋ ਗਏ ਆ ਤੇ 1973 ਦੇ ਵਿੱਚ ਸ਼ੁਰੂ ਹੋਇਆ ਸੀ। ਇੰਦਰਾ ਗਾਂਧੀ ਨੇ ਸ਼ੁਰੂ ਕੀਤਾ ਸੀ ਕਿਉਂਕਿ ਇੱਥੇ ਬਾਘਾਂ ਦੀ ਜਿਹੜੀ ਆਬਾਦੀ ਆ ਉਹ ਲਗਾਤਾਰ ਘਟ ਰਹੀ ਸੀ ਤੇ ਬਹੁਤ ਤੇਜ਼ੀ ਨਾਲ ਘਟ ਰਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਟਾਈਗਰ ਪ੍ਰੋਜੈਕਟ ਦੇ 50 ਸਾਲ ਪੂਰੇ ਹੋਣ ਤੇ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ ਦੇ ਵਿੱਚ ਗਏ ਤੇ ਉੱਥੇ ਇਹਨਾਂ ਨੇ ਨਵਾਂ ਟਾਈਗਰ ਜਿਹੜਾ ਨਵੀਂ ਟਾਈਗਰ ਜਨਗਣਨਾ ਉਹ ਕਰਵਾਈ ਤੇ 2006 ਦੇ ਵਿੱਚ ਬਾਘਾਂ ਦੀ ਗਿਣਤੀ ਸੀ 1411। 2018 ਚ ਜਨਗਣਨਾ ਹੋਈ ਉਸ ਤੋਂ ਬਾਅਦ ਤੇ ਇਹਦੇ ਅਕੋਰਡਿੰਗ ਬਣ ਗਈ ਸੀ 2967। ਹੁਣ 2967 ਤੋਂ ਵੱਧ ਕੇ 3167 ਆ ਜਿਹੜੀ ਬਾਘਾਂ ਦੀ ਆਬਾਦੀ ਹੋ ਚੁੱਕੀ ਆ। ਠੀਕ ਹੈ, ਆਪਣੇ ਦੇਸ਼ ਭਾਰਤ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ। ਤੇ ਇਹ ਜਿਹੜੀ ਜਨਗਣਨਾ ਕਿੱਥੇ ਹੋਈ ਆ? ਕਰਨਾਟਕ ਦੇ ਵਿੱਚ ਹੋਈ ਆ, ਬਾਂਦੀਪੁਰ 'ਚ। ਨੈਕਸਟ ਹੈ, ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿੱਥੇ ਅੰਤਰਰਾਸ਼ਟਰੀ ਬਿਗ ਕੈਟਸ ਅਲਾਇੰਸ ਸ਼ੁਰੂ ਕੀਤਾ? ਹਾਂਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ ਦੇ ਵਿੱਚ ਗਏ, ਉੱਥੇ ਜਨਗਣਨਾ ਕਰਵਾਈ ਤੇ ਉੱਥੇ ਹੀ ਕਰਨਾਟਕ ਦੇ ਵਿੱਚ ਹੀ ਇਹਨਾਂ ਨੇ ਅੰਤਰਰਾਸ਼ਟਰੀ ਬਿਗ ਕੈਟਸ ਅਲਾਇੰਸ ਸ਼ੁਰੂ ਕੀਤਾ, ਜਿਹੜਾ ਕਿ 7 ਪ੍ਰਮੁੱਖ ਵੱਡੀਆਂ ਬਿੱਲੀਆਂ ਦੀਆਂ ਪ੍ਰਜਾਤੀਆਂ ਜਿਵੇਂ ਬਾਘ, ਸ਼ੇਰ, ਤੇਂਦੂਆ, ਹਿਮ ਤੇਂਦੂਆ, ਚੀਤਾ, ਪਿਊਮਾ, ਜੈਗੁਆਰ, ਇਹਨਾਂ ਦੀ ਸੁਰੱਖਿਆ 'ਤੇ ਧਿਆਨ ਕੇਂਦਰਿਤ ਕਰਨ ਦੇ ਲਈ ਸ਼ੁਰੂ ਕੀਤਾ ਗਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਵੈਰੀ ਇੰਪੋਰਟੈਂਟ। ਅੱਜ ਤੋਂ 2 ਸਾਲ ਬਾਅਦ ਵੀ ਤੁਸੀਂ ਕੋਈ ਐਗਜ਼ਾਮ ਦੇਣਾ, 4 ਸਾਲ ਬਾਅਦ ਵੀ ਦੇਣਾ, ਉਹਦੇ ਲਈ ਵੀ ਇਹ ਇੰਪੋਰਟੈਂਟ ਆ। ਠੀਕ ਹੈ, ਕਿ ਅੰਤਰਰਾਸ਼ਟਰੀ ਬਿਗ ਕੈਟਸ ਅਲਾਇੰਸ ਕਿਸ ਨੇ ਸ਼ੁਰੂ ਕੀਤਾ, ਇਸ ਤਰ੍ਹਾਂ ਆ ਸਕਦਾ। ਨੈਕਸਟ ਹੈ, ਹਾਲ ਹੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਵਧੀਆ ਸਾਂਭ ਸੰਭਾਲ ਵਾਲਾ ਟਾਈਗਰ ਰਿਜ਼ਰਵ ਘੋਸ਼ਿਤ ਕੀਤਾ ਗਿਆ? ਫਿਰ ਜਦੋਂ ਜਨਗਣਨਾ ਕਰਵਾਈ ਤਾਂ ਟਾਈਗਰ ਰਿਜ਼ਰਵ ਵੀ ਤਾਂ ਘੋਸ਼ਿਤ ਕਰਨਾ ਹੀ ਸੀ ਨਾ, ਕਿ ਕਿਹੜਾ ਸਭ ਤੋਂ ਵਧੀਆ ਵਾ, ਕਿਹੜਾ ਸਭ ਤੋਂ ਜਾਂ ਕਿ ਇਹਦੇ ਵਿੱਚ ਕੋਈ ਨਾ ਕੋਈ ਕਮੀ ਆ। ਠੀਕ ਹੈ, ਇਹ ਸਭ ਕੁਝ ਚੈੱਕ ਕੀਤਾ ਗਿਆ ਤਾਂ ਸਭ ਤੋਂ ਵਧੀਆ ਸਾਂਭ ਸੰਭਾਲ ਵਾਲਾ ਟਾਈਗਰ ਰਿਜ਼ਰਵ ਆ ਜਿਹੜਾ ਘੋਸ਼ਿਤ ਕੀਤਾ ਗਿਆ, ਪੈਰੀਆਰ ਟਾਈਗਰ ਰਿਜ਼ਰਵ। ਠੀਕ ਹੈ, ਕਿਹੜਾ ਟਾਈਗਰ ਰਿਜ਼ਰਵ ਕੀਤਾ ਗਿਆ? ਪੈਰੀਆਰ ਟਾਈਗਰ ਰਿਜ਼ਰਵ। ਹੁਣ ਦੱਸੋ ਜਲਦੀ ਨਾਲ, ਇਹ ਜਿਹੜਾ ਟਾਈਗਰ ਰਿਜ਼ਰਵ ਆ ਪੈਰੀਆਰ ਟਾਈਗਰ ਰਿਜ਼ਰਵ, ਇਹ ਕਿੱਥੇ ਆ? ਤਾਂ ਇਹ ਟਾਈਗਰ ਰਿਜ਼ਰਵ ਹੈਗਾ ਜੀ ਕੇਰਲ ਦੇ ਵਿੱਚ। ਠੀਕ ਹੈ, ਕੇਰਲ ਦੇ ਵਿੱਚ ਪੈਰੀਆਰ ਟਾਈਗਰ ਰਿਜ਼ਰਵ। ਇਸ ਨੂੰ ਸਭ ਤੋਂ ਵਧੀਆ ਸਾਂਭ ਸੰਭਾਲ ਵਾਲਾ ਟਾਈਗਰ ਰਿਜ਼ਰਵ ਘੋਸ਼ਿਤ ਕੀਤਾ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਕਿਹੜੀ ਰਾਜ ਸਰਕਾਰ 3 ਦਿਨਾਂ ਦਾ ਵਿਸਾਖੀ ਫੈਸਟੀਵਲ 2023 ਦਾ ਆਯੋਜਨ ਕਰੇਗੀ? ਇੱਥੇ ਬਹੁਤ ਸਾਰੇ ਸਟੂਡੈਂਟਸ ਨੇ ਵਿਸਾਖੀ ਦੇਖ ਕੇ ਨਾ ਪੰਜਾਬ ਦੀ ਆਪਸ਼ਨ ਲਗਾ ਦੇਣੀ ਆ ਜੇ ਐਗਜ਼ਾਮ ਦੇ ਵਿੱਚ ਆਉਂਦਾ, ਤਾਂ ਇੱਥੇ ਵਿਸਾਖੀ ਫੈਸਟੀਵਲ 2023 ਦਾ ਆਯੋਜਨ ਕੀਤਾ ਵਾ ਜੰਮੂ ਕਸ਼ਮੀਰ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਨੈਕਸਟ ਹੈ ਜੀ, ਭਾਰਤ ਦਾ ਪਹਿਲਾ 3D ਪ੍ਰਿੰਟਡ ਡਾਕਘਰ ਹਾਲ ਹੀ ਵਿੱਚ ਕਿੱਥੇ ਖੁੱਲ੍ਹੇਗਾ? ਹਾਂਜੀ, ਭਾਰਤ ਦਾ ਪਹਿਲਾ 3D ਪ੍ਰਿੰਟਡ ਡਾਕਘਰ ਕਿੱਥੇ ਖੁੱਲ੍ਹੇਗਾ? ਇਹ ਖੁੱਲ੍ਹਿਆ ਵਾ ਜੀ ਬੰਗਲੌਰ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਬੰਗਲੌਰ ਦੇ ਵਿੱਚ ਭਾਰਤ ਦਾ ਪਹਿਲਾ 3D ਪ੍ਰਿੰਟਡ ਡਾਕਘਰ ਖੋਲ੍ਹਿਆ ਗਿਆ, ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ। ਤੇ ਇਹ 1100 ਸਕੁਅਰ ਫੁੱਟ ਵਿੱਚ ਬਣਿਆ ਵਾ ਤੇ ਕੰਸਟਰਕਸ਼ਨ ਦੀ ਨਵੀਂ ਟੈਕਨੋਲੋਜੀ ਆ ਇਹ। 3D ਪ੍ਰਿੰਟਡ ਟੈਕਨੋਲੋਜੀ ਆ ਇਹਦੇ ਵਿੱਚ। ਇਸ ਦਾ ਜਿਹੜਾ ਪਹਿਲਾ ਆਪਾਂ ਬੋਲ ਸਕਦੇ ਹਾਂ ਕਿ ਪਹਿਲਾ ਵਾ ਇਹ ਜਿਹੜਾ ਬਣਿਆ ਇੰਡੀਆ ਦੇ ਵਿੱਚ, ਤੇ ਇਸ ਦੀ ਲਾਗਤ ਆਈ ਹੈ 23 ਲੱਖ ਇਹਦੀ ਲਾਗਤ ਹੈ ਤੇ 30 ਦਿਨਾਂ ਦੇ ਵਿੱਚ ਹੀ ਖੜਾ ਕੀਤਾ ਗਿਆ ਵਾ। ਨੈਕਸਟ ਹੈ, ਹਾਲ ਹੀ ਵਿੱਚ ਜਾਰੀ ਹੋਈ ADR ਰਿਪੋਰਟ ਅਨੁਸਾਰ ਦੇਸ਼ ਵਿੱਚ ਸਭ ਤੋਂ ਵੱਧ ਜਾਇਦਾਦ ਵਾਲਾ ਮੁੱਖ ਮੰਤਰੀ ਕੌਣ ਆ? ਇਹ ਬਹੁਤ ਇੰਪੋਰਟੈਂਟ ਆ। ਹਾਂਜੀ, ਰੀਸੈਂਟਲੀ ADR ਦੁਆਰਾ ਇੱਕ ਰਿਪੋਰਟ ਜਾਰੀ ਕੀਤੀ ਗਈ ਆ ਜਿਹੜੇ ਕਿ ਦੇਸ਼ ਦੇ ਮੁੱਖ ਮੰਤਰੀਆਂ ਦੀ ਕੀਤੀ ਗਈ ਆ, ਤਾਂ ਇਸ ਦੇ ਵਿੱਚ ਸਭ ਤੋਂ ਵੱਧ ਜਾਇਦਾਦ ਵਾਲਾ ਮੁੱਖ ਮੰਤਰੀ ਆ ਜਗਨ ਮੋਹਨ ਰੈਡੀ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਹਨਾਂ ਕੋਲੇ 501 ਕਰੋੜ ਦੀ ਸੰਪਤੀ ਆ ਤੇ ਇਹ ਜਿਹੜੀ ਰਿਪੋਰਟ ਆ ਆਪਾਂ ਗੱਲ ਕਰਤੀ ADR ਦੀ, ਇਹਦੀ ਫੁੱਲ ਫਾਰਮ ਆ ਐਸੋਸੀਏਸ਼ਨ ਫॉर ਡੈਮੋਕ੍ਰੇਟਿਵ ਰਿਫਾਰਮ। ਠੀਕ ਹੈ, ਤੇ ਇਹਦੀ ਜੇ ਆਪਾਂ ਗੱਲ ਕਰੀਏ ਹੁਣ ਤੁਹਾਡੇ ਮਾਈਂਡ ਦੇ ਵਿੱਚ ਇਹ ਵੀ ਆਉਂਦਾ ਹੋਣਾ ਕਿ ਪਹਿਲੇ ਤਾਂ ਜਗਨ ਮੋਹਨ ਰੈਡੀ ਆ, ਇਹਨਾਂ ਕੋਲ 501 ਕਰੋੜ ਦੀ ਸੰਪਤੀ ਆ। ਦੂਸਰੇ ਤੇ ਪੇਮਾ ਖਾਂਡੂ ਆ, ਇਹਨਾਂ ਕੋਲ 163 ਕਰੋੜ ਦੀ ਸੰਪਤੀ ਆ। ਤੇ ਸਭ ਤੋਂ ਘੱਟ ਆ ਮਮਤਾ ਬੈਨਰਜੀ, ਪੱਛਮੀ ਬੰਗਾਲ ਦੀ ਚੀਫ ਮਿਨਿਸਟਰ ਹੈ ਇਹ। ਇਹਨਾਂ ਕੋਲ ਸਿਰਫ ਤੇ ਸਿਰਫ 15 ਲੱਖ ਦੀ ਸੰਪਤੀ ਆ। ਨੈਕਸਟ ਹੈ, ਹਾਲ ਹੀ ਵਿੱਚ ਭਾਰਤ ਦੇ ਸਭ ਤੋਂ ਬਜ਼ੁਰਗ ਅਰਬਪਤੀ ਕੇਸ਼ਵ ਮਹਿੰਦਰਾ ਦਾ ਕਿੰਨੀ ਉਮਰ ਦੇ ਵਿੱਚ ਦੇਹਾਂਤ ਹੋਇਆ? ਹਾਂਜੀ, ਭਾਰਤ ਦੇ ਸਭ ਤੋਂ ਬਜ਼ੁਰਗ ਅਰਬਪਤੀ ਸੀ ਕੇਸ਼ਵਾ ਮਹਿੰਦਰਾ। ਠੀਕ ਹੈ, ਤੇ ਇਹਨਾਂ ਦਾ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਮਹਿੰਦਰ ਗੋਰਖ ਦੇ ਚੇਅਰਮੈਨ ਸੀ ਇਹ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, 99 ਸਾਲ। ਨੈਕਸਟ ਹੈ, ਕੌਣ ਹਾਲ ਹੀ ਵਿੱਚ ਮਾਰਚ 2023 ਲਈ ICC ਪਲੇਅਰ ਆਫ ਦੀ ਮੰਥ ਬਣਿਆ? ਹਾਂਜੀ, ਮਾਰਚ 2023 ਦੇ ਲਈ ICC ਪਲੇਅਰ ਆਫ ਦੀ ਮੰਥ ਚੁਣੇ ਗਏ ਆ। ਕੌਣ ਚੁਣੇ ਗਏ ਆ? ਸਾਕਿਬ ਅਲ ਹਸਨ, ਬੰਗਲਾਦੇਸ਼ ਦੇ ਆਲਰਾਊਂਡਰ ਆ। ਤੇ
ਇੱਕ ਹੈਗੇ ਆ ਜੀ ਹੈਨਰੀਏਟ ਇਸ਼ਮਵੇ, ਇਹ ਰਵਾਂਡਾ ਦੀ ਆਲਰਾਊਂਡਰ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਉਪਰੋਕਤ ਦੋਵੇਂ ਹੀ। ਤੇ ਇਸ ਤੋਂ ਇਲਾਵਾ ਹੈਰੀ ਬਰੂਕ ਇੰਗਲੈਂਡ ਦੇ ਆ ਇਹ, ਤੇ ਐਸਲੇ ਗਾਰਡਨਰ ਆਸਟ੍ਰੇਲੀਆ ਦੇ ਆ। ਇਹਨਾਂ ਨੂੰ ਫਰਵਰੀ ICC ਪਲੇਅਰ ਆਫ ਦੀ ਮੰਥ ਚੁਣਿਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ H3N8 ਵਰਡ ਫਲੂ ਕਾਰਨ ਦੁਨੀਆ ਦੀ ਪਹਿਲੀ ਮੌਤ ਕਿੱਥੇ ਦਰਜ ਕੀਤੀ ਗਈ ਆ? ਹਾਂਜੀ, ਪਹਿਲੀ ਮੌਤ ਹੋਈ ਆ ਇੱਕ ਵਰਲਡ ਫਲੂ ਦੇ ਕਾਰਨ H3N8 ਆ ਜਿਹੜਾ, ਤੇ ਇਹ ਪਹਿਲੀ ਮੌਤ ਹੋਈ ਆ ਚੀਨ 'ਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹੁਣ ਇਹ ਚੀਨ 'ਚ ਹੋਈ ਆ, ਤਾਂ ਤਾਂ ਚੀਨ ਦੀ ਕੈਪੀਟਲ ਕੀ ਆ? ਬੀਜ਼ਿੰਗ। ਇੱਥੋਂ ਦੀ ਕਰੰਸੀ ਆ ਰੇਨਮਿਨਵੀ। ਇੱਥੋਂ ਦੇ ਪ੍ਰੈਜ਼ੀਡੈਂਟ ਆ ਜੀ ਜਿਨਪਿੰਗ। ਸਵੈ ਨਿਰਮਿਤ ਅਰਬਪਤੀਆਂ ਦੀ ਸੂਚੀ ਦੇ ਵਿੱਚ ਚੀਨ ਸਿਖਰ 'ਤੇ ਰਿਹਾ। ਲੀ ਕਿਆਂਗ ਨੂੰ ਚੀਨੀ ਸੰਸਦ ਵਿੱਚ ਨਵੇਂ ਪ੍ਰੀਮੀਅਰ ਵਜੋਂ ਨਾਮਜ਼ਦ ਕੀਤਾ ਗਿਆ। ਚੀਨ ਨੇ ਸੰਚਾਰ ਉਪਗ੍ਰਹਿ ਯੋਂਗਜਿੰਗ 26 ਲਾਂਚ ਕੀਤਾ। ਚੀਨ ਨੇ ਅਮਰੀਕਾ ਵਿੱਚ ਆਪਣੇ ਰਾਜਦੂਤ ਚਿਨ ਗੈਂਗ ਨੂੰ ਨਵਾਂ ਵਿਦੇਸ਼ ਮੰਤਰੀ ਚੁਣਿਆ। ਵਿਗਿਆਨਿਕ ਪੇਪਰਾਂ ਦੇ ਪ੍ਰਕਾਸ਼ਨ ਵਿੱਚ ਚੀਨ ਟੌਪ 'ਤੇ ਰਿਹਾ। ਨੈਕਸਟ ਹੈ, ਹਾਲ ਹੀ ਵਿੱਚ ਵਾਘਾਂ ਦਾ ਪਹਿਲਾ ਫੋਟੋਗ੍ਰਾਫਿਕ ਸਬੂਤ ਕਿਸ ਰਾਜ ਦੇ ਸੁਹੇਲਵਾ ਸੈਂਚੁਰੀ ਵਿੱਚ ਦਰਜ ਕੀਤਾ ਗਿਆ? ਹਾਂਜੀ, ਬਾਘਾਂ ਬਾਰੇ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ, ਤੇ ਫਿਰ ਜਨਗਣਨਾ ਹੋਈ ਆ ਤਾਂ ਇਹਦੇ ਨਾਲ ਰਿਲੇਟਿਡ ਹੋਰ ਵੀ ਬਹੁਤ ਸਾਰੇ ਫੈਕਟ ਬਣਦੇ ਸੀ। ਤਾਂ ਵਾਘਾਂ ਦਾ ਪਹਿਲਾ ਫੋਟੋਗ੍ਰਾਫਿਕ ਸਬੂਤ ਆ ਜਿਹੜਾ, ਇਹ ਉੱਤਰ ਪ੍ਰਦੇਸ਼ ਦੇ ਸੁਹੇਲਵਾ ਸੈਂਚੁਰੀ ਦੇ ਵਿੱਚ ਦਰਜ ਕੀਤਾ ਗਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹਾਲ ਹੀ ਵਿੱਚ ਜਾਰੀ ਕੀਤੇ ਗਏ ਆਰਟੀਫਿਸ਼ੀਅਲ ਇੰਟੈਲੀਜੈਂਸ ਸੂਚਕਾਂਕ ਰਿਪੋਰਟ 2023 ਵਿੱਚ ਸਭ ਤੋਂ ਟੌਪ 'ਤੇ ਕੌਣ ਰਿਹਾ? ਹਾਂਜੀ, ਰੀਸੈਂਟਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਸੂਚਕਾਂਕ ਰਿਪੋਰਟ 2023 ਜਾਰੀ ਕੀਤੀ ਗਈ ਆ, ਜਿਸ ਦੇ ਵਿੱਚ ਟੌਪ 'ਤੇ ਰਿਹਾ ਅਮਰੀਕਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਹਦਾ ਮਤਲਬ ਕੀ ਹੈ ਕਿ ਇਨਵੈਸਟਮੈਂਟ ਦੇ ਮਾਮਲੇ ਦੇ ਵਿੱਚ ਕੌਣ ਟੌਪ 'ਤੇ ਰਿਹਾ? ਠੀਕ ਹੈ, ਅਮਰੀਕਾ ਟੌਪ 'ਤੇ ਰਿਹਾ। ਤੇ ਹੁਣ ਆਪਾਂ ਅਮਰੀਕਾ ਦੀ ਗੱਲ ਕੀਤੀ, ਅਮਰੀਕਾ ਨਾਲ ਰਿਲੇਟਿਡ ਪਹਿਲਾਂ ਮੈਂ ਫੈਕਟ ਕਰਵਾਤੇ ਆ। ਨੈਕਸਟ ਹੈ, ਹਾਲ ਹੀ ਵਿੱਚ ਕਿਸ ਕੰਪਨੀ ਨੂੰ ਮਿਨੀ ਰਤਨ ਸ਼੍ਰੇਣੀ 1 ਦਾ ਦਰਜਾ ਦਿੱਤਾ ਗਿਆ? ਹਾਂਜੀ, ਮਿਨੀ ਰਤਨ ਸ਼੍ਰੇਣੀ 1 ਦਾ ਦਰਜਾ ਕਿਹੜੀ ਕੰਪਨੀ ਨੂੰ ਦਿੱਤਾ ਗਿਆ? ਤਾਂ ਇਹ ਦਿੱਤਾ ਗਿਆ ਜੀ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਨੂੰ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਸੀ MCQ ਇਹ। ਨੈਕਸਟ ਹੈ, ਹਾਲ ਹੀ ਵਿੱਚ ਇਟਲੀ ਦੇ 2 ਦਿਨਾਂ ਦੇ ਦੌਰੇ 'ਤੇ ਕੌਣ ਪਹੁੰਚਿਆ? ਹਾਂਜੀ, ਇਟਲੀ ਦੇ 2 ਦਿਨਾਂ ਦੇ ਦੌਰੇ 'ਤੇ ਗਏ ਸੀ। ਕੌਣ ਗਏ ਸੀ? ਸਾਡੇ ਉਦਯੋਗ ਮੰਤਰੀ, ਕੇਂਦਰੀ ਮੰਤਰੀ ਪਿਊਸ਼ ਗੋਇਲ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਹਾਲ ਹੀ ਵਿੱਚ ਐਗਰੀ ਡਰੋਨ ਸਬਸਿਡੀ ਪ੍ਰਾਪਤ ਕਰਨ ਵਾਲੀ ਪਹਿਲੀ ਕੰਪਨੀ ਕੌਣ ਬਣੀ? ਹਾਂਜੀ, ਐਗਰੀ ਡਰੋਨ ਸਬਸਿਡੀ ਪ੍ਰਾਪਤ ਕਰਨ ਵਾਲੀ ਪਹਿਲੀ ਕੰਪਨੀ ਬਣੀ ਆ, ਕਿਹੜੀ ਬਣੀ ਆ? ਗਰੁੜ ਐਰੋਸਪੇਸ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਹ ਡਰੋਨ ਦਾ ਇੰਡੀਅਨ ਸਟਾਰਟਅਪ ਆ। ਨੈਕਸਟ ਹੈ ਜੀ, ਹਾਲ ਹੀ ਵਿੱਚ ਜਾਰੀ ਕੀਤੇ ਗਏ ਸਭ ਤੋਂ ਵੱਧ ਅਪਰਾਧਿਕ ਦੇਸ਼ਾਂ ਦੀ ਰੈਂਕਿੰਗ ਵਿੱਚ ਕੌਣ ਸਿਖਰ 'ਤੇ ਰਿਹਾ? ਹਾਂਜੀ, ਰੀਸੈਂਟਲੀ ਜਾਰੀ ਕੀਤੇ ਗਏ ਸਭ ਤੋਂ ਵੱਧ ਅਪਰਾਧਿਕ ਦੇਸ਼ਾਂ ਦੀ ਰੈਂਕਿੰਗ ਦੇ ਵਿੱਚ ਟੌਪ 'ਤੇ ਰਿਹਾ ਵਾ ਵੈਨੇਜ਼ੁਏਲਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਸੈਕਿੰਡ 'ਤੇ ਆ ਪਾਪੂਆ ਨਿਊ ਗਿਨੀ। ਠੀਕ ਹੈ, ਤੇ ਥਰਡ 'ਤੇ ਆ ਅਫਗਾਨਿਸਤਾਨ। ਠੀਕ ਹੈ, ਤੁਸੀਂ ਯਾਦ ਰੱਖਣਾ। ਨੈਕਸਟ ਹੈ ਜੀ, ਹਾਂਜੀ, ਹਾਲ ਹੀ ਵਿੱਚ ਭਾਰਤ ਵਿੱਚ ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ ਦਾ ਉਦਘਾਟਨ ਕਿਸ ਰਾਜ ਵਿੱਚ ਕੀਤਾ ਗਿਆ? ਭਾਰਤ ਵਿੱਚ ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਵਾ ਜੀ ਤੇਲੰਗਾਨਾ ਦੇ ਵਿੱਚ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਦੇਖੋ, 14 ਅਪ੍ਰੈਲ ਨੂੰ ਅੰਬੇਡਕਰ ਦੀ ਜਯੰਤੀ ਹੁੰਦੀ ਆ, ਤੇ ਜਯੰਤੀ ਤੇ ਹੀ ਤੇਲੰਗਾਨਾ ਦੇ ਚੀਫ ਮਿਨਿਸਟਰ ਕੇ ਚੰਦ ਸ਼ੇਖਰ ਰਾਓ ਨੇ 150 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਤੇਲੰਗਾਨਾ ਦੇ ਵਿੱਚ। ਇਹਨਾਂ ਨੂੰ ਤੁਹਾਨੂੰ ਗਿਆਨ ਦੀ ਮੂਰਤੀ ਲਿਖਿਆ ਵੀ ਆ ਸਕਦਾ। ਨੈਕਸਟ ਹੈ, ਕਿਸ ਨੇ ਹਾਲ ਹੀ ਵਿੱਚ ਆਪਣੀ ਕਾਫੀ ਟੇਬਲ ਬੁੱਕ ਦੀ ਬੈਂਕਰ ਟੂ ਐਵਰੀ ਇੰਡੀਅਨ ਰਿਲੀਜ਼ ਕੀਤੀ? ਹਾਂਜੀ, ਰੀਸੈਂਟਲੀ SBI ਬੈਂਕ ਨੇ ਆਪਣੀ ਕਾਫੀ ਟੇਬਲ ਬੁੱਕ ਦੀ ਬੈਂਕਰ ਟੂ ਐਵਰੀ ਇੰਡੀਅਨ ਬੁੱਕ ਆ ਜਿਹੜੀ ਇਹ ਰਿਲੀਜ਼ ਕੀਤੀ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। SBI ਨੇ ਕੀਤੀ ਆ, ਬਹੁਤ ਇੰਪੋਰਟੈਂਟ ਆ ਇਹ। ਠੀਕ ਹੈ, ਨੈਕਸਟ ਹੁਣ ਆਪਾਂ ਬੁੱਕ ਦੀ ਗੱਲ ਕੀਤੀ ਹੈ, ਤਾਂ ਬੁੱਕਸ ਤਾਂ ਇੱਕ ਵਾਰ ਰਿਵਾਈਜ਼ ਕਰ ਹੀ ਲੈਂਦੇ ਹਾਂ। ਨੰਦਨੀ ਦਾਸ ਨੇ ਕੋਟਿੰਗਸ ਇੰਡੀਆ ਨਾਮ ਦੀ ਕਿਤਾਬ ਜਾਰੀ ਕੀਤੀ, ਤੇ ਇਹ ਆਪਾਂ ਫੈਕਟ ਆ ਜਿਹੜੇ ਉੱਪਰ ਪੜ੍ਹ ਚੁੱਕੇ ਹਾਂ ਪਹਿਲਾਂ। ਨੈਕਸਟ ਹੈ, ਕਿਹੜੀ ਰਾਜ ਸਰਕਾਰ ਨੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਓਪਨ ਕੈਟਲ ਪੌਂਡ ਦੀ ਸ਼ੁਰੂਆਤ ਕੀਤੀ? ਹਾਂਜੀ, ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਓਪਨ ਕੈਟਲ ਪੌਂਡ ਦੀ ਸ਼ੁਰੂਆਤ ਕੀਤੀ ਪੰਜਾਬ ਗੌਰਮੈਂਟ ਨੇ।
ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਪੰਜਾਬ ਵਿੱਚ ਸੜਕਾਂ ਤੇ ਗਲੀਆਂ ਦੇ ਵਿੱਚ ਘੁੰਮਦੇ ਲਗਾਤਾਰ 1.5 ਲੱਖ ਅਵਾਰਾ ਪਸ਼ੂਆਂ ਤੇ ਬੇਸਹਾਰਾ ਪਸ਼ੂਆਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੇ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। ਨੈਕਸਟ ਹੈ UNCTAD। ਹਾਂਜੀ, UNCTAD ਇਹਦੀ ਤੁਹਾਨੂੰ ਇਕੱਲੀ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਹੈ ਐਗਜ਼ਾਮ ਦੇ ਵਿੱਚ, ਠੀਕ ਹੈ। ਤਾਂ ਇਹਦੀ ਫੁੱਲ ਫਾਰਮ ਕੀ ਆ UNCTAD ਦੀ? ਇਹ ਤੁਸੀਂ ਮੈਂ ਦੱਸਦੀ ਹਾਂ ਤੁਹਾਨੂੰ, ਨੋਟ ਕਰ ਲਿਓ ਚਾਹੇ। ਯੂਨਾਈਟਿਡ ਨੇਸ਼ਨ ਕਾਨਫਰੰਸ ਐਂਡ ਟ੍ਰੇਡ ਡਿਵੈਲਪਮੈਂਟ। ਇਸ ਨੇ ਰਿਪੋਰਟ ਕੱਢੀ ਆ ਕਿ ਵਿੱਤੀ ਸਾਲ 2023 ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਕਿੰਨਾ ਪ੍ਰਤੀਸ਼ਤ ਅਨੁਮਾਨ ਲਗਾਇਆ ਗਿਆ? ਤਾਂ ਇਹ ਅਨੁਮਾਨ ਲਗਾਇਆ ਗਿਆ ਜੀ 6% ਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹੁਣ ਆਪਾਂ UNCTAD ਗੱਲ ਕੀਤੀ ਆ। UNCTAD ਦੀ ਫੁੱਲ ਫਾਰਮ ਆ ਯੂਨਾਈਟਿਡ ਨੇਸ਼ਨ ਕਾਨਫਰੰਸ ਐਂਡ ਟ੍ਰੇਡ ਡਿਵੈਲਪਮੈਂਟ। ਇਸ ਦੀ ਸਥਾਪਨਾ 1964 'ਚ ਹੋਈ। ਇਸ ਦਾ ਹੈੱਡਕੁਆਟਰ ਜਨੇਵਾ 'ਚ ਆ ਤੇ ਐਟ ਪ੍ਰੈਜ਼ੈਂਟ ਇਸ ਦੇ ਸਕੱਤਰ ਕੌਣ ਨੇ? ਰਵਿਕਾ ਸਿਸੋਦਨ। ਨੈਕਸਟ ਹੈ ਕਿਹੜਾ ਦੇਸ਼ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ ਦਾ ਸੰਸਥਾਪਕ ਮੈਂਬਰ ਬਣਿਆ? ਜਿਵੇਂ ਕਿ ਇਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀ ਕਿ ਕਰਨਾਟਕ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅੰਤਰਰਾਸ਼ਟਰੀ ਬਿਗ ਕੈਟ ਅਲਾਇੰਸ ਸਥਾਪਿਤ ਕੀਤਾ ਵਾ, ਠੀਕ ਹੈ, ਜਾਂ ਪ੍ਰੋਜੈਕਟ ਸ਼ੁਰੂ ਕੀਤਾ ਵਾ, ਤੇ ਇਸ ਦਾ ਮੈਂਬਰ ਬਣ ਗਿਆ ਜੀ ਨੇਪਾਲ। ਬਹੁਤ ਇੰਪੋਰਟੈਂਟ ਆ ਇਹ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਵੈਰੀ ਵੈਰੀ ਇੰਪੋਰਟੈਂਟ। ਨੇਪਾਲ ਮੈਂਬਰ ਬਣਿਆ, ਠੀਕ ਹੈ। ਨੇਪਾਲ ਬਣਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਨੇਪਾਲ। ਨੇਪਾਲ ਦੀ ਕੈਪੀਟਲ ਆ ਕਾਠਮਾਂਡੂ। ਇੱਥੋਂ ਦੇ ਚੀਫ ਮਿਨਿਸਟਰ ਦੇਸ਼ ਆ ਤਾਂ ਇਸ ਦੇ ਪ੍ਰਾਈਮ ਮਿਨਿਸਟਰ ਆ। ਇੱਥੋਂ ਦੇ ਪ੍ਰਾਈਮ ਮਿਨਿਸਟਰ ਪੁਸ਼ਪ ਕਮਲ ਦੇਹਲ ਪ੍ਰਚੰਡ। ਬਹੁਤ ਇੰਪੋਰਟੈਂਟ ਆ ਹਾਂਜੀ, ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਅਤੇ ਪ੍ਰੈਜ਼ੀਡੈਂਟ। ਤਾਂ ਨੇਪਾਲ ਦੇ ਪ੍ਰਾਈਮ ਮਿਨਿਸਟਰ ਆ ਪੁਸ਼ਪ ਕਮਲ ਦੇਹਲ ਪ੍ਰਚੰਡ। ਇੱਥੋਂ ਦੇ ਪ੍ਰੈਜ਼ੀਡੈਂਟ ਆ ਰਾਮਚੰਦਰ ਪੌਂਡੇਲ। ਨੇਪਾਲ ਦੇ ਲਲਿਤਪੁਰ ਵਿੱਚ ਘੋੜਿਆਂ ਦਾ ਤਿਉਹਾਰ ਘੋੜੇ ਯਾਤਰਾ ਮਨਾਇਆ ਗਿਆ। ਰਾਮਚੰਦਰ ਪੌਂਡੇਲਾ ਨੂੰ ਨੇਪਾਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਨੇਪਾਲ ਸੰਯੁਕਤ ਰਾਸ਼ਟਰ ਸ਼ਾਂਤੀ ਨਿਰਮਾਣ ਕਮਿਸ਼ਨ ਦਾ ਮੈਂਬਰ ਬਣਿਆ। CEC ਇਸ ਦਾ ਮਤਲਬ ਕੀ ਆ? CEC ਦਾ ਚੀਫ ਆਫ ਇਲੈਕਸ਼ਨ ਕਮਿਸ਼ਨ ਰਾਜੀਵ ਕੁਮਾਰ ਨੂੰ ਨੇਪਾਲ ਦੀਆਂ ਚੋਣਾਂ ਲਈ ਅੰਤਰਰਾਸ਼ਟਰੀ ਆਬਜ਼ਰਵਰ ਵਜੋਂ ਸੱਦਾ ਦਿੱਤਾ ਗਿਆ। ਕ੍ਰਿਕਟਰ ਮਨੋਜ ਪ੍ਰਭਾਕਰ ਨੇਪਾਲ ਕ੍ਰਿਕਟ ਟੀਮ ਦੇ ਮੁੱਖ ਕੋਚ ਨਿਯੁਕਤ ਕੀਤੇ ਗਏ। ਨੈਕਸਟ ਹੈ ਹਾਲ ਹੀ ਵਿੱਚ 5 ਦੱਖਣੀ ਏਸ਼ੀਆਈ ਦੇਸ਼ ਕਿਸ ਰਾਜ ਦੀ ਸੈਰ ਸਪਾਟਾ ਪ੍ਰੋਤਸਾਹਨ ਦਾ ਹਿੱਸਾ ਬਣਨਗੇ? ਹਾਂਜੀ, 5 ਦੱਖਣੀ ਏਸ਼ੀਆਈ ਦੇਸ਼ ਕਿਹੜੇ ਦੇਸ਼ ਦੀ ਸੈਰ ਸਪਾਟਾ ਪ੍ਰੋਤਸਾਹਨ ਯੋਜਨਾ ਦਾ ਹਿੱਸਾ ਬਣਨਗੇ? ਤਾਂ ਇਹ ਬਣਨਗੇ ਜੀ ਮੱਧ ਪ੍ਰਦੇਸ਼ ਦੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਤੇ ਏਸ਼ੀਆਈ ਦੇਸ਼ ਕਿਹੜੇ ਆ ਇਹ? ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ ਤੇ ਨੇਪਾਲ। ਨੈਕਸਟ ਹੈ ਹਾਲ ਹੀ ਵਿੱਚ ਫੈਮੀਨਾ ਮਿਸ ਇੰਡੀਆ 2023 ਦਾ ਖਿਤਾਬ ਕਿਸ ਨੇ ਜਿੱਤਿਆ? ਬਹੁਤ ਇੰਪੋਰਟੈਂਟ ਹੈ। ਫੈਮੀਨਾ ਮਿਸ ਇੰਡੀਆ 2023 ਇਹ ਖਿਤਾਬ ਜਿੱਤਿਆ ਨੰਦਨੀ ਗੁਪਤਾ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਨੰਦਨੀ ਗੁਪਤਾ, ਠੀਕ ਹੈ ਜੀ। ਹਾਂਜੀ, ਨੈਕਸਟ ਹੈ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਭਾਰਤ ਦੀ ਆਬਾਦੀ ਕਿੰਨੀ ਹੋ ਗਈ? ਜਿਵੇਂ ਕਿ ਤੁਹਾਨੂੰ ਪਤਾ 2023 ਦੇ ਵਿੱਚ ਹੀ ਭਾਰਤ ਦੀ ਸੰਯੁਕਤ ਰਾਸ਼ਟਰ ਨੇ ਰਿਪੋਰਟ ਤਿਆਰ ਕੀਤੀ ਆ ਪੂਰੇ ਵਰਲਡ ਦੀ ਕੀਤੀ ਆ। ਤੇ ਇਸ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਬਣਿਆ ਸਾਡਾ ਦੇਸ਼ ਭਾਰਤ। ਸਾਡੇ ਦੇਸ਼ ਭਾਰਤ ਦੇ ਵਿੱਚ ਸਭ ਤੋਂ ਵੱਧ ਆਬਾਦੀ ਆ। ਤੇ ਸੰਯੁਕਤ ਰਾਸ਼ਟਰ ਨੇ ਜਿਹੜੀ ਰਿਪੋਰਟ ਤਿਆਰੀ ਕੀਤੀ ਆ, ਤਾਂ ਇਸ ਰਿਪੋਰਟ ਦੇ ਅਕੋਰਡਿੰਗ ਸਾਡੀ ਆਬਾਦੀ ਹੈ ਕਿੰਨੀ ਆ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸਾਡੀ ਆਬਾਦੀ ਆ 1 ਅਰਬ 42 ਕਰੋੜ 86 ਲੱਖ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਸੈਕਿੰਡ ਤੇ ਆ ਚੀਨ। ਚਾਈਨਾ ਦੀ ਜਿਹੜੀ ਆਬਾਦੀ ਆ ਉਹ ਹੈਗੀ ਆ 1 ਅਰਬ 42 ਕਰੋੜ 57 ਲੱਖ। ਤੇ ਪੂਰੇ ਵਰਲਡ ਦੀ ਆਬਾਦੀ 8 ਅਰਬ ਬਣਦੀ ਹੈ, ਠੀਕ ਹੈ। ਇਸ ਗੱਲ ਦਾ ਧਿਆਨ ਰੱਖਣਾ। ਜੇਕਰ ਸਾਡੇ ਦੇਸ਼ ਦੀ ਆਬਾਦੀ ਤੁਹਾਨੂੰ ਕਰੋੜਾਂ ਦੇ ਵਿੱਚ ਆ ਜਾਏ ਤਾਂ ਇਹ ਬਣੂਗੀ 143.86 ਕਰੋੜ, ਠੀਕ ਹੈ। ਆਪਸ਼ਨ ਤੇ ਵੀ ਡਿਪੈਂਡ ਕਰਦੇ ਹੁੰਦੇ ਕੁਝ ਆਨਸਰ, ਤਾਂ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ। ਹਾਂਜੀ, ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਭਾਰਤ ਦੀ ਗੱਲ ਕੀਤੀ ਹੈ। ਤਾਂ ਭਾਰਤ ਦੇ ਨਾਲ ਰਿਲੇਟਿਡ ਐਕਸਟਰਾ ਫੈਕਟ ਜੋ ਵੀ ਨਾਲ ਬਣਦੇ ਆ ਕਰੰਟ ਅਫੇਅਰ ਦੇ ਉਹ ਮੈਂ ਨੋਟ ਕਰ ਦਿੱਤੇ ਆ, ਤੁਸੀਂ ਪੜ੍ਹ ਸਕਦੇ ਹੋ। ਨੈਕਸਟ ਲਤਾ ਦੀਨਾਨਾਥ ਮੰਗੇਸ਼ਕਰ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ?
हाँ जी, लता दीनानाथ मंगेशकर अवार्ड पिछले साल ही प्रधान मंत्री नरेंद्र मोदी जी ने देना शुरू किया सी। ठीक है, तो ये हुण ਇਹਦੇ ਨਾਲ ਸਨਮਾਨਿਤ ਕੀਤਾ ਗਿਆ ਵਾ। देखो लता दीनानाथ मंगेशकर ਦੀ फैमिली ਦੇ ਵਿੱਚ ਹੀ ਇਹ ਪੁਰਸਕਾਰ ਦਿੱਤਾ ਗਿਆ ਵਾ। ਕਿਹਨਾਂ ਨੂੰ ਦਿੱਤਾ ਗਿਆ? ਆਸਾ ਭੋਂਸਲੇ ਨੂੰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਮੰਗੇਸ਼कर दीनानाथ मंगेशकर ਆਪਾਂ ਦੱਸਦੇ ਹਾਂ ਤੁਹਾਨੂੰ। ਦੇਖੋ ਸੁਰਾਂ ਦੀ ਕੋਇਲ ਮੰਨਿਆ ਜਾਂਦਾ ਸੀ ਲਤਾ ਮੰਗੇਸ਼कर ਨੂੰ। ਲਤਾ ਮੰਗੇਸ਼कर ਨੂੰ ਇਹਨਾਂ ਦਾ 6 ਫਰਵਰੀ 2022 ਦੇ ਵਿੱਚ ਦੇਹਾਂਤ ਹੋਇਆ ਤੇ ਇਹਨਾਂ ਦੇ ਦੇਹਾਂਤ ਤੋਂ ਬਾਅਦ ਲਤਾ ਦੀਨਾਨਾਥ ਮੰਗੇਸ਼कर ਆ ਜਿਹੜਾ ਅਵਾਰਡ ਸ਼ੁਰੂ ਹੋਇਆ। ਦੀਨਾਨਾਥ ਇਹਨਾਂ ਦੇ ਪਿਤਾ ਦਾ ਨਾਮ, ਠੀਕ ਹੈ, ਇਹਨਾਂ ਦੇ ਪਿਤਾ ਦਾ ਨਾਮ ਸੀ ਦੀਨਾਨਾਥ ਮੰਗੇਸ਼कर ਤੇ ਉਹਨਾਂ ਦੀ ਬਰਸੀ ਹੁੰਦੀ ਆ 24 ਅਪ੍ਰੈਲ ਨੂੰ। ਤੇ ਇਸ ਵਾਰ 24 ਅਪ੍ਰੈਲ ਨੂੰ ਇਹ ਜਿਹੜਾ ਅਵਾਰਡ ਆ ਲਤਾ ਦੀ ਛੋਟੀ ਭੈਣ ਆਸਾ ਭੋਂਸਲੇ ਨੂੰ ਦਿੱਤਾ ਗਿਆ ਤੇ ਹੁਣ ਰੀਸੈਂਟਲੀ ਇਹ ਵਿਦਿਆ ਬਾਲਨ ਨੂੰ ਵੀ ਦਿੱਤਾ ਗਿਆ ਵਾ। ਠੀਕ ਹੈ, ਵਿਦਿਆ ਬਾਲਨ ਜਿਹੜੀ ਕਿ ਐਕਟਰ ਆ, ਟੀਵੀ ਸੀਰੀਅਲ ਦੇ ਵਿੱਚ ਫਿਲਮਾਂ ਦੇ ਵਿੱਚ ਤੁਸੀਂ ਦੇਖੀ ਹੋਣੀ ਹੈ। ਠੀਕ ਹੈ, ਪਿਤਾ ਦੀ ਵਰਸੀ ਵਾਲੇ ਦਿਨ ਇਹਨਾਂ ਨੂੰ ਮਿਲਿਆ ਆਸਾ ਭੋਂਸਲੇ ਨੂੰ। ਨੈਕਸਟ ਹੈ ਕੋਚੇਲਾ 'ਚ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਤੇ ਪੰਜਾਬੀ ਗਾਇਕ ਕੌਣ ਬਣੇ? ਹਾਂਜੀ, ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਕਿਸੇ ਦੇ ਮੂਹਰੇ ਪਹਿਲਾ ਲੱਗਦਾ। ਪਹਿਲੇ ਭਾਰਤੀ ਵੀ ਆ ਤੇ ਪਹਿਲੇ ਪੰਜਾਬੀ ਵੀ ਆ। ਦੇਖੋ ਪਹਿਲੇ ਭਾਰਤੀ ਅਤੇ ਪਹਿਲੇ ਪੰਜਾਬੀ ਕੋਚੇਲਾ ਦੇ ਵਿੱਚ ਪਰਫਾਰਮ ਕਰਨ ਵਾਲੇ ਬਣੇ ਆ ਦਲਜੀਤ ਦੋਸਾਂਝ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਕੋਚੇਲਾ। ਠੀਕ ਹੈ, ਹਾਂਜੀ ਨੈਕਸਟ MCQ ਅਸੀਂ ਕਰਦੇ ਹਾਂ। ਹਾਂਜੀ, ਵਿਜ਼ਡਨ ਕ੍ਰਿਕਟਰ ਆਫ ਦੀ ਈਅਰ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਕੌਣ ਬਣੀ ਆ? ਹਾਂਜੀ, ਵਿਜ਼ਡਨ ਕ੍ਰਿਕਟਰ ਆਫ ਦੀ ਈਅਰ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣੀ ਆ ਹਰਮਨਪ੍ਰੀਤ ਕੌਰ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਹਰਮਨਪ੍ਰੀਤ ਕੌਰ। ਠੀਕ ਹੈ, ਇਹ ਪਹਿਲੀ ਮਹਿਲਾ ਬਣੀ ਆ ਜਿਹਦੇ ਮੂਹਰੇ ਪਹਿਲੀ ਲੱਗ ਜਾਂਦਾ ਨਾ, ਉਹ ਕੁਐਸਚਨ ਆਪਦੇ ਆਪ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ, ਸੋ ਧਿਆਨ ਰੱਖਣਾ। ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਅੰਡਰ-20 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ? ਹਾਂਜੀ, ਅੰਡਰ-20 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਹੈ। ਕਿਹਨਾਂ ਨੇ ਕੀਤੀ ਆ? ਅਰਜਨਟੀਨਾ ਨੇ। ਠੀਕ ਹੈ, ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ, ਵੈਰੀ ਇੰਪੋਰਟੈਂਟ। ਠੀਕ ਹੈ, ਦੇਖੋ ਸਭ ਤੋਂ ਪਹਿਲਾਂ ਇੰਡੋਨੇਸ਼ੀਆ ਕਰ ਰਿਹਾ ਸੀਗਾ ਤੇ ਹੁਣ ਅਰਜਨਟੀਨਾ ਨੇ ਕੀਤੀ ਆ। ਅਰਜਨਟੀਨਾ ਦੀ ਕੈਪੀਟਲ ਕੀ ਆ? ਵਿਊਨਸ ਆਇਰਸ। ਇੱਥੋਂ ਦੀ ਕਰੰਸੀ ਆ ਅਰਜਨਟੀਨਾ ਪੈਸੋ। ਇੱਥੋਂ ਦੇ ਪ੍ਰੈਜ਼ੀਡੈਂਟ ਆ ਅਲਬਰਟੋ ਫਰਨਾਂਡੀਜ਼। ਨੈਕਸਟ ਹੈ ਹਾਲ ਹੀ ਵਿੱਚ ਚੋਣ ਕਮਿਸ਼ਨ ਨੇ ਪਹਿਲੀ ਵਾਰ ਵੋਟ ਫਰੋਮ ਹੋਮ ਕਿੱਥੇ ਸ਼ੁਰੂ ਕੀਤਾ? ਹਾਂਜੀ, ਪਹਿਲੀ ਵਾਰ ਵੋਟ ਫਰੋਮ ਹੋਮ ਸ਼ੁਰੂ ਕੀਤਾ ਵਾ ਕਰਨਾਟਕ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਕਰਨਾਟਕ ਦੇ ਵਿੱਚ ਸ਼ੁਰੂ ਕੀਤਾ ਗਿਆ ਵਾ। ਠੀਕ ਹੈ, ਇਹ ਤੇ ਵੋਟ ਫਰੋਮ ਹੋਮ ਦਾ ਆਪਸ਼ਨ 80 ਸਾਲ ਤੋਂ ਜ਼ਿਆਦਾ ਉਮਰ ਅਤੇ ਜੋ ਅਪਾਹਜ ਲੋਕ ਆ ਉਹਨਾਂ ਦੇ ਲਈ ਕੀਤਾ ਕਰਨਾਟਕ ਦੇ ਵਿੱਚ। ਕਰਨਾਟਕ ਵਿਧਾਨ ਸਭਾ ਚੋਣ ਤੋਂ ਪਹਿਲਾਂ ਇਹ ਕੀਤਾ ਗਿਆ। ਨੈਕਸਟ ਹੈ ਹਾਲ ਹੀ ਵਿੱਚ ਓਲੀਵਰ ਡਾਊਡੇਨ ਨੂੰ ਕਿਸ ਦੇਸ਼ ਦਾ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ? ਹਾਂਜੀ, ਓਲੀਵਰ ਡਾਊਡੇਨ ਇਹਨਾਂ ਨੂੰ ਯੂਕੇ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਨੇ ਉਪ ਪ੍ਰਧਾਨ ਮੰਤਰੀ ਅਪਾਇੰਟ ਕੀਤਾ। ਆਪਸ਼ਨ ਏ ਬੀ ਇਜ਼ ਦਾ ਰਾਈਟ ਆਨਸਰ, ਯੂਕੇ। ਠੀਕ ਹੈ, ਯੂਕੇ ਦੇ ਪ੍ਰਾਈਮ ਮਿਨਿਸਟਰ ਆ ਰਿਸ਼ੀ ਸੁਨਕ ਤੇ ਉਹਨਾਂ ਨੇ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਓਲੀਵਰ ਡਾਊਡੇਨ ਨੂੰ। ਇਹ ਤੁਸੀਂ ਧਿਆਨ ਰੱਖਣਾ, ਜਿਵੇਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ। ਤਾਂ ਮਿਗੂਐਲ ਡਿਆਜ਼ ਕੈਨੇਲ ਇਹ ਕਿਊਬਾ ਦੇ ਰਾਸ਼ਟਰਪਤੀ ਬਣਿਆ, ਉਹ ਵੀ ਦੂਸਰੀ ਵਾਰ ਆਪਣੇ ਕਾਰਜਕਾਲ ਤੇ ਅਪਾਇੰਟ ਹੋਇਆ। ਸ਼ੇਖ ਮਨਸੂਰ ਬਿਨ ਜਾਇਦ ਅਲ ਨਹਾਜ਼ਾਨ ਨੂੰ UAE ਦਾ ਨਵਾਂ ਉਪ ਰਾਸ਼ਟਰਪਤੀ ਚੁਣਿਆ ਗਿਆ। ਹਮਜ਼ਾ ਯੂਸਫ ਸਕਾਟਲੈਂਡ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਰਾਮਸੇ ਪ੍ਰਸਾਦ ਯਾਦਵ ਨੇਪਾਲ ਦੇ ਤੀਜੇ ਉਪ ਰਾਸ਼ਟਰਪਤੀ ਵਜੋਂ ਅਪਾਇੰਟ ਹੋਇਆ। ਸ਼ੇਖ ਅਹਿਮਦ ਨਵਾਫ ਅਹਿਮਦ ਅਲ ਸਬਾ ਕੁਵੈਤ ਦੇ ਪ੍ਰਧਾਨ ਮੰਤਰੀ ਨਿਯੁਕਤ ਹੋਏ। ਨੈਕਸਟ ਹੈ ਕਿਹੜੀ ਭਾਰਤੀ ਕੰਪਨੀ ਨੇ ਹਾਲ ਹੀ ਵਿੱਚ 5 ਲੱਖ ਕਰੋੜ ਰੁਪਏ ਦਾ ਮਾਰਕੀਟ ਪੂੰਜੀਕਰਨ ਹਾਸਿਲ ਕੀਤਾ? ਹਾਂਜੀ, ਰੀਸੈਂਟਲੀ ITC ਲਿਮਟਿਡ ਨੇ 5 ਲੱਖ ਰੁਪਏ ਦਾ ਮਾਰਕੀਟ ਪੂੰਜੀਕਰਨ ਹਾਸਿਲ ਕੀਤਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਇਹ ਭਾਰਤ ਦੀ ਆਪਾਂ ਬੋਲ ਸਕਦੇ ਹਾਂ ਕਿ 11ਵੀਂ ਇਸ ਤਰ੍ਹਾਂ ਦੀ ਕੰਪਨੀ ਹੈ ਜਿਹਨੂੰ ਇਹ ਮਿਲਿਆ ਵਾ। ਤਾਂ ਇਸ ITC ਲਿਮਟਿਡ ਦੀ ਸਥਾਪਨਾ ਕਦੋਂ ਹੋਈ? 1910 ਦੇ ਵਿੱਚ। ਇਸ ਦਾ ਹੈੱਡਕੁਆਰਟਰ ਆ ਕੋਲਕਾਤਾ ਦੇ ਵਿੱਚ। ਐਟ ਪ੍ਰੈਜ਼ੈਂਟ ਇਸ ਦੇ MD ਕੌਣ ਨੇ? ਚੀਫ ਸੰਜੀਵ ਪੁਰੀ। ਠੀਕ ਹੈ, ਸੰਜੀਵ ਪੁਰੀ ਹੈ। ਨੈਕਸਟ ਹੈ ਪੰਜਾਬ ਦੀ ਸਿਆਸਤ ਦੇ ਬਾਬਾ ਬੋੜ ਦਾ ਦੇਹਾਂਤ ਕਿੰਨੇ ਸਾਲ ਦੀ ਉਮਰ ਵਿੱਚ ਹੋਇਆ? ਹਾਂਜੀ, ਪੰਜਾਬ ਦੀ ਸਿਆਸਤ ਦੇ ਬਾਬਾ ਬੋੜ ਮੰਨੇ ਜਾਂਦੇ ਆ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦੀ ਡੈਥ ਰੀਸੈਂਟਲੀ ਹੋਈ ਆ। ਠੀਕ ਹੈ, ਸਿਆਸਤ ਦੇ ਬਾਬਾ ਬੋੜ ਮੰਨੇ ਜਾਂਦੇ ਆ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦੀ 95 ਸਾਲ ਦੀ ਉਮਰ ਦੇ ਵਿੱਚ ਡੈਥ ਹੋਈ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ, ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹਨਾਂ ਦੇ ਦੇਹਾਂਤ ਤੇ 2 ਦਿਨ ਦਾ ਰਾਸ਼ਟਰੀ ਸੋਗ ਦਾ ਵੀ ਐਲਾਨ ਕੀਤਾ ਸੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ।
ਨੈਕਸਟ ਹੈ, ਹਾਲ ਹੀ ਵਿੱਚ ਕਿਹੜੀ ਰਾਜ ਸਰਕਾਰ ਨੇ 4 ਮਹਾਨ ਖਿਡਾਰੀ ਕੌਰ ਸਿੰਘ, ਦੌੜਾਕ ਮਿਲਖਾ ਸਿੰਘ, ਬਲਬੀਰ ਸਿੰਘ ਸੀਨੀਅਰ ਤੇ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਨੂੰ ਸਕੂਲਾਂ ਵਿੱਚ ਪੜ੍ਹਾਉਣ ਦਾ ਐਲਾਨ ਕੀਤਾ? ਤਾਂ ਰੀਸੈਂਟਲੀ ਪੰਜਾਬ ਦੀ ਗਵਰਨਮੈਂਟ ਨੇ 4 ਮਹਾਨ ਖਿਡਾਰੀ ਬਾਕਸਰ ਆ ਕੌਰ ਸਿੰਘ, ਦੌੜਾਕਾ ਮਿਲਖਾ ਸਿੰਘ, ਬਲਬੀਰ ਸਿੰਘ ਸੀਨੀਅਰ ਅਤੇ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਨੂੰ ਸਕੂਲਾਂ ਵਿੱਚ ਪੜ੍ਹਾਉਣ ਦਾ ਐਲਾਨ ਕੀਤਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਪੰਜਾਬ। ਨੈਕਸਟ ਹੈ, ਹਾਲ ਹੀ ਵਿੱਚ ਕਿਹੜੇ ਪ੍ਰਸਿੱਧ ਓਲੰਪੀਅਨ ਮੁੱਕੇਬਾਜ਼, ਪਦਮ ਸ਼੍ਰੀ, ਅਰਜੁਨ ਅਵਾਰਡੀ ਤੇ ਏਸ਼ੀਆਈ ਸੋਨ ਤਗਮਾ ਜੇਤੂ ਮੁੱਕੇਬਾਜ਼ ਖਿਡਾਰੀ ਦਾ ਦੇਹਾਂਤ ਹੋਇਆ? ਹਾਂਜੀ, ਪੰਜਾਬ ਸਰਕਾਰ ਨੇ ਹਜੇ 2 ਦਿਨ ਹੀ ਹੋਏ ਸੀ ਐਲਾਨ ਕੀਤੇ ਇਹਨੂੰ, ਕੌਰ ਸਿੰਘ ਬਾਰੇ, ਕਿ ਇਹਨਾਂ ਦੀ ਜੀਵਨੀ ਵੀ ਹੈ ਜਿਹੜੀ ਉਹ ਸਕੂਲਾਂ ਵਿੱਚ ਪੜ੍ਹਾਈ ਜਾਵੇਗੀ, ਪਰ 2 ਦਿਨਾਂ ਬਾਅਦ ਹੀ ਇਹਨਾਂ ਦਾ ਦੇਹਾਂਤ ਹੋ ਗਿਆ ਕੌਰ ਸਿੰਘ ਦਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ, ਇਹ ਸੰਗਰੂਰ ਤੋਂ ਆ, ਪੰਜਾਬ ਦੇ, ਤੇ ਇਹ ਪ੍ਰਸਿੱਧ ਓਲੰਪੀਅਨ ਮੁੱਕੇਬਾਜ਼ ਸੀ। ਇਹਨਾਂ ਨੂੰ ਪਦਮ ਸ਼੍ਰੀ ਵੀ ਮਿਲਿਆ, ਅਰਜੁਨ ਅਵਾਰਡ ਵੀ ਮਿਲਿਆ, ਤੇ ਹੁਣ ਏਸ਼ੀਅਨ ਦੇ ਵਿੱਚ ਵੀ ਇਹਨਾਂ ਨੇ ਸੋਨੇ ਦਾ ਮੈਡਲ ਜਿੱਤਿਆ ਸੀ। ਹੁਣ ਇਹਨਾਂ ਦੀ ਡੈਥ ਹੋ ਗਈ ਆ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੈ। ਨੈਕਸਟ ਹੈ, ਹਾਲ ਹੀ ਵਿੱਚ ਸਾਈਕਲਿੰਗ ਫੈਡਰੇਸ਼ਨ ਦੇ ਨਵਾਂ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਹਾਂਜੀ, ਸਾਈਕਲਿੰਗ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਕਿਹਨੂੰ ਚੁਣਿਆ ਗਿਆ? ਹਾਲ ਹੀ ਵਿੱਚ ਸਾਈਕਲਿੰਗ ਫੈਡਰੇਸ਼ਨ ਦਾ ਨਵਾਂ ਪ੍ਰਧਾਨ ਕਿਸ ਨੂੰ ਚੁਣਿਆ ਗਿਆ? ਹਾਂਜੀ, ਸਾਈਕਲਿੰਗ ਫੈਡਰੇਸ਼ਨ ਦੇ ਨਵੇਂ ਪ੍ਰਧਾਨ ਬਣੇ ਆ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬੇਟੇ ਪੰਕਜ ਸਿੰਘ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਪੰਕਜ ਸਿੰਘ। ਨੈਕਸਟ ਹੈ, ਹਾਲ ਹੀ ਵਿੱਚ ਫਿਲਮ ਫੇਅਰ ਅਵਾਰਡ 2023 ਵਿੱਚ ਸਰਵੋਤਮ ਅਭਿਨੇਤਰੀ ਵਜੋਂ ਕਿਸ ਨੂੰ ਚੁਣਿਆ ਗਿਆ? ਹਾਂਜੀ, ਫਿਲਮ ਫੇਅਰ ਅਵਾਰਡ 2023 ਵਿੱਚ ਸਰਵੋਤਮ ਫਿਲਮ ਅਭਿਨੇਤਰੀ ਵਜੋਂ ਚੁਣਿਆ ਗਿਆ ਆਲੀਆ ਭੱਟ ਨੂੰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਆਲੀਆ ਭੱਟ ਦੀ ਇੱਕ ਮੂਵੀ ਆਈ ਸੀਗੀ ਗੰਗੂਬਾਈ ਕਾਠੀਆਵਾੜੀ, ਇਸ ਫਿਲਮ ਦੇ ਕਰਕੇ ਇਹਨਾਂ ਨੂੰ ਫਿਲਮ ਫੇਅਰ ਅਵਾਰਡ 2023 ਲਈ ਚੁਣਿਆ ਗਿਆ ਸਰਵੋਤਮ ਅਭਿਨੇਤਰੀ ਵਜੋਂ। ਨੈਕਸਟ ਹੈ, ਹੈਰੀਟੇਜ ਫੈਸਟੀਵਲ 2023 ਕਿੱਥੇ ਆਯੋਜਿਤ ਕੀਤਾ ਗਿਆ? ਹਾਂਜੀ, ਹੈਰੀਟੇਜ ਫੈਸਟੀਵਲ 2023 ਗੋਆ ਦੇ ਵਿੱਚ ਆਯੋਜਿਤ ਕੀਤਾ ਗਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਦੇਖ ਸਕਦੇ ਹੋ ਹੁਣ ਤੁਸੀਂ ਮੈਪ ਦੇ ਵਿੱਚ ਗੋਆ ਦੀ ਕੈਪੀਟਲ ਆ ਪਣਜੀ, ਤੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਗੋਆ ਦੇ ਵਿੱਚ ਵੈਟਲੈਂਡਸ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ। ਗੋਆ ਸਰਕਾਰ ਨੇ ਡਿਵੀਜ਼ਨ ਆਫ ਫॉर ਆਲ ਸਕੂਲ ਆਈ ਹੈਲਥ ਪ੍ਰੋਗਰਾਮ ਸ਼ੁਰੂ ਕੀਤਾ। ਗੋਆ ਵਿੱਚ ਭਾਰਤ ਦੇ ਦੂਜੇ ਸਭ ਤੋਂ ਲੰਬੇ ਕੇਬਲ ਸਟੈਡ 8 ਲੈਣ ਵਾਲੇ ਜੁਆਰੀ ਪੁਲ ਦਾ ਉਦਘਾਟਨ ਹੋਇਆ। ਨੈਕਸਟ ਹੈ, ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ 12,000 ਦੌੜਾਂ ਬਣਾਉਣ ਵਾਲੇ ਦੂਜੇ ਸਭ ਤੋਂ ਤੇਜ਼ ਏਸ਼ੀਆਈ ਬੱਲੇਬਾਜ਼ ਕੌਣ ਬਣੇ? ਹਾਂਜੀ, ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ 12,000 ਦੌੜਾਂ ਬਣਾਉਣ ਵਾਲੇ ਦੂਜੇ ਸਭ ਤੋਂ ਤੇਜ਼ ਏਸ਼ੀਆਈ ਬੱਲੇਬਾਜ਼ ਬਣੇ ਆ ਬਾਬਰ ਆਜ਼ਮ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਹੁਣ ਅਸੀਂ ਕ੍ਰਿਕਟ ਦੀ ਗੱਲ ਕੀਤੀ ਆ ਤਾਂ ਸਾਹੀਨ ਅਫਰੀਦੀ 200 T20 ਇੰਟਰਨੈਸ਼ਨਲ ਵਿਕਟਾਂ ਲੈਣ ਵਾਲੇ ਸਭ ਤੋਂ ਘੱਟ ਉਮਰ ਦੇ ਗੇਂਦਬਾਜ਼ ਬਣੇ ਆ। ਆਈਕੋਨਿਕ ਸਿਡਨੀ ਕ੍ਰਿਕਟ ਮੈਦਾਨ ਦੇ ਵਿੱਚ ਸਚਿਨ ਤੇਂਦੁਲਕਰ ਦੇ ਨਾਮ ਤੇ ਇੱਕ ਗੇਟ ਦਾ ਉਦਘਾਟਨ ਕੀਤਾ ਗਿਆ। KL ਰਾਹੁਲ T20 ਕ੍ਰਿਕਟ ਦੇ ਵਿੱਚ ਸਭ ਤੋਂ ਤੇਜ਼ 7,000 ਦੌੜਾਂ ਬਣਾਉਣ ਵਾਲਾ ਭਾਰਤੀ ਖਿਡਾਰੀ ਬਣਿਆ। ਹਰਮਨਪ੍ਰੀਤ ਕੌਰ ਵਿਜ਼ਡਨ ਕ੍ਰਿਕਟਰ ਆਫ ਦੀ ਈਅਰ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣੀ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।